ਚੁਭਵੀਆਂ ਗੱਲਾਂ, ਚੁਭਵੇਂ ਤੀਰ ਚੱਲਣ ਲੱਗੇ। ਸੂਲ ਹੁੰਦੀ ਹੈ ਜਿਹੜੀ ਚੁਭੇ ਗੱਲ, ਕਿਸੇ ਦੇ ਵਿਚਾਰਧਾਰਾ ਤੇ ਪ੍ਰਹਾਰ ਕਰੇ ਜਾਂ ਉਹਦੀ ਬੁੱਧੀ ਤੇ ਪ੍ਰਹਾਰ ਕਰੇ। ਰਾਖਸ਼ਾਂ ਦੇ ਨਾਲ ਜਦ ਲੜਾਈ ਹੈ ਉਹਨਾਂ ਦੀ ਅਕਲ ਤੇ ਪ੍ਰਹਾਰ ਹੋ ਸਕਦਾ, ਉਹਨਾਂ ਕੋਲ ਵਿਚਾਰਧਾਰਾ ਤਾਂ ਕੋਈ ਹੁੰਦੀ ਨਹੀਂ। ਵਿਚਾਰਧਾਰਾ ਨੂੰ ਤਾਂ ਮੰਨਦੇ ਨਹੀਂ, ਉਹ ਸਿਰਫ ਵਿਚਾਰਧਾਰਾ ਨੂੰ ਨਕਾਰਦੇ ਨੇ। ਉਹ ਜਿਹੜੇ ਧਰਮ ਦੀਆਂ ਵਿਚਾਰਧਾਰਾਵਾਂ ਉਹਦਾ ਵਿਰੋਧ ਹੀ ਕਰਦੇ ਨੇ, ਆਪਣੀ ਵਿਚਾਰਧਾਰਾ ਉਹਨਾਂ ਦੀ ਧਰਮ ਪ੍ਰਤੀ ਕੋਈ ਨਹੀਂ ਹੁੰਦੀ। ਉਹਨਾਂ ਦਾ ਮਤਲਬ ਹੈ ਵੀ ਜੇ ਤੁਸੀਂ ਆਦਮੀ ਨੂੰ ਹੀ ਪ੍ਰਮਾਤਮਾ ਬਣਾਉਣੇ ਹੋ ਤਾਂ ਅਸੀਂ ਵੀ ਪ੍ਰਮਾਤਮਾ ਹੀ, ਫਿਰ ਤਾਂ ਕੋਈ ਕਿਸੇ ਨੂੰ ਬਣਾ ਲਓ। ਐਸਾ ਗੁਣ ਕਿਸੇ 'ਚ ਨਹੀਂ ਹੁੰਦਾ ਜਿਹੜੇ ਇਹਨਾਂ ਨੇ ਰੱਬ ਬਣਾਏ ਹੋਏ ਨੇ, ਜਿੰਨੇ ਵੀ ਮਿੱਥੇ ਹੋਏ ਨੇ ਦੇਵਤਿਆਂ ਨੇ, ਵੀ ਜਿਹਨਾਂ 'ਚ ਵੈਰ ਵਿਰੋਧ, ਕਾਮ ਕ੍ਰੋਧ ਲੋਭ ਮੋਹ ਨਾ ਹੋਵੇ। ਉਹ ਇੱਕੋ ਜਿਹਾ ਸਾਰਿਆਂ ਨੂੰ ਸਮਝਦੇ ਹੁਣ, ਇਹ ਗੱਲ ਨਹੀਂ ਹੈ। ਵੈਰ ਵਿਰੋਧ ਹੈ ਸੀ ਉਹਨਾਂ 'ਚ, ਭਾਵੇਂ ਰਾਮਚੰਦਰ ਸੀਗਾ, ਉਹ ਰਿਸ਼ੀ ਮੁਨੀ ਦੀ ਆਪਣੇ ਮਦਦ ਗਿਆ ਉੱਥੇ, ਰਿਸ਼ੀ ਮੁਨੀ ਉਹਦੀ ਮਦਦ ਕਰਦੇ ਨੇ, ਦੂਜਿਆਂ ਨੂੰ ਮਾੜੇ ਸਮਝਦੇ ਨੇ। ਉਹ ਵਿਚਾਰਧਾਰਾ ਦੀ ਲੜਾਈ ਨਹੀਂ ਉੱਥੇ ਹੈ, ਉੱਥੇ ਕੋਈ ਜ਼ਮੀਨ ਦੇ ਟੁਕੜੇ ਦੀ ਲੜਾਈ ਹੈ। ਵਿਚਾਰਧਾਰਾ ਦੀ ਕੋਈ ਲੜਾਈ ਨਹੀਂ ਰਾਮਚੰਦਰ ਦੀ ਰਾਵਣ ਨਾਲ। ਰਿਸ਼ੀਆਂ ਮੁਨੀਆਂ ਦੀ ਹੋ ਸਕਦੀ ਹੈ ਵਿਚਾਰਧਾਰਾ ਦੀ ਲੜਾਈ, ਰਿਸ਼ੀਆਂ ਮੁਨੀਆਂ ਦੀ ਵਿਚਾਰਧਾਰਾ ਦੀ ਲੜਾਈ ਹੋ ਸਕਦੀ ਹੈ, ਕਿਉਂਕਿ ਰਾਵਣ ਵੇਦਾਂ ਦਾ ਗਿਆਤਾ ਸੀ, ਵੇਦ ਮਾਤਰੂ ਮੰਨਦਾ ਸੀ। ਰਿਸ਼ੀ ਮੁਨੀ ਸਿਮਰਤ ਸ਼ਾਸਤਰ ਘੜੀ ਫਿਰਦੇ ਸੀ। ਅਸਲ ਦੇ ਵਿੱਚ ਇਹੀ ਵਿਰੋਧ ਸੀਗਾ। ਆਪਣੇ ਰਾਜ 'ਚ ਰਿਸ਼ੀ ਮੁਨੀ ਤੋਂ ਟੈਕਸ ਲੈਂਦਾ ਸੀ, ਜਿਹੜਾ ਮੇਰੇ ਰਾਜ 'ਚ ਰਹੂ ਟੈਕਸ ਦਊਗਾ। ਦੂਜਿਆਂ ਦੇ ਰਾਜ 'ਚ ਰਿਸ਼ੀ ਮੁਨੀ ਦੀ ਪੂਜਾ ਹੁੰਦੀ ਸੀ। ਅਸਲੀਅਤ ਇਹ ਸੀ। ਉਹ ਰਿਸ਼ੀ ਮੁਨੀਆਂ ਦੇ ਜਿਹੜੇ ਚੇਲੇ ਨੇ, ਤਰਫਦਾਰ ਨੇ, ਉਹਨਾਂ ਨੇ ਜਿਵੇਂ ਮਰਜ਼ੀ ਪ੍ਰਚਾਰ ਕੀਤਾ ਹੋਵੇ, ਜਿਵੇਂ ਮਰਜ਼ੀ ਲਿਖਿਆ ਹੋਵੇ ਇਸ ਗੱਲ ਨੂੰ। ਐਕਚੁਅਲੀ ਗੱਲ ਇਹ ਸੀ, ਰਾਈਟਰ ਤਾਂ ਫਿਰ ਆਪਣੇ ਹੱਕ 'ਚ ਗੱਲ ਲਿਖਦਾ ਹੁੰਦਾ, ਆਪਣੀ ਪਾਰਟੀ ਦੇ ਹੱਕ 'ਚ ਗੱਲ ਲਿਖਦਾ ਹੁੰਦਾ, ਦੂਜਿਆਂ ਨੂੰ ਇਹ ਗਲਤ ਸਾਬਤ ਕਰਦਾ ਹੁੰਦਾ। ਰਾਈਟਰ ਜਿਹੜੇ ਨੇ, ਸੰਸਾਰੀ ਰਾਈਟਰ ਨੇ ਜਿਹੜੇ, ਨਿਰਾਕਾਰੀ ਗੱਲ ਕਰਨ ਵਾਲੇ, ਦੋਹਾਂ ਤਰ੍ਹਾਂ ਦੇ ਵਿੱਚ ਅਸਲੀਅਤ ਖੋਜ ਕੇ ਅਸਲੀਅਤ ਦੱਸਦੇ ਹੁੰਦੇ ਨੇ ਵੀ ਕਿਹਦੇ 'ਚ ਕੀ ਗਲਤੀ ਹੈ, ਕਿਹਦੇ 'ਚ ਕੀ ਗਲਤੀ ਹੈ, ਕਿਹਦੇ 'ਚ ਕੀ ਔਗਣ ਹੈ, ਕੀ ਗੁਣ ਹੈ, ਦੂਜੀ ਪਾਰਟੀ ਕੀ ਔਗਣ ਕੀ ਗੁਣ। ਤਰਫਦਾਰੀ ਵਾਲੇ ਗੁਣ ਛਪਾ ਲੈਂਦੇ ਨੇ, ਔਗਣ ਦੱਸਦੇ ਨੇ। ਤਾਂ ਹੀ ਉਹਨੂੰ ਨਿੰਦਕ ਉਸ ਆਦਮੀ ਨੂੰ ਕਹਿੰਦੇ ਨੇ ਜਿਹੜਾ ਗੁਣ ਛਪਾ ਕੇ ਔਗਣ ਦੱਸੇ, ਔਗਣ ਵਧਾ ਕੇ ਦੱਸੇ, ਗੁਣ ਛਪਾ ਲਵੇ, ਉਹ ਨਿੰਦਕ ਹੁੰਦਾ। ਉਹਦਾ ਮਤਲਬ ਹੈ ਨਿੰਦਿਆ ਕਰਨਾ ਹੁੰਦਾ ਦੂਏ ਦੀ। ਜਿਹੜਾ ਗੁਣ ਨਾਲ ਔਗਣ ਦੋਏ ਦੱਸਦਾ, ਉਹ ਨਿੰਦਕ ਨਹੀਂ ਹੁੰਦਾ, ਉਹ ਸੱਚ ਬੋਲਣ ਵਾਲਾ ਹੁੰਦਾ। ਇਹ ਫਰਕ ਹੈ ਦੋਹਾਂ ਦੇ ਵਿੱਚ। ਸੱਚ ਬੋਲਣ ਵਾਲਾ ਆਦਮੀ, ਗੁਰਬਾਣੀ ਸੱਚੀ ਕਿਉਂ ਹੈ? ਨਿੰਦਿਆ ਕਰਦੀ ਹੈ ਝੂਠ ਦੀ, ਪਰ ਉਨੀ ਉਹ ਕਰਦੀ ਹੈ ਜਿੰਨੀ ਜਾਇਜ਼ ਨਿੰਦਿਆ, ਵੱਧ ਨਹੀਂ ਕਰਦੀ। ਉਦੋਂ ਨੁਕਸ ਉਹਨੂੰ ਹੀ ਕੱਢਦੀ ਹੈ ਜਿੰਨਾ ਹੈ, ਤਾਂ ਕਿ ਉਹ ਨੁਕਸ ਨੂੰ ਠੀਕ ਕਰ ਲੈਣ। ਮਸ਼ਵਰਾ ਉਹਨਾਂ ਨੂੰ, ਮਸ਼ਵਰਾ ਹੀ ਸਮਝੋ ਇਹ ਨੁਕਸ ਦਾ। ਉਹਨਾਂ ਨੂੰ ਇਹ ਮਸ਼ਵਰਾ ਦਿੱਤਾ ਹੈ ਵੀ ਜੇ ਤੁਸੀਂ ਚਾਹੁੰਦੇ ਹੋ ਧਰਮ ਦੇ ਮਾਰਗ ਤੇ ਚੱਲਣਾ, ਜੀਵਨ ਸੰਭਾਲਣਾ, ਵਾਕਈ ਧਰਮ ਤੋਂ ਲਾਭ ਲੈਣਾ, ਤਾਂ ਇਹ ਨੁਕਸ ਕੱਢਣੇ ਪੈਣਗੇ, ਬਸ ਹੋਰ ਕੁਝ ਨਹੀਂ। ਤੇ ਨਹੀਂ ਤਾਂ ਫਿਰ ਮੈਂ ਪਖੰਡ ਹੈ। ਫਿਰ ਧਰਮ ਤੁਹਾਡਾ, ਧਰਮ ਦੇ ਨਾਂ ਤੇ ਲੋਕਾਂ ਨੂੰ ਧੋਖਾ ਦੇ ਰਹੇ ਹੋ। ਲੋਕਾਂ ਨੂੰ ਤਾਂ ਕੀ ਧੋਖਾ ਦੇਣਾ, ਆਪਣੇ ਆਪ ਨੂੰ ਧੋਖਾ ਦੇ ਰਹੇ ਹੋ। ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ, ਬਸ ਇਹ ਗੱਲਾਂ ਚੁੰਮੀਆਂ ਲੱਗਦੀਆਂ ਨੇ ਉਹਨਾਂ ਨੂੰ। ਸੱਚ ਵੀ ਚੁੰਮਣ ਲੱਗਦਾ। ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ। ਹੁਣ ਚੰਡੀ ਨੇ ਕੁਝ ਗੱਲਾਂ ਕਹੀਆਂ ਹੋਣੀਆਂ ਨੇ ਚੁੰਮੀਆਂ, ਉਹਨਾਂ ਨੇ ਕਹੀਆਂ ਹੋਣੀਆਂ ਨੇ ਝੂਠੀਆਂ ਚੁੰਮੀਆਂ ਤੋਬਤਾਂ। ਜਿਵੇਂ ਗੁਰੂ ਨਾਨਕ ਨੂੰ ਕਹਿੰਦੇ ਰਹੇ ਗੁਰਾਈਆ ਇਹ, ਕਬੀਰ ਨੂੰ ਕਹਿੰਦੇ ਰਹੇ ਕੁੱਤਾ ਇਹ, ਰਵਿਦਾਸ ਨੂੰ ਕਹਿੰਦੇ ਰਹੇ ਜਮਾਰ ਹੈ, ਨਾਮਦੇਵ ਨੂੰ ਕਹਿੰਦੇ ਰਹੇ ਢੇੜ ਹੈ। ਇਹੀ ਕਹਿ ਸਕਦੇ ਸੀ, ਉਹ ਕੀ ਕਹਿ ਸਕਦੇ? ਕਿੰਨੀ ਵੀ ਜਾਤ 'ਚ ਪੈਦਾ ਹੋਇਆ,
ਦੀਵੀ ਉੱਚੀ ਜਾਤੇ ਨਹੀਂ ਕੋਈ ਹੁੰਦੀ। ਪਰ ਜਿਹੜੇ ਭਗਤ ਹੁੰਦੇ ਨੇ ਉਹ ਸੰਤੋਖ ਦੇ ਦਾਇਰੇ 'ਚ ਰਹਿ ਕੇ ਸਾਰੀ ਗੱਲ ਸੁਣ ਲੈਂਦੇ ਨੇ। ਉਹ ਗਰਮ ਨਹੀਂ ਹੁੰਦੇ ਕਹੇ ਤੇ ਵੀ ਕੁੱਤਾ ਕਬੀਰ। ਕਬੀਰ ਕਹਿੰਦਾ ਹਾਂ ਮੈਂ ਕੁੱਤਾ ਹੈਗਾ। ਹਾਂ ਕੁਕਰ ਤੇਰੇ ਦਰਬਾਰ ਭੌਂਕਾ ਆਗੇ ਬਦਨ ਪਸਾਰ। ਮੇਰਾ ਤਾਂ ਸਰੀਰ ਹੈ ਬੋਲਦਾ ਤਾਂ ਮੈਂ ਉਹੀ ਹਾਂ ਜਿਹੜਾ ਤੇਰੇ ਦਰਬਾਰ ਦਾ ਹੁਕਮ। ਮੈਂ ਤੇਰੇ ਦਰਬਾਰ ਦਾ ਕੁੱਤਾ ਹਾਂ। ਤੇਰੀ ਆਵਾਜ਼ ਦਰਬਾਰ ਦੀ ਆਵਾਜ਼ ਨੂੰ ਦੁਨੀਆ 'ਚ ਦੱਸ ਰਿਹਾ। ਸਰੀਰ ਮੇਰਾ ਹੈ ਸਿਰਫ, ਜੋ ਕਹਿ ਰਿਹਾ ਹੈ ਮੇਰਾ ਨਹੀਂ ਹੈ। ਬੋਲ ਮੇਰੇ ਨਹੀਂ ਹਨ, ਸਰੀਰ ਮੇਰਾ। ਹੁਕਮ ਤੇਰਾ, ਸਰੀਰ ਮੇਰਾ। ਕੁੱਤਾ ਤਾਂ ਨਾ ਮੰਨ ਲਿਆ, ਕਲੈਰੀਫਾਈ ਵੀ ਕਰਤਾ ਵੀ ਮੈਨੂੰ ਕੁੱਤਾ ਤਾਂ ਕਹਿੰਦੇ ਨੇ। ਅੱਜ ਇਸ ਤਰੀਕੇ ਦਾ ਕੁੱਤਾ ਮੈਂ ਹਾਂ ਵੀ। ਬੌਰਾ ਹੈ ਕਹਿੰਦਾ ਹਾਂ ਬੌਰਾ ਹੈਗਾ, ਪਰ ਰਾਮ ਕਿਉਂ ਬੌਰਾ? ਮੈਨੂੰ ਰਾਮ ਨੇ ਬੌਰਾ ਕੀਤਾ। ਅਸਲ ਬੌਰਾ ਉਹ ਹੈ ਜੋ ਆਪਣਾ ਪਛਾਣੇ, ਜਿਹਨੇ ਆਤਮਾ ਨਹੀਂ ਪਛਾਣੀ ਆਪਣੀ, ਜਿਹੜਾ ਆਪਣੇ ਆਪ ਨੂੰ ਸਰੀਰ ਮਿਲਦਾ ਬੌਰਤ ਹੈ ਉਹ। ਸੋ ਬੌਰਾ ਜੋ ਆਪਣਾ ਪਛਾਣੇ। ਇਸ ਤਰੀਕੇ ਨਾਲ ਬੌਰਾ ਮੰਨ ਵੀ ਲਿਆ। ਰਾਮ ਕਿਉਂ ਬੌਰਾ? ਬੌਰਾ ਉਹਨਾਂ ਨੂੰ ਵੀ ਕਹਿਤਾ। ਸੋ ਬੌਰਾ ਜੋ ਆਪਣਾ ਪਛਾਣ। ਆਪ ਪਛਾਣੇ ਸੋ ਰਾਮੇ ਜਾਣੇ। ਜਿਹਨੇ ਆਪ ਪਛਾਣ ਲਿਆ ਰਾਮ ਨੂੰ ਵੀ ਜਾਣ ਲੈਂਦਾ। ਦੇਵੀ ਸਭ ਬਚਾਈਆਂ ਢਾਲ ਸੰਭਾਲ ਕੇ। ਤੂੰ ਮੈਨੂੰ ਲਈਆਂ ਜਵਾਨੀ ਸੂਰਮੀ। ਤੂੰ ਮੈਨੂੰ ਲਈਆਂ ਜਵਾਨੀ ਸੂਰਮੀ। ਤੂਲੀਆਂ ਤਲਵਾਰਾਂ ਚੱਲ ਪਈਆਂ ਉਹ ਆਪਣੇ ਆਪਣੇ ਤਰਕ। ਬਹੁਤ ਸਾਰੀ ਬਛਾੜ ਕੀਤੀ। ਦੇਵਤਿਆਂ ਨੇ ਪ੍ਰਥਾ ਕੀਤੀ ਹੋਣੀ ਹੈ ਵੀ ਇਹ ਐਂ ਕਰਦੇ ਨੇ, ਉਹ ਕਰਦੇ ਨੇ, ਉਹ ਕਰਦੇ ਨੇ, ਉਹ ਕਰਦੇ ਨੇ। ਫਿਰ ਦੇਵਤੇ ਤਾਂ ਕਰਦੇ ਹੀ ਸੀ ਵੀ ਤੂੰ ਇਹਨਾਂ ਦੀ ਮਦਦ ਆਈ। ਤੂੰ ਇਹਨਾਂ ਦੀ ਮਦਦ ਕਿਉਂ ਆਈ? ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ। ਉਹਨੇ ਸੰਤੋਖ ਦੇ ਵਿੱਚ ਰਹਿ ਕੇ ਸਬਰ ਰੱਖ ਕੇ ਸਾਰੀਆਂ ਗੱਲਾਂ ਸੁਣ ਲਈਆਂ ਉਹਨਾਂ ਦੀਆਂ। ਸਬਰ ਰੱਖ ਕੇ, ਸੰਤੋਖ ਹੁੰਦਾ ਸਬਰ। ਸਤ ਸੰਤੋਖ ਲਾ ਲੜਨੇ ਲੱਗਾ ਤੋੜੇ ਦੁਆ ਦਰਵਾਜ਼ਾ। ਸੱਤ ਦੀ ਤਲਵਾਰ ਹੁੰਦੀ ਹੈ, ਸੰਤੋਖ ਦੀ ਢਾਲ ਹੁੰਦੀ ਹੈ। ਜੇ ਸਾਨੂੰ ਆਦ ਦਾ ਪਤਾ ਨਹੀਂ ਹੈ ਵੀ ਢਾਲ ਕੀ ਹੈ, ਇੱਥੇ ਅਰਥ ਨਹੀਂ ਕਰ ਸਕਦੇ। ਇੱਥੇ ਅਰਥ ਤਾਂ ਕਰਾਂਗੇ ਜੇ ਆਦ ਦਾ ਸਾਨੂੰ ਬਿਲਕੁਲ ਸਾਰੀ ਕਲੀਅਰ ਗੱਲ ਹੈ ਵੀ ਕੀ ਗੱਲ ਹੈ। ਇਹਦੇ ਅਰਥ ਕਰਨੇ ਕਿਤੇ ਸਗਾਲੇ ਨੇ। ਇਹਦਾ ਸੰਸਾਰੀ ਜੰਗ ਦੇ ਅਰਥ ਕਰ ਦੋਗੇ ਤੁਸੀਂ, ਔਰ ਕੀਤੇ ਹੀ ਹੋਏ ਨੇ। ਇਹੀ ਸਾਰੇ ਸਮਝਦੇ ਨੇ। ਢਾਲ ਸੰਭਾਲ ਕੇ ਸੰਤੋਖ ਦੇ ਵਿੱਚ ਰਹਿ ਕੇ ਕੋਈ ਜਵਾਬ ਨਹੀਂ ਦਿੱਤਾ। ਸਭ ਸੁਣ ਲਈ ਉਹਨਾਂ ਦੀ। ਕੋਈ ਤਰਫਦਾਰੀ ਨਹੀਂ ਕੀਤੀ ਦੇਵਤਿਆਂ ਦੀ। ਜਾਇਜ਼ ਗੱਲ ਕਹਿ ਰਹੇ ਨੇ, ਸੁਣਨੀ ਪਊਗੀ। ਉਹਨਾਂ ਦੀਆਂ ਗੱਲਾਂ ਜਾਇਜ਼ ਸੀਆਂ। ਰਾਖਸ਼ਾਂ ਦੀਆਂ ਗੱਲਾਂ ਜਿਹੜੀਆਂ ਲਾਈਆਂ ਉਹਨਾਂ ਨੇ, ਦੇਵਤਿਆਂ ਦੇ ਨੁਕਸ ਕੱਢਣੇ ਸੀ। ਤੂੰ ਇਹਨਾਂ ਦੀ ਮਦਦ ਕਰਨਾ ਹੀ, ਤੂੰ ਵੀ ਇਹੋ ਜਿਹੀ ਹੋਈ ਹੈ। ਇਹਦਾ ਮਤਲਬ ਹੈ ਇਹਦੇ ਨਾਲ ਹਮਦਰਦੀ ਕਿਉਂ ਇਹਨਾਂ ਨਾਲ? ਸਮਝ ਲੱਗੀ? ਇੱਥੇ ਬੋਲ ਰਹੇ ਨਾ ਗੱਲ, ਇੱਥੇ ਚੱਲ ਰਹੀ ਹੈ ਚਰਚਾ। ਹੁਣ ਇੱਥੋਂ ਬੁੱਝਣ ਵਾਲੀ ਗੱਲ ਹੈ ਸਾਰੀ। ਸਿਰਫ ਢਾਲ ਸੰਭਾਲ ਕੇ ਤੋਂ ਬੁੱਝਣ ਵਾਲੀ ਗੱਲ ਹੈ। ਤੇਗਾਂ ਲੰਘੀਆਂ, ਉਹਨਾਂ ਨੇ ਆਪਣੇ ਤਰਕ ਬਾਰੇ ਆਪਣੀ ਬੁੱਧੀ ਦੀਆਂ ਤਲਵਾਰਾਂ ਚਲਾਈਆਂ। ਉਹ ਤਲਵਾਰਾਂ ਚਲਾ ਰਹੇ ਨੇ, ਇਧਰੋਂ ਢਾਲ ਹੈ, ਤਲਵਾਰ ਨਹੀਂ ਚੱਲੀ ਹੋਈ। ਦੇਵੀ ਆਪ ਚਲਾਈਆਂ ਤੱਕ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ। ਹਾਂ, ਪਹਿਲਾਂ ਤਾਂ ਢਾਲ ਸੰਭਾਲ ਕੇ ਸਾਰੀਆਂ ਸਹਿਜ ਉਹਨਾਂ ਦੀਆਂ ਗੱਲਾਂ ਸੁਣ ਲਈਆਂ। ਫਿਰ ਜਿਨ੍ਹਾਂ ਦੇ ਜਿਹੜੇ ਉਹਨਾਂ 'ਚੋਂ ਲੀਡਰ ਸੀ, ਤਕੜੇ ਸਵਾਲ ਸੀ, ਫਿਰ ਉਹਨਾਂ ਨੂੰ ਤੱਕ ਤੱਕ ਇੱਕ ਦਾ ਜਵਾਬ ਦਿੱਤਾ। ਫਿਰ ਉਹਨਾਂ ਦੇ ਵਾਰ ਦਾ ਜਵਾਬ ਦਿੱਤਾ। ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ। ਤੱਕ ਕੇ ਦੇਖ ਕੇ ਵੀ ਆਹ ਬੰਦਾ ਜਿਹੜਾ ਵੱਡਾ ਇਹਨਾਂ 'ਚ, ਜਿਹੜੀਆਂ ਤਾਂ ਐਵੇਂ ਊਟ ਪਟੰਗ ਗੱਲਾਂ ਸੀਗੀਆਂ ਛੋਟੇ ਆਦਮੀਆਂ ਦੀਆਂ, ਉਹ ਤਾਂ ਬੇਗੌਰੀਆਂ ਕਰਤੀਆਂ। ਜਿਹੜੀਆਂ ਗੱਲਾਂ ਵਜ਼ਨਦਾਰ ਸੀ, ਲੀਡਰ ਸੀ, ਉਹਨਾਂ ਨੂੰ ਮੁਖਾਤਬ ਹੋ ਕੇ ਫਿਰ ਗੱਲਾਂ ਕਹੀਆਂ ਜਿਹੜੀਆਂ ਉਹ ਚਲਾਈਆਂ ਨੇ। ਇੱਧਰੋਂ ਵਾਰ ਕੀਤਾ ਤਲਵਾਰ ਦਾ ਉਹਨਾਂ ਤੇ। ਤੱਕ ਦਾਨਵੀ ਦਾਨਵਾਂ ਦੇ ਉੱਤੇ।
ਸਰਵਣਤ ਬੀਜ ਵਧਾਈਆਂ ਅਗਣਤ ਸੂਰਤਾਂ। ਉਹ ਜਦੋਂ ਉਹਨਾਂ ਤੇ ਚਲਾਈਆਂ ਨੇ ਬਈ ਦੇਵਤੇ ਤਾਂ ਮਾੜੇ ਨੇ, ਅਸੀਂ ਚੰਗੇ ਨਹੀਂ ਮੰਨਿਆ ਦੇਵਤਿਆਂ ਨੂੰ, ਅਸੀਂ ਤਾਂ ਹਮੇਸ਼ਾ ਦੇਵਤਿਆਂ ਦਾ ਵਿਰੋਧ ਕੀਤਾ। ਗੁਰਮਤਿ ਤਾਂ ਸਾਰਾ ਇਹਨਾਂ ਦਾ ਧਰਮ ਵਾਲਿਆਂ ਦੇ ਵਿਰੋਧ ਕਰਦੀ ਹੈ, ਦੂਜਿਆਂ ਦਾ ਤਾਂ ਵਿਰੋਧ ਹੀ ਨਹੀਂ ਕਰਦੀ ਗੁਰਬਾਣੀ। ਜਿਹੜੇ ਨਹੀਂ ਮੰਨਦੇ ਪਰਮਾਤਮਾ ਨੂੰ ਉਹਨਾਂ ਨੂੰ ਸਿੱਖਿਆ ਜ਼ਰੂਰ ਦਿੰਦੀ ਹੈ, ਪਰ ਵਿਰੋਧ ਨਹੀਂ ਕਰਦੀ ਉਹਨਾਂ ਦਾ। ਔਗਣ ਉਹਨਾਂ ਦੇ ਹੀ ਦੱਸਦੀ ਹੈ ਜਿਹੜੇ ਧਾਰਮਿਕ ਨੇ। ਗੁਰਬਾਣੀ ਉਹਨਾਂ ਲੋਕਾਂ ਨੂੰ ਸਿਰਫ ਉਪਦੇਸ਼ ਕਰਦੀ ਹੈ। ਜਿਹੜੇ ਧਾਰਮਿਕ ਆਦਮੀ ਹੋ ਕੇ ਕੁਝ ਕਰਦੇ ਨੇ ਗੜਬੜ ਫੇਰਾ ਫੇਰੀਆਂ, ਉਹਨਾਂ ਨੂੰ ਜ਼ਿਆਦਾ ਕਸੂਰਵਾਰ ਕਹਿੰਦੀ ਹੈ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉਹ ਵੀ ਸਾਧਨਾ ਮਾਰੀ ਹੈ। ਜਿਹੜੇ ਧਾਰਮਿਕ ਆਦਮੀ ਗੁਨਾਹ ਕਰਦੇ ਨੇ ਉਹ ਪਕੜੇ ਜਾਣਗੇ ਜ਼ਿਆਦਾ। ਜਿਹੜੇ ਧਾਰਮਿਕ ਮੰਨਦੇ ਨਹੀਂ ਆਪਣੇ ਆਪ ਨੂੰ, ਉਹਨਾਂ ਨੂੰ ਮੂਰਖ ਕਿਹਾ ਹੋਇਆ ਜ਼ਰੂਰ ਹੈ। ਅਸੰਖ ਮੂਰਖੰਦ ਕੋਰ। ਜਿਹੜੇ ਨਹੀਂ ਮੰਨਦੇ ਉਹ ਵੀ ਮੂਰਖ ਨੇ, ਜਿਹੜੇ ਇਹਨਾਂ ਦੇ ਪਿੱਛੇ ਝੂਠ ਦੇ ਲਾਗੇ ਉਹ ਵੀ ਮੂਰਖ ਨੇ। ਮੂਰਖ ਦੋ ਹੀ ਨੇ, ਨਹੀਂ ਮੰਨਦੇ ਉਹ ਮੂਰਖ ਤਾਂ ਨੇ, ਉਹਨਾਂ ਨੇ ਆਪਣੀ ਖੋਜ ਕੀਤੀ ਸੁਣ ਕੇ। ਤੁਸੀਂ ਕਿਵੇਂ ਮੰਨ ਲਿਆ ਵੀ ਪਰਮੇਸ਼ਰ ਹੈ ਉਹ ਨਹੀਂ? ਫਿਰ ਤੁਸੀਂ ਕਿਵੇਂ ਕਹਿਤਾ ਵੀ ਅੱਖਾਂ ਨੂੰ ਦੀਦਾ? ਤੁਸੀਂ ਇਹ ਕਹੋ ਵੀ ਅੱਖਾਂ ਨੂੰ ਨਹੀਂ ਦੀਦਾ ਪਰਮੇਸ਼ਰ। ਜਦ ਤੁਸੀਂ ਕਹਿੰਦੇ ਹੋ ਸਾਨੂੰ ਨਾ ਦੇਖਣ ਵਾਲੇ ਦਰਸ਼ਨ ਕਰਾਓ, ਗੱਲ ਇਹ ਕਹਿਣੀ ਚਾਹੀਦੀ ਸੀ। ਤੁਸੀਂ ਉਲਟਾ ਕਹਿਤਾ ਜੇ ਇਹ ਰੱਬ ਹੈ ਤਾਂ ਮੈਂ ਵੀ ਰੱਬ। ਇਹ ਕਿੱਥੇ ਦਾ ਇਨਸਾਫ ਹੈ? ਇਹ ਤਾਂ ਮੂਰਖਤਾ ਹੀ ਹੈ। ਜੇ ਇਹ ਸੀ ਉਹ ਜਿਹੀ ਤੁਸੀਂ ਬਣ ਗਏ, ਐਂ ਚਲਾਈਆਂ ਵੀ ਤੁਸੀਂ ਕਿਹੜੇ ਇਹਨਾਂ ਨਾਲ ਚੰਗੇ ਹੋ। ਜੇ ਤਾਂ ਤੁਸੀਂ ਇਹ ਕਹਿੰਦੇ ਵੀ ਭਾਈ ਧਰਮ ਦਾ ਲਿਖਿਆ ਵੀ ਅੱਖਾਂ ਨੂੰ ਨਹੀਂ ਦੀਦਾ, ਸਾਨੂੰ ਨਾ ਦੇਖਣ ਵਾਲੇ ਦੇ ਦਰਸ਼ਨ ਕਰਾਓ, ਅਸੀਂ ਮੰਨ ਲਾਂਗੇ। ਜੇ ਨਹੀਂ ਕਰਾਉਂਦੇ ਤਾਂ ਅਸੀਂ ਨਹੀਂ ਮੰਨਦੇ। ਇਹ ਤਾਂ ਗੱਲ ਠੀਕ ਸੀ, ਤੁਸੀਂ ਤਾਂ ਆਪ ਬਣ ਗਏ। ਇਹ ਤਾਂ ਬਣੇ ਸੀ, ਤੁਸੀਂ ਵੀ ਬਣ ਗਏ। ਘੱਟ ਕੌਣ ਹੋਇਆ? ਤਾਂ ਤੁਸੀਂ ਕਿਹੜਾ ਚੰਗੇ ਹੋ? ਐ ਉਹਨਾਂ ਨੂੰ ਝੂਠੇ ਕਰਤਾ। ਇਹਨਾਂ ਦੀ ਤਾਂ ਅਸੀਂ ਨਿੰਦਿਆ ਹੀ ਕੀਤੀ ਹੈ, ਇਹਨਾਂ ਦੀ ਤਰਫਦਾਰੀ ਤਾਂ ਕਦੇ ਨਹੀਂ ਕੀਤੀ। ਕਿਹੜੇ ਧਰਮ ਦੀ ਤਰਫਦਾਰੀ ਕੀਤੀ ਹੈ ਗੁਰਮਤਿ ਨੇ? ਦੱਸਣ ਕਿੱਥੇ ਕੀਤੀ ਹੈ? ਸ਼ੁਰੂ ਤੋਂ ਲੈ ਕੇ ਪੜ੍ਹ ਲਓ ਸਾਰੀਆਂ, ਜਿੰਨੀ ਵਾਰ ਵੀ ਗੁਰਮਤਿ ਪੈਦਾ ਹੋਈ ਹੈ ਲਿਖਤਾਂ ਦੇ ਵਿੱਚ, ਹਰ ਵਾਰ ਇਹਨਾਂ ਦੀ ਨਿੰਦਿਆ ਕੀਤੀ ਹੈ ਸਾਰੇ ਧਰਮਾਂ ਦੀ, ਮਨਮਤਾਂ ਦੀ। ਰਾਖਸ਼ਾਂ ਤਾਂ ਨਿੰਦਿਆ ਹੀ ਨਹੀਂ ਕੀਤੀ ਅਸੀਂ, ਕਿ ਉਹਨਾਂ ਨੇ ਧਰਮ ਧਾਰਨ ਕਰਕੇ ਕੁਰਾਹੇ ਨਹੀਂ ਲੋਕਾਂ ਨੂੰ ਪਾਇਆ। ਨਕਲੀ ਧਰਮ ਨੂੰ ਅਪੋਜ਼ ਕੀਤਾ, ਖੋਜ ਨਹੀਂ ਕੀਤੀ, ਅਪੋਜ਼ ਕੀਤਾ। ਅਪੋਜ਼ ਕਰਨਾ ਹੋਰ ਗੱਲ ਹੈ, ਖਿਲਾਫਤ ਕਰਨੀ ਨਕਲੀ ਧਰਮ ਦੀ ਹੋਰ ਗੱਲ ਹੈ, ਖੋਜ ਕਰਕੇ ਸਹੀ ਦੱਸਣਾ ਹੋਰ ਗੱਲ ਹੈ। ਹਾਂਜੀ, ਦੁਰਗਾ ਸੋਹੇ ਆਈਆ ਰੋਹ ਵਢਾਇਕ। ਦੁਰਗਾ ਸੋਹੇ ਹਾਂ ਸਰਵਤ ਬੀਜ ਨੇ ਅਗਣਤ ਵਧਾਈਆਂ ਅਗਣਤ ਸੂਰਤਾਂ। ਯਾਨੀ ਜਿਹੜੇ ਵੀ ਸਵਾਲ ਦਿੱਤੇ, ਸਰਵਣਤ ਬੀਜ ਵਧਾਈਆਂ ਅਗਣਤ ਸੂਰਤਾਂ, ਜਿਹਨੇ ਵੀ ਜਵਾਬ ਦਿੱਤੇ ਉਹਦੇ ਨਾਲ ਹੋਰ ਸਵਾਲ ਉੱਠ ਖੜੇ ਬਹੁਤ ਸਾਰੇ। ਬਈ ਹੁਣ ਤੋਲੇ ਆਉਣ ਦਾ ਕੀ ਕਾਰਨ? ਫਿਰ ਤੁਸੀਂ ਤਾਂ ਖਿਲਾਫ ਸੀ ਇਹਨਾਂ ਦੇ, ਇਹਨਾਂ ਦੇ ਆਉਣ ਦਾ ਕੀ ਕਾਰਨ ਹੈ? ਇਹੀ ਕਾਰਨ ਦੋਵੇਂ ਭਾਸ਼ਾ ਦਾ ਕੀ ਕਾਰਨ ਸੀ ਦਿੱਲੀ ਜਾਣ ਦਾ? ਉਹਨਾਂ ਨੇ ਕਿਹਾ ਵੀ ਦੇਖੋ ਤੁਸੀਂ ਵੀ ਖਿਲਾਫ ਹੋ ਪੱਥਰ ਪੂਜਾ ਦੇ, ਅਸੀਂ ਵੀ ਖਿਲਾਫ ਹਾਂ, ਤੁਹਾਨੂੰ ਕੀ ਲੋੜ ਹੈ ਪੰਡਤਾਂ ਦੀ ਮਦਦ ਆਉਣ ਦੀ? ਉਹੀ ਜੀ ਪੋਜੀਸ਼ਨ ਹੈ ਹੋਈ। ਸ਼ਾਇਦ ਉਹੀ ਗੱਲ ਲਿਖ ਰਹੇ ਨੇ ਜਾਣ ਕੇ, ਅਸਲ ਦੇ ਵਿੱਚ ਛੁਪੀ ਹੋਈ ਗੱਲ ਇਹ ਹੈ। ਨੌਵੇਂ ਭਾਸ਼ਾ ਵਾਲੀ ਗੱਲ ਲਿਖ ਰਹੇ ਨੇ, ਵਿੱਚ ਲਪੇਟ ਕੇ ਦੇ ਰਹੇ ਨੇ ਤੁਹਾਨੂੰ। ਹੁਣ ਇੱਥੇ ਪੁੱਛੇ ਕੌਣ, ਸਮਝੇ ਕੌਣ? ਧਰਮ ਤਾਂ ਤੁਹਾਡਾ ਹੈ ਨਹੀਂ ਹਿੰਦੂ, ਜੰਜੂ ਤਿਲਕ ਤੁਸੀਂ ਤਾਂ ਪਾਉਂਦੇ ਨਹੀਂ। ਇਹਦੇ ਵਾਸਤੇ ਕਿਉਂ ਆ ਗਏ ਪੂਰੇ? ਕਿੰਨੇ ਸਵਾਲ ਖੜੇ ਹੋਣਗੇ ਇਸ ਗੱਲ ਤੇ? ਹਜ਼ਾਰਾਂ ਸਵਾਲ ਖੜੇ ਹੋ ਜਾਣਗੇ। ਉਹਨਾਂ ਨੂੰ ਭਰਮ ਹੈ ਇਸ ਗੱਲ ਦਾ। ਇਸ ਕਰਕੇ ਸਰਵਣਤ ਬੀਜ ਨੇ ਜਿਹੜਾ ਇਹ ਲੱਖਾਂ ਹੀ ਹੋਰ ਸਵਾਲ ਖੜੇ ਹੋ ਗਏ। ਵਧਾਈਆਂ ਅਗਣਤ ਸੂਰਤਾਂ, ਉਹਦੇ ਨਾਲ ਹੋਰ ਮਦਦਗਾਰ ਖੜੇ ਹੋ ਗਏ ਜਿਹੜੇ ਉਹਦੇ ਸਵਾਲ ਦਾ ਹਮੇ ਭਰਨ ਵਾਲੇ ਨੇ, ਹੋਰ ਉਹੋ ਜਿਹੇ ਸਵਾਲ ਕਰਨ ਵਾਲੇ ਨੇ। ਬਹੁਤ ਸਾਰੇ ਇਹੋ ਜਿਹੇ ਹੋਰ ਸਵਾਲ ਖੜੇ ਹੋ ਗਏ। ਦੁਰਗਾ ਸੋਹੇ ਆਈਆ ਰੋਹ ਵਢਾਇਕ। ਸਾਰਿਆਂ ਨੇ ਕਿਹਾ ਵੀ ਇਹ ਗੱਲ ਠੀਕ ਕਹਿੰਦੇ, ਤੁਹਾਨੂੰ ਕੀ ਲੋੜ ਹੈ ਹੁਣ ਦੀ? ਤੁਸੀਂ ਝੂਠਿਆਂ ਦੇ ਹੋ ਮਦਦਗਾਰ ਹੋ, ਫਿਰ ਤੁਸੀਂ ਧਰਮ ਨੂੰ ਬਚਾਉਣਾ ਚਾਹੁੰਦੇ ਹੋ। ਇਹ ਹੈ ਉਹ 100 ਗੱਲ ਕਹਿੰਦੇ।
ਹੁਣ ਇੱਕ ਗੱਲ ਹੈ ਰਹਿ ਜਾਂਦੀ ਹੈ ਜਵਾਬ ਸਿਰਫ ਵੀ ਭਾਈ ਇਹਨਾਂ ਨੇ ਤਾਂ ਧਰਮ ਨੂੰ ਮੰਨ ਲਿਆ ਐ ਬੈਠੇ ਨੇ ਪੁੱਛ ਲਓ ਇਹ ਕਹਿੰਦੇ ਨੇ ਅਸੀਂ ਉਹ ਛੱਡਤਾ ਹੁਣ ਤੁਸੀਂ ਛੱਡਣ ਨੂੰ ਤਿਆਰ ਹੋ ਵੀ ਰੱਬ ਗੁਰੂ ਨਹੀਂ ਹੁੰਦਾ ਪਰਮੇਸ਼ਰ ਨਹੀਂ ਹੁੰਦਾ ਬੰਦਾ ਪਰਮੇਸ਼ਰ ਨਹੀਂ ਹੁੰਦਾ ਇਹ ਮੰਨਣ ਨੂੰ ਤਿਆਰ ਹੋ ਇਹ ਤਾਂ ਮੰਨਦੇ ਨੇ ਪੁੱਛ ਲਓ ਬੈਠੇ ਨੇ ਇਹ ਮੰਨੇ ਨੇ ਤਾਂ ਨਹੀਂ ਇਹਨਾਂ ਨੂੰ ਕੁਝ ਕਹਿੰਦੇ ਇਹਨਾਂ ਨੇ ਉਹ ਛੱਡ ਦਿੱਤਾ ਜਿਹੜੀ ਗੱਲ ਛਡਾਉਂਦੇ ਤੇ ਛੱਡਤੀ ਇਹਨਾਂ ਨੇ ਹੁਣ ਇਹਨਾਂ ਨੂੰ ਕੀ ਕਹੀਏ ਬੈਠੇ ਨੇ ਗਵਾਹ ਤਾਂ ਹੀ ਨਾਲ ਬੈਠੇ ਨੇ ਨਾ ਬੈਠੇ ਨੂੰ ਪੁੱਛ ਲਓ ਵੀ ਜਿਹੜੀਆਂ ਗੱਲਾਂ ਪਿੱਛੇ ਕਹਿੰਦੇ ਹੁਣ ਕਹਿੰਦੇ ਨੇ ਕਿ ਨਹੀਂ ਹੁਣ ਤਾਂ ਕਹਿੰਦੇ ਨਹੀਂ ਫਿਰ ਥੋਤੇ ਤਾਂ ਹਟੇ ਨਹੀਂ ਕਹਿਣ ਤੇ ਹਟਾਏ ਤਾਂ ਮੈਂ ਉਹਨੇ ਲੜਾਈ ਨਾਲ ਤਾਂ ਹਟੇ ਨਹੀਂ ਲੜਦੇ ਰਹੋ ਹਜ਼ਾਰਾਂ ਸਾਲ ਲੜੀ ਜਾਓ ਲੜਾਈ ਨਾਲ ਮਸਲਾ ਨਹੀਂ ਹੱਲ ਹੁੰਦਾ ਮਸਲਾ ਹੁੰਦਾ ਗੱਲਬਾਤ ਨਾਲ ਗੱਲਬਾਤ ਹੋ ਰਹੀ ਹੈ ਲੜਾਈ ਮਿਟਾਉਣ ਵਾਸਤੇ ਗੱਲਬਾਤ ਦਾ ਹੀ ਮੇਜ਼ ਹੁੰਦੀ ਹੈ ਗੱਲਬਾਤ ਕਰੋ ਠੀਕ ਕੀ ਹੈ ਗਲਤ ਕੀ ਹੈ ਇਹ ਸਾਡੀ ਗੱਲਬਾਤ ਦੀ ਮੇਜ਼ ਤੇ ਬੈਠੇ ਨੇ ਟੇਬਲ ਟਾਕ ਦੀ ਮੇਜ਼ ਤੇ ਬੈਠੇ ਨੇ ਲੜਾਈ ਟੇਬਲ ਟਾਕ ਤੇ ਹੋ ਰਹੀ ਹੈ ਨਾ ਕਿ ਜੰਗ ਹੁੰਦੀ ਤਾਂ ਰਾਖਸ਼ਾਂ ਦੇਵਿਆਂ ਦੀ ਮੈਦਾਨ 'ਚ ਹੁੰਦੀ ਰਾਖਸ਼ਾਂ ਜੰਗ ਦਾ ਹੀ ਖਿੱਚ ਰਹੇ ਨੇ ਪਰ ਹੈ ਸ਼ਬਦਿਕ ਜੰਗ ਸ਼ਬਦਿਕ ਜੰਗ ਦੇ ਵਿੱਚ ਨਹੀਂ ਚੁਭੀਆਂ ਗੱਲਾਂ ਕਹਿੰਦੇ ਹੁੰਦੇ ਚੁਭੀਆਂ ਵੀ ਤਾਂ ਕਹਿੰਦੇ ਨੇ ਦੇਖੋ ਉੱਥੇ ਜੱਫੋ ਜੱਫੀ ਹੋਣ ਨੂੰ ਤਿਆਰ ਹੋ ਜਾਂਦੇ ਟੈਲੀਵਿਜ਼ਨ ਤੇ ਹਾਲਾਂਕਿ ਬਚ ਕੇ ਗੱਲ ਕਰਦੇ ਨੇ ਉੱਥੇ ਦੁਰਗਾ ਸੋਹੇ ਆਈਆ ਰੋਹ ਵਧਾਇਕ ਹੈ ਦੁਰਗਾ ਸੋਹੇ ਆਈਆ ਰੋਹ ਵਧਾਇਕ ਹੈ ਰੋਹ ਨਾਲ ਗੱਲ ਕੀਤੀ ਹੈ ਵੀ ਅਸੀਂ ਸੱਚੇ ਹਾਂ ਉਸ ਪੁਆਇੰਟ ਤੇ ਹੈ ਵੀ ਸੱਚੇ ਲੱਗਦੇ ਵੀ ਸੱਚੇ ਨੇ ਤੁਹਾਨੂੰ ਕੀ ਲੋੜ ਸੀ ਆਉਣ ਦੀ ਸਭਨੀ ਆਣ ਵਗਾਈਆਂ ਤੇਗਾਂ ਧੂਕ ਹੈ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਸੀਗੇ ਆਪਣੀ ਆਪਣੀ ਗੱਲ ਮਾਰੀ ਮੂੰਹ ਤੇ ਆਪਣੀ ਆਪਣੀ ਗੱਲ ਆਪਣਾ ਆਪਣਾ ਇਤਰਾਜ਼ ਕੀਤਾ ਇਤਰਾਜ਼ ਸੀ ਜਿਹੜੇ ਉਹਨਾਂ ਦੇ ਕੀਤੇ ਦੱਸੇ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੁਰਗਾ ਨੇ ਸਾਰੀਆਂ ਹੀ ਸਬਰ ਨਾਲ ਸੁਣ ਲਈਆਂ ਸਾਰੀਆਂ ਸੁਣ ਲਈਆਂ ਕਿਉਂਕਿ ਜਿਹੜੀ ਉਹ ਗੱਲ ਕਹਿ ਰਹੇ ਨੇ ਕਿਸੇ ਹੱਦ ਤੱਕ ਗੱਲ ਜਾਇਜ਼ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਮੰਨ ਗਏ ਆਹ ਪੱਖ ਨਹੀਂ ਉਹ ਦੇਖ ਰਹੇ ਵੀ ਉਹ ਤਾਂ ਭਾਈ ਹਥਿਆਰ ਸੜ ਤੇ ਲੜਾਈ ਲੜ ਨਹੀਂ ਰਹੇ ਜਿਹੜੇ ਕੰਮ ਆਪਾਂ ਛਡਾਉਂਦੇ ਉਹਨਾਂ ਨੇ ਤਾਂ ਛੱਡ ਦਿੱਤਾ ਹੁਣ ਤੁਸੀਂ ਦੱਸੋ ਕੀ ਕਰਨਾ ਬਸ ਇੱਕੋ ਹੀ ਪੁਆਇੰਟ ਹੈ ਦੇਵਤੇ ਜਿੰਨਾ ਚਿਰ ਮੰਨੇ ਨਹੀਂ ਉਹਨਾਂ ਚਿਰ ਜਾ ਕੇ ਮੈਦਾਨ 'ਚ ਉਹਨਾਂ ਦੀ ਮਦਦ ਨਹੀਂ ਕੀਤੀ ਇਹ ਮੈਂ ਨੌਵੇਂ ਭਾਸ਼ਾ ਨੇ ਜਦ ਮੰਨੇ ਨਹੀਂ ਪੰਡਤ ਜਿੰਨਾ ਚਿਰ ਉਹਨਾਂ 'ਚ ਦਖਲ ਨਹੀਂ ਦਿੱਤਾ ਗੁਰੂ ਘਰ ਨੇ ਜਦ ਆ ਕੇ ਮੰਨ ਗਏ ਅਸੀਂ ਸਿੱਖ ਹੋ ਗਏ ਤਾਂ ਉੱਥੇ ਗਏ ਨੇ ਇਹ ਉਹਨਾਂ ਨੇ ਕਿਹਾ ਵੀ ਉਹ ਤਾਂ ਭਾਈ ਸਿੱਖ ਹੋ ਗਏ ਹੁਣ ਉਹ ਗਾਹਾਂ ਨੂੰ ਨਹੀਂ ਕਰਦੇ ਮੂਰਤੀ ਪੂਜਾ ਛੱਡਤੀ ਉਹਨਾਂ ਨੇ ਮੈਂ ਤਾਂ ਆਇਆ ਹੁਣ ਜੇ ਛੱਡਤੀ ਮੂਰਤੀ ਪੂਜਾ ਫਿਰ ਖਤਰੇ ਦੀ ਘੰਟੀ ਹੈ ਦਿੱਲੀ ਦੀ ਸਰਕਾਰ ਵਾਸਤੇ ਜੇ ਸਾਰੇ ਹਿੰਦੂ ਸਿੱਖ ਹੋ ਜਾਂਦੇ ਸਰਕਾਰ ਗਈ ਸੀ ਉਹਨਾਂ ਦੀ ਫਿਰ ਸਰਕਾਰ ਨੇ ਕਿਹਾ ਵੀ ਇਹਨਾਂ ਨੂੰ ਤੋੜੀਏ ਫਿਰ ਉਹ ਸਾਰੇ ਅਨੰਦਪੁਰ ਸਾਹਿਬ ਵਾਲੇ ਜਿਹੜੇ ਆਏ ਸੀ ਨਾ ਪੰਡਤ ਸਾਰੇ ਤੋੜ ਲਏ ਕਿਰਪਾ ਰਾਮ ਤੇ ਬਿਨਾਂ ਵੀ ਅਸੀਂ ਤੁਹਾਡਾ ਧਰਮ ਨਹੀਂ ਬਦਲਦੇ ਤੁਸੀਂ ਗੁਰੂ ਨੂੰ ਛੱਡ ਦਿਓ ਹਿੰਦੂਏ ਰਹੋ ਉਹਨਾਂ ਨੇ ਆਪਣੀ ਹਕੂਮਤ ਬਚਾ ਲਈ ਉਹਨਾਂ ਦਾ ਧਰਮ ਬਚ ਗਿਆ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ ਦੋ ਧੜੇ ਜਦੇ ਹੀ ਕਰਦੇ ਕਿਰਪਾ ਰਾਮ ਵਿਚਾਰਾ ਜਿਹੜਾ ਮੋਹਰੀ ਸੀ ਗੱਲ ਕਰਨ ਵਾਲਾ ਉਹ ਸਿੱਖ ਰਹਿ ਗਿਆ ਬਾਕੀ ਪਿੱਛੇ ਮੁੜ ਗਏ ਫਿਰ ਗਏ ਉਹਨਾਂ ਨੇ ਕਿਹਾ ਆਪਾਂ ਨੂੰ ਕਿਹੜਾ ਸਰਕਾਰ ਕੁਝ ਕਹਿੰਦੀ ਕੀ ਲੋੜ ਪਈ ਹੈ ਸਿੱਖ ਬਣਨ ਦੀ ਆਪਾਂ ਨੂੰ ਅੰਦਰੋਂ ਨਹੀਂ ਸੀ ਚਾਹੁੰਦੇ ਡਰਦੇ ਹੀ ਬਣਦੇ ਤੇ ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੀ ਦੇਵੀ ਨੇ ਆਪ ਵੀ ਦਾਰਮਾਂ ਦੀਆਂ ਗੱਲਾਂ ਨੂੰ ਕੱਟਿਆ ਜਵਾਬ ਦਿੱਤਾ ਉਹਨਾਂ ਦਾ ਸਹੀ ਉੱਤਰ ਦਿੱਤਾ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੀ ਤਸੱਲੀ ਕਰਾਈ ਹਾਂ ਲੋਹੂ ਨਾਲ ਡੁਬਾਈਆਂ ਤੇਗਾਂ ਨੰਗੀਆਂ ਕਈ ਗੱਲਾਂ ਉਹਨਾਂ ਦੀਆਂ ਮੂਰਖਤਾ ਦੀਆਂ ਸੀ ਬੇਸਮਝੀ ਦੀਆਂ ਸੀ ਲੋਹੂ ਨਾਲ ਡੁਬਾਈਆਂ ਬੇਸਮਝੀ ਦੀਆਂ ਲਾਲਚ ਵਾਸੀਆਂ ਜਿਵੇਂ ਚੜਾਵਾ ਚੜਦਾ ਆ ਉਹ ਚੜਦਾ ਇਹੋ ਜਿਹੀਆਂ ਸੀ ਉਹ ਦੋਹਾਂ ਦੇ ਵਿੱਚ ਹੀ ਕਸੂਰ ਨੇ
ਉਹ ਰਾਜੇ ਕੋਲ ਕਿਹੜਾ ਨਹੀਂ ਹੁੰਦਾ ਚੜਾਵਾ, ਉਹ ਕਿਸੇ ਤਰੀਕੇ ਨਾਲ ਉਹ ਲੈ ਲੈਂਦਾ, ਕਿਸੇ ਤਰੀਕੇ ਨਾਲ ਉਹ ਲੈ ਲੈਂਦਾ। ਇਸ ਕਰਕੇ ਉਹ ਜਿਹੇ ਜਿਹੇ ਉਹਨਾਂ ਤੇ ਸੱਟ ਕਰਦੇ ਨੇ, ਉਹੀ ਜੀ ਕਹਿੰਦੇ ਭਾਈ ਇਹ ਤੁਹਾਡੇ 'ਚ ਵੀ ਹੈ ਨੁਕਸ। ਬੈਠੀ ਉਹ ਗੱਲ ਬਹੁਤ ਹੈ। ਦੁੱਧ ਧੋਤੇ ਹੋਏ ਤੁਸੀਂ ਵੀ ਨਹੀਂ ਹੈਗੇ। ਜੇ ਦੇਵਤੇ ਇਹੋ ਜਿਹੇ ਨੇ ਤੇ ਰਾਖਸ਼ ਵੀ ਦੁੱਧ ਧੋਤੇ ਨਹੀਂ ਹੋਣ। ਦੋ ਇੱਕੋ ਜਿਹੇ ਹੋ ਤੁਸੀਂ। ਇਹ ਗੱਲ ਪਿੰਚ ਕਰੀ ਉਹਨਾਂ ਨੂੰ। ਜਿਹੜਾ ਦੂਏ ਦੀ ਸ਼ਿਕਾਇਤ ਲਾਉਣ ਜਾਂਦਾ ਹੈ, ਜੇ ਉਹਦੇ ਤੇ ਵੀ ਉਹੀ ਇਲਜ਼ਾਮ ਥੱਪ ਕੇ ਭੇਜ ਦਈਏ, ਇਲਜ਼ਾਮ ਹੋਵੇ ਸੱਚਾ, ਉਹਨੂੰ ਦੁੱਖ ਜ਼ਿਆਦਾ ਹੁੰਦਾ। ਦੇਵਤੇ ਤਾਂ ਮੰਨੀ ਬੈਠੇ ਨੇ ਵੀ ਅਸੀਂ ਕਸੂਰਵਾਰ, ਉਹਨੂੰ ਤਾਂ ਦੁੱਖ ਹੈ ਨਹੀਂ। ਲੋਹੂ ਨਾਲ ਡਵਾਈਆਂ ਤੇਗਾ ਨੰਗੀਆਂ, ਸਾਰ ਸੁੱਤੀ ਜਨ ਨਹਾਈਆਂ ਮਿਲ ਕੇ ਦੇਵੀਆਂ। ਇਹ ਸਮਝ ਲਓ ਦੇਵੀਆਂ ਮਿਲ ਕੇ ਸਰਸਤੀ ਦੇ ਵਿੱਚ ਇਸ਼ਨਾਨ ਕੀਤਾ। ਦੇਵੀਆਂ, ਦੇਵੀ ਕੌਣ? ਜਿਹੜੀ ਬੁੱਧ ਨਿਰਮਲ ਹੋਣ ਜਾ ਰਹੀ ਹੈ ਉਹ ਦੇਵੀ ਹੈ। ਜਿਹੜੀ ਬੁੱਧ ਨਿਰਮਲ ਹੋਣ ਵਾਸਤੇ ਇਸ਼ਨਾਨ ਕਰਦੀ ਹੈ ਨਾ, ਨਾਮ 'ਚ ਸਿੱਖਿਆ ਲੈ ਰਹੀ ਹੈ ਨਿਰਮਲ ਹੋਣ ਵਾਸਤੇ, ਉਹ ਦੇਵੀ ਹੈ। ਜੇ ਗਿਆਨ ਦਾ ਮਿਸਯੂਜ਼ ਕਰਨ ਵਾਸਤੇ ਕਰ ਰਹੀ ਹੈ ਫਿਰ ਉਹ ਕੁਬੁੱਧ ਹੈ, ਫਿਰ ਕੁਬੁੱਧ ਬਣ ਜਾਂਦੀ ਹੈ, ਫਿਰ ਦੇਵੀ ਨਹੀਂ ਰਹਿੰਦੀ। ਉਹ ਫਿਰ ਉਹ ਡੈਣ ਵੀ ਕਹਿੰਦੇ ਨੇ ਉਹਨੂੰ। ਸਰਪਣੀ ਹੋ ਕੇ ਉਤਰੇ ਜਾਏ ਆਪਣੇ ਖਾਏ, ਫਿਰ ਉਹਦੇ ਹੋਰ ਨਾਂ ਨੇ ਕੁਬੁੱਧ ਦੇ। ਸਾਲ ਸੁੱਤੀ ਜਨ ਨਹਾਈਆਂ ਮਿਲ ਕੇ ਦੇਵੀਆਂ, ਸਭੇ ਮਾਰ ਗਰਾਈਆਂ ਅੰਦਰ ਖੇਤ ਦੇ। ਬਸ ਸਾਰੀਆਂ ਮਾਰ ਕੇ ਸੜ ਦਿੱਤੀਆਂ ਖੇਤ ਦੇ ਵਿੱਚ, ਸਾਰਿਆਂ ਨੂੰ। ਸਾਰਿਆਂ ਦੀ ਉਹ ਹੱਥ ਖੜੇ ਹੋ ਗਏ। ਉਹਨਾਂ ਨੇ ਸਾਰਿਆਂ ਨੇ ਬੋਲ ਲਿਆ ਇਹ ਵਿਚਾਰਧਾਰਾ ਠੀਕ ਹੈ, ਹਾਰ ਮੰਨ ਲਈ। ਮਾਰ ਦੇਣਾ, ਹਾਰ ਮੰਨ ਲੈਣੀ ਉਹਨੇ। ਹਾਂਜੀ। ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾਂ। ਪਰ ਫਿਰ ਥੋੜੀ ਦੇਰ ਬਾਅਦ ਇਹ ਤਾਂ ਗੱਲ ਪੁਆਇੰਟ ਮੰਨ ਲੈ, ਨਵੇਂ ਸਵਾਲ ਫਿਰ ਲੈ ਕੇ ਖੜੇ ਹੋ ਗਏ। ਕਿਉਂਕਿ ਜਦੋਂ ਭਰਮ ਦਾ ਨਾ ਸੁਣੋ ਹੁੰਦਾ, ਸਵਾਲ ਹੋ ਹੀ ਜਾਂਦੇ। ਇੱਕ ਸਵਾਲ ਦਾ ਜਵਾਬ ਹੋ ਜਾਂਦਾ, ਉਹ ਸਵਾਲ ਤੇ ਆ ਕੇ ਸੈਟਿਸਫੈਕਸ਼ਨ ਹੋ ਗਈ, ਨਵੇਂ ਸਵਾਲ ਹੋਰ ਲੈ ਕੇ ਆ ਗਏ। ਭਰਮ ਦੀ ਦੁਨੀਆ 'ਚ ਸਵਾਲ ਵਧੀ ਜਾਂਦੇ ਹੁੰਦੇ ਨੇ। ਸਵਾਲ ਨਿਕਲੇ, ਜਿੰਨਾ ਚਿਰ ਇੱਕ ਦਾ ਦਰਸ਼ਨ ਹੋ ਨਾ ਜਾਵੇ ਸਵਾਲ ਨਿਕਲ ਹੀ ਜਾਣੇ ਨੇ। ਸਵਾਲ ਵੀ ਇੱਕ ਸਵਾਲ ਦਾ ਹੱਲ ਹੈ 10 ਹੋਰ ਪੈਦਾ ਹੁੰਦੇ ਨੇ। ਇਵੇਂ ਹੀ ਜੇ ਦੇਵੀ ਦੇ ਜਿਹੜੇ ਤਰਕ ਨੇ, ਜੇ ਤਰਕ ਨੇ ਜਿਹੜੇ ਗੁਰਬਾਣੀ ਦੇ, ਇਸੇ ਕਰਕੇ ਹੈ ਇੱਕ ਦੇ ਉੱਤੋਂ ਇੱਕ ਤੀਰ ਤੋਂ ਗਾਹਾਂ 10 ਬਣ ਜਾਂਦੇ ਨੇ। ਇਹ ਸਵਈਆ ਆਉਂਦਾ ਚੰਡੀ ਚਰਿੱਤਰ ਦੇ ਵਿੱਚ। ਤਿੱਦੋਂ ਫਿਰ ਸਵਾਈਆਂ ਹੋਈਆਂ ਸੂਰਤਾਂ, ਇੱਥੇ ਤਾਂ ਲਿਖਤਾ ਸਨ, ਇੱਥੇ ਤਾਂ ਇਹੀ ਲਿਖਿਆ ਨਾ। ਕਿਵੇਂ ਹੋ ਜਾਂਦੀਆਂ? ਉੱਥੇ ਲਿਖਿਆ ਕਿ ਜਿਹੜਾ ਤੀਰ ਇੱਕ ਦੇ ਵੀ ਚਲਾਉਂਦੀ ਹੈ ਨਾ, ਉਹਦੇ 'ਚ 11 ਜਵਾਬ ਹੁੰਦੇ ਨੇ। 11 ਸਵਾਲ ਉਹ ਤੋਂ ਗਾਹਾਂ ਪੈਦਾ ਹੋਣੇ ਵਾਲਿਆਂ ਦਾ ਜਵਾਬ ਉਹਦੇ ਵਿੱਚ ਹੁੰਦਾ। ਚੰਡ ਕੁਬੰਡ ਤੇ ਬਾਣ ਚੱਲੇ। ਕੁਬੰਡ ਹੁੰਦਾ ਤਨਕ, ਜਿਹੜਾ ਵੀ ਚੰਡੀ ਦੇ ਤਨਕ ਤੋਂ ਤੀਰ ਚੱਲਦਾ ਹੈ। ਇੱਕ ਤੇ 10 100 ਤੇ ਸਾਂਸਰ ਹੋਏ ਵਾਢੇ, ਇੱਕ ਤੇ 10 ਪੈਦਾ ਹੋ ਜਾਂਦੇ ਤੀਰ, ਗਾਂ ਜਾ ਕੇ 10 ਤੋਂ 100 ਹੋ ਜਾਂਦਾ। ਇਸ ਤਰੀਕੇ ਨਾਲ ਵਾਧਾ ਹੁੰਦਾ ਚਲਾ ਜਾਂਦਾ। ਗੁਰਬਾਣੀ ਇੱਕ ਤੋਂ ਸ਼ੁਰੂ ਹੋਈ ਹੈ, ਇੱਕ ਤੋਂ ਸ਼ੁਰੂ ਹੋਈ ਹੈ ਨਾ। ਗਾਹਾਂ ਕੀ ਹੋ ਗਏ? ਗੁਰਪ੍ਰਸਾਦ ਤੇ 10 ਹੋ ਗਏ। ਗੁਰਪ੍ਰਸਾਦ ਤੇ, ਗੁਰ ਔਰ ਪ੍ਰਸਾਦ ਤੇ 10 ਹੋ ਗਏ। ਗਾਹਾਂ ਜਾ ਕੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਵੈਭੰ ਗੁਰ ਪ੍ਰਸਾਦ। ਗੁਰ ਆਡਾ, ਪ੍ਰਸਾਦ ਆਡਾ, 10 ਹੋ ਗਏ। ਇਹ ਤਾਂ ਗਾਹਾਂ ਜਾਂ ਵਿਆਖਿਆ ਹੋਣ ਲੱਗਣੀ ਹੈ। ਇੱਕ ਦੇ ਮੂਹਰੇ 10-10 ਹੋਰ ਲੱਗੀ ਜਾਣ, ਉਹਦੇ ਮੂਹਰੇ 10-10। ਇੰਨਾ ਫੈਲਾਓ ਗੁਰਬਾਣੀ ਦਾ ਤਾਂ ਹੋ ਗਿਆ। ਤਾਂ ਸਾਰੇ ਭਰਮ ਦਾ ਨਾਸ ਹੋਇਆ। ਭਰਮ ਦਾ ਨਾਸ ਐਵੇਂ ਨਹੀਂ ਹੁੰਦਾ, ਕਿਉਂਕਿ ਉਧਰ ਸਵਾਲ ਵੱਧਦੇ ਨੇ, ਉਧਰ ਜਵਾਬ ਵੀ ਵੱਧਦੇ ਨੇ। ਜੇ ਨਿਰਵੈਰ ਹੋਊਗਾ
ਤਾਂ ਨਿਰਭਉ ਵੀ ਹੋ ਜਾਊਗਾ ਆਪੇ। ਜਿਹਦਾ ਕੋਈ ਦੁਸ਼ਮਣ ਹੈ ਉਹਨੂੰ ਡਰ ਹੈ, ਜਿਹਦਾ ਦੁਸ਼ਮਣ ਕੋਈ ਨਹੀਂ ਉਹਨੂੰ ਡਰ ਕੋਈ ਨਹੀਂ। ਜਿਹਦਾ ਦੁਸ਼ਮਣ ਕੋਈ ਨਹੀਂ ਹੈ ਉਹਦਾ ਡਰ ਕੋਈ ਨਹੀਂ। ਦੁਸ਼ਮਣ ਕੋਈ ਵੀ ਕਿਸੇ ਦਾ ਹੋਵੇ ਉਹਨੂੰ ਡਰ ਹੁੰਦਾ। ਜੇ ਚੂਹੇ ਦਾ ਦੁਸ਼ਮਣ ਹੈ ਕੋਈ, ਚੂਹਾ ਡਰ ਹੈ, ਬਾਹਰ ਰਾਤ ਨੂੰ ਬਾਹਰ ਨਹੀਂ ਸੌਂਦਾ, ਖੱਡ 'ਚ ਵੜ ਕੇ ਸੌਂਦਾ, ਡਰ ਹੈ। ਬਿੱਲੀ ਦਾ ਡਰ ਹੈ ਉਹਨੂੰ, ਕੁੱਤੇ ਦਾ ਡਰ ਹੈ ਉਹਨੂੰ, ਬੰਦੇ ਦਾ ਡਰ ਹੈ ਉਹਨੂੰ। ਆਦਮੀ ਨੂੰ ਡਰ ਹੈ, ਜਿਹਨੂੰ ਡਰ ਹੈ ਦੁਸ਼ਮਣ ਨੇ ਉਹ ਚੌਕਸ ਸਹੂ ਹੈ ਤਾਂ ਚੌਕਸ ਸਹੂ, ਇਹ ਆਪਣਾ ਇੰਤਜ਼ਾਮ ਕਰਕੇ ਸਹੂ। ਬਸ ਐਵੇਂ ਹੀ ਹੈ। ਜਾਨਵਰਾਂ ਨੂੰ ਡਰ ਜ਼ਿਆਦਾ ਆਦਮੀ ਨੂੰ, ਆਦਮੀ ਤੋਂ ਡਰਦੇ ਨੇ ਜ਼ਿਆਦਾ ਜਾਨਵਰ। ਜਿਹਨਾਂ ਆਦਮੀ ਨੂੰ ਡਰ ਹੈ ਉਹ ਵੀ ਕਿਲਿਆਂ 'ਚ ਬਣਾ ਕੇ ਰਹਿੰਦੇ ਨੇ। ਜਿਹਨਾਂ ਆਦਮੀ ਨੂੰ ਜ਼ਿਆਦਾ ਡਰ ਹੈ ਸਿਕਿਉਰਿਟੀ ਗਾਰਡ ਨੇ, ਉਹਨਾਂ ਦੇ ਦੁਸ਼ਮਣ ਜ਼ਿਆਦਾ ਨੇ। ਰਾਜਿਆਂ ਦੇ ਦੁਸ਼ਮਣ ਜ਼ਿਆਦਾ ਨੇ, ਜੱਜਾਂ ਦੇ ਦੁਸ਼ਮਣ ਜ਼ਿਆਦਾ ਨੇ। ਖਬਰਾਂ ਕਿਹਨੂੰ ਸਜ਼ਾ ਕਰਨੀ ਪੈਣੀ ਹੈ, ਕਿਹਦੀ ਸਿਫਾਰਿਸ਼ ਹੈਗੀ ਨਹੀਂ ਬੰਦੀ। ਜਿੰਨਾ ਵੱਧਦਾ ਚਲਿਆ ਜਾਂਦਾ ਉਹਨਾਂ ਡਰ ਵੀ ਵੱਧਦਾ ਚਲੋ, ਦੁਸ਼ਮਣੀ ਵੀ ਵੱਧਦੀ ਚਲੀ ਜਾਂਦੀ। ਸੰਸਾਰੀ ਰਾਜ ਵਿੱਚ ਦੁਸ਼ਮਣੀ ਵੱਧਦੀ ਹੈ। ਇਸ ਕਰਕੇ ਜਿਹੜੇ ਭਗਤ ਸੰਸਾਰੀ ਰਾਜ ਵੱਲ ਜਾਂਦੇ ਦੁਸ਼ਮਣੀ ਵਧਾਉਂਦਾ ਹੈ। ਨਿਰਵੈਰ ਨਹੀਂ ਹੋ ਸਕਦਾ, ਨਿਰਭਉ ਨਹੀਂ ਹੋ ਸਕਦਾ ਸੰਸਾਰੀ ਰਾਜ। ਸੰਸਾਰੀ ਰਾਜ ਨਿਰਵੈਰ ਤਾਂ ਹੋ ਸਕਦਾ ਜੇ ਹੁਕਮ ਬਣਾਵੇ ਸਾਰਿਆਂ ਨੂੰ, ਇੰਨੀ ਸ਼ਕਤੀ ਹੋਵੇ ਕੋਲ, ਪਬਲਿਕ ਨਾਲ ਹੋਵੇ। ਜੇ ਪਬਲਿਕ ਵਿਰੋਧ 'ਚ ਹੋਵੇ, ਪਬਲਿਕ ਵਿਰੋਧ 'ਚ ਸੱਚ ਦੇ, ਇਨਸਾਫ ਔਰ ਹੱਕ ਹਰੇਕ ਭਾਲਦਾ ਹੈ ਤੇ ਹੱਕ ਇਨਸਾਫ ਦੂਏ ਨੂੰ ਦੇਣ ਨੂੰ ਕੋਈ ਤਿਆਰ ਨਹੀਂ। ਆਪ ਤੇ ਥੱਲੇ ਵਾਲੇ ਨੂੰ ਹੱਕ ਦੇਣ ਨੂੰ ਤਿਆਰ ਨਹੀਂ। ਜਿੱਥੋਂ ਆਪ ਤਕੜਾ ਉੱਥੇ ਇਨਸਾਫ ਕਰਨ ਨੂੰ ਤਿਆਰ ਨਹੀਂ। ਆਹ ਮੰਗਦਾ ਕਾਰਨ ਸੰਸਾਰ ਦੇ ਵਿੱਚ ਦੁੱਖਾਂ ਦਾ, ਆਪ ਦੇਣ ਨੂੰ ਤਿਆਰ ਨਹੀਂ ਕਿਸੇ ਨੂੰ ਹੱਕ, ਆਪਣੇ ਮੰਗਦਾ। ਜਿੱਥੇ ਆਪ ਤਕੜਾ ਨਾ ਉਹਨੂੰ ਦਬਾ ਕੇ ਰੱਖਣਾ ਚਾਹੁੰਦਾ। ਜਿੱਥੇ ਆਪ ਕਮਜ਼ੋਰ ਹੈ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਬਰਾਬਰ ਨਹੀਂ ਸਮਝਦੇ, ਤੂੰ ਆਪਣੇ ਥੱਲੇ ਵਾਲਿਆਂ ਨੂੰ ਕਿਉਂ ਨਹੀਂ ਸਮਝਦਾ ਬਰਾਬਰ। ਇਹ ਜਿਹੜਾ ਹੈ ਨੁਕਸ ਸੰਸਾਰ ਦੇ ਲੋਕਾਂ 'ਚ, ਇਹ ਦੁੱਖਾਂ ਦਾ ਕਾਰਨ। ਹਾਂਜੀ। ਪੌੜੀ ਸੂਰੀ ਸੰਗਰ ਰਚਿਆ, ਢੋਲ ਸੰਖ ਨਗਾਰੇ ਵਾਇਕੇ। ਹੁਣ ਇਹੀ ਤਰੀਕਾ ਹੋ ਜਾਂਦਾ ਜਿੰਨੇ ਸਵਾਲ ਪੈਦਾ ਹੁੰਦੇ ਨੇ, ਆਖਰ ਵਧੀ ਜਾਂਦੇ ਨੇ ਸਵਾਲ, ਵਧੀ ਜਾਂਦੇ ਨੇ। ਦੁਨਿਆਵੀ ਲੈਵਲ ਦੇ ਉੱਤੇ ਸਵਾਲ ਵਧੀ ਜਾਣਗੇ, ਬਹਿਰ ਵਿਰੋਧ ਕਰਕੇ ਵਧੀ ਜਾਣਗੇ। ਉਹ ਲੋਕ ਵੀ ਸੰਸਾਰੀ ਨੇ, ਦੇਵਤੇ ਰਿਸ਼ੀ ਮੁਨੀ ਵੀ ਸੰਸਾਰੀ ਨੇ। ਕਿਹੜੀ ਗੱਲ ਦਾ ਉਹਨਾਂ ਦੀ ਦਾ ਜਵਾਬ ਦੇਵੇ, ਸਾਰੀਆਂ ਗੱਲਾਂ ਜਦ ਗਲਤ ਨੇ। ਕੀ ਕਿਸੇ ਨੂੰ ਸ਼ਰਾਪ ਦਿੱਤਾ ਜਾ ਸਕਦਾ? ਨਹੀਂ ਦਿੱਤਾ ਜਾ ਸਕਦਾ। ਫਿਰ ਰਿਸ਼ੀ ਮੁਨੀ ਤਾਂ ਸ਼ਰਾਪ ਦਿੰਦੇ ਨੇ, ਝੂਠੇ ਨੇ। ਕੀ ਧਲਕ ਵਿੱਚੋਂ ਕੋਈ ਨਿਕਲ ਸਕਦਾ? ਕੀ ਐ ਹੋ ਸਕਦਾ? ਜਿੰਨਾ ਕੁਝ ਲਿਖਿਆ ਹੈ ਸਾਰੇ ਸ਼ਾਸਤਰ ਸਿਮਰਤ ਝੂਠ ਸਾਬਤ ਕਰਨੇ ਮੰਨਣੇ ਪੈਣੇ ਨੇ ਜੇ ਸੱਚ ਵੱਲ ਜਾਣਾ। ਉਹਦਾ ਤਰਕ ਦਿੰਦੇ ਨੇ ਸਿਮਰਤ ਸ਼ਾਸਤਰ ਤੇ ਆਪ ਖਿਲਾਫ ਨੇ। ਹੁਣ ਜਦ ਜ਼ਿਆਦਾ ਕੰਮ ਰੌਲੀ ਪੈ ਗਈ ਸਵਾਲਾਂ ਦੀ, ਫਿਰ ਖਾਤਮਾ ਕਰਨ ਨੂੰ ਬਾਕੀ ਸਵਾਲਾਂ ਦਾ। ਸੂਰੀ ਸੰਗਰ ਰਚਿਆ, ਢੋਲ ਸੰਖ ਨਗਾਰੇ ਵਾਇਕ ਹੈ। ਉਹਨੂੰ ਸਾਰਿਆਂ ਨੂੰ ਕਹਿੰਦਾ ਵੀ ਚੁੱਪ ਕਰ ਜਾਓ ਭਾਈ, ਰੌਲਾ ਨਾ ਪਾਓ, ਇੱਕ ਗੱਲ ਸੁਣ ਲਓ ਅਖੀਰਲੀ। ਚੰਡ ਚਤਾਰੀ ਕਾਲਕਾ ਮਨ ਬਾਹਲਾ ਰੋਸ ਵਢਾਇਕ ਹੈ। ਚੰਡ ਚਤਾਰੀ ਕਾਲਕਾ ਪ੍ਰਚੰਡ ਰੂਪ ਧਾਰਨ ਕਰ ਲਿਆ, ਬ੍ਰਹਮ ਗਿਆਨ ਤੇ ਆ ਗਏ। ਉਹ ਕਹਿੰਦੇ ਗੱਲਾਂ ਸੰਸਾਰੀ ਨੇ, ਦੁਨਿਆਵੀ ਗੱਲਾਂ ਨੇ। ਸਾਡਾ ਧਰਮ ਦੁਨਿਆਵੀ ਹੈ ਉਹ ਨਹੀਂ। ਜੋ ਅਸੀਂ ਕਹਿ ਰਹੇ ਹਾਂ ਦੁਨਿਆਵੀ ਗੱਲ ਨਹੀਂ ਹੈ। ਤੁਸੀਂ ਵੀ ਦੁਨਿਆਵੀ ਹੋ, ਉਹ ਵੀ ਦੁਨਿਆਵੀ ਨੇ। ਇਹ ਉਹਨਾਂ ਨਾਲ ਤੁਹਾਡੀਆਂ ਗੱਲਾਂ ਠੀਕ ਸੀ, ਸਾਡੇ ਨਾਲ ਹੁਣ ਠੀਕ ਨਹੀਂ ਹੈ। ਇੱਥੇ ਸਿਮਰਤ ਸ਼ਾਸਤਰ ਦੀ ਗੱਲ ਕਰਨੀ ਠੀਕ ਨਹੀਂ, ਜਦ ਅਸੀਂ ਹੀ ਖਿਲਾਫ ਆਪ ਖਿਲਾਫ ਵਾਲੇ ਦੀ ਗੱਲ ਕਰਨ ਦਾ ਲਾਭ ਕੀ ਹੈ? ਇਹ ਦੱਸੋ। ਛੱਡੋ ਇਹਨੂੰ, ਤੁਸੀਂ ਕੰਮ ਦੀ ਗੱਲ ਕਰੋ, ਅਕਲ ਦੀ ਗੱਲ ਕਰੋ। ਜੋ ਚੀਜ਼ ਤੁਸੀਂ ਵੀ ਗਲਤ ਕਹਿ ਰਹੇ ਹੋ, ਅਸੀਂ ਵੀ ਕਹਿੰਦੇ, ਬਾਰ-ਬਾਰ ਉਹਦਾ ਰਿਪੀਟ ਕਰਨਾ ਨਿਕਲੂ ਕੀ ਉਹ ਚੋਂ?
ਦੱਸੋ ਕੀ ਨਿਕਲੂ ਉਹ ਚੋਂ? ਇਹ ਸਵਾਲ ਨਹੀਂ ਹੈ ਕੋਈ, ਇਹ ਪਾਗਲਾਂ ਨੇ ਸਵਾਲ ਨਹੀਂ ਕਰਨੇ ਹੈਗੇ, ਇਹਨਾਂ ਨੂੰ ਬੰਦ ਕਰੋ। ਚੰਡ ਚਿਤਾਰੀ ਕਾਲਕਾ ਮਨ ਬਾਹਲਾ ਰੋਸ ਵਢਾਇਕ ਹੈ। ਮਨ ਬਾਹਲਾ ਰੋਸ ਵਢਾਇਕ ਹੈ। ਰੋਸ ਕਰਕੇ ਐਵੇਂ ਟਾਈਮ ਵੇਸਟ ਕਰਦੇ ਹੋ। ਕੋਈ ਅਕਲ ਦੀ ਗੱਲ ਕਰੋ। ਅਕਲ ਦੀ ਗੱਲ ਹੈ ਕਿਸੇ ਕੋ ਬੋਲੋ, ਨਹੀਂ ਚੁੱਪ ਕਰਕੇ ਬਹਿ ਜਾਓ ਸਾਰੇ। ਬੇਅਕਲੀਆਂ ਗੱਲਾਂ ਦਾ ਕੀ ਫਾਇਦਾ? ਬੇਸਰ ਪੈਰ ਦੀਆਂ ਜਿਨ੍ਹਾਂ ਗੱਲਾਂ ਨੂੰ ਤੁਸੀਂ ਨਹੀਂ ਮੰਨਦੇ, ਅਸੀਂ ਨਹੀਂ ਮੰਨਦੇ, ਉਹ ਆਪਾਂ ਚਰਚਾ 'ਚ ਕਿਉਂ ਲਿਆਈਏ? ਜੇ ਉਹ ਗਲਤ ਮੰਨੇ ਨੇ, ਸਭ ਕੁਝ ਗਲਤ ਹੈ, ਤਾਂ ਬੈਠੇ ਨੇ ਟਿਕ ਕੇ। ਤੁਸੀਂ ਬੈਠਣਾ ਕਿ ਨਹੀਂ ਬੈਠਣਾ? ਤੁਸੀਂ ਦੱਸੋ ਤੁਹਾਡੇ ਕੋਲ ਕੀ ਹੈ, ਆਧਾਰ ਕੀ ਹੈ? ਤੁਸੀਂ ਆਪਣਾ ਜਵਾਬ ਦਿਓ ਵੀ ਆਦਮੀ ਪਰਮਾਤਮਾ ਹੁੰਦਾ ਹੈ। ਤੁਸੀਂ ਜਿਹੜੇ ਬਣੇ ਹੋਏ ਹੋ, ਤੁਹਾਡਾ ਆਧਾਰ ਕੀ ਹੈ? ਆਪਣੀ ਗੱਲ ਕਰੋ, ਤੁਸੀਂ ਇਹਨਾਂ ਦੀ ਛੱਡੋ। ਇਹ ਤਾਂ ਮੰਨ ਕਿ ਫਰਾਡ ਕੀਤਾ, ਜੋ ਕੁਝ ਕੀਤਾ ਸੀ ਗਲਤ ਕੀਤਾ। ਤੁਸੀਂ ਦੱਸੋ, ਆਪਣਾ ਹੀ ਗੱਲ ਕਰੋ ਹੁਣ। ਤੁਸੀਂ ਇਹਨਾਂ ਦੀ ਨਾ ਕਰੋ, ਇਹ ਸਾਡੀ ਕਰੋ। ਸਾਡੇ 'ਚ ਕੀ ਗਲਤੀ, ਆਪਣੀ ਕਰੋ। ਜਿਹੜਾ ਆਦਮੀ ਹਾਰ ਖਾ ਗਿਆ, ਹਥਿਆਰ ਸੱਟ ਗਿਆ, ਲੜਾਈ ਕਰਦਾ ਹੀ ਨਹੀਂ, ਉਹਦੀ ਗੱਲ ਕੀ ਕਰਨੀ? ਪਿੱਛੇ ਕੀ ਕਰਦਾ ਸੀ, ਸਾਨੂੰ ਕੀ ਲੱਗੇ, ਤੁਹਾਨੂੰ ਕੀ ਲੱਗੇ? ਤੁਸੀਂ ਦੱਸੋ। ਅਸੀਂ ਉਹਦੀ ਮਦਦ ਤੇ ਕੋਈ ਨਹੀਂ। ਉਹ ਬਿਨਾਂ ਲੜਾਈ ਹਾਰ ਮੰਨੇ ਨੇ। ਥੋਤੋਂ ਡਰਦੇ ਆਏ ਨੇ ਸਾਡੇ ਕੋਲ ਵੀ, ਅਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਤੁਸੀਂ ਉਹਨਾਂ ਨੂੰ ਹੁਣ, ਤੁਸੀਂ ਸਾਡਾ ਜਿਹੜਾ ਧਰਮ ਹੈ, ਤੁਹਾਡੇ ਵਾਲਾ ਜਿਹੜਾ ਧਰਮ ਹੈ, ਅਸੀਂ ਸੁਧਰ ਜਾਂਦੇ ਹਾਂ। ਤੁਸੀਂ ਕਹਿੰਦੇ ਰਹੇ ਅਸੀਂ ਸੁਧਰੇ ਨਹੀਂ, ਗੁਰਬਾਣੀ ਕਹਿੰਦੀ ਰਹੀ ਸਿੱਖ ਸੁਧਰੇ ਨਹੀਂ। ਤੇ ਜਦੋਂ ਫਿਰ ਹੋਰ ਆ ਗਏ, ਤਰਕਸ਼ੀਲ ਆ ਗਏ, ਜਵਾਬ ਹੈ ਨਹੀਂ। ਕਿਤੇ ਛੁਪਣ ਨੂੰ ਥਾਂ ਜਦੋਂ ਇਹਨਾਂ ਨੂੰ ਸਿਰ ਲਗਾਉਣ ਨੂੰ ਨਹੀਂ ਮਿਲੂ, ਫਿਰ ਆ ਜਾਣਗੇ ਵੀ ਭਾਈ ਜਿਹੜਾ ਕੋਈ ਹੁਣ ਲੱਭੋ, ਜੇ ਕੋਈ ਜਾਣਦਾ ਗੁਰਬਾਣੀ, ਗੁਰਬਾਣੀ ਉਹ ਬਚਾਊਗੀ, ਗੁਰੂ ਇਹ ਬਚਾਊਗਾ, ਹੋਰ ਤਾਂ ਕਿਸੇ ਨੇ ਬਚਾਉਣਾ ਨਹੀਂ। ਗੁਰੂ ਬਿਨਾਂ ਕਿਤੇ ਸਿਰ ਛਪਾਉਣ ਨੂੰ ਜਗ੍ਹਾ ਇਹਨਾਂ ਨੂੰ ਮਿਲਣੀ ਹੋਈ ਨਹੀਂ ਹੈ, ਜਿਹੜੇ ਗੁਰੂ ਨੂੰ ਛੱਡੀ ਫਿਰਦੇ ਨੇ। ਜੇ ਤਾਂ ਕਹਾਉਣਾ ਸਿੱਖ ਤਾਂ ਦਾ ਛੱਡ ਹੋਣਾ ਪਊ ਗੁਰਬਾਣੀ ਦੀ। ਹੁਣ ਕਰਿਆ ਹੈ ਫਰਾਡ, ਨਾ ਗੁਰਬਾਣੀ ਦਾ ਛੱਡ ਆਪਣੀ ਹੈ ਮਰਜੀ ਸਾਡੀ ਚੱਲਦੀ ਹੈ। ਅਕਾਲ ਤਖਤ ਦਾ ਗੁਰਬਾਣੀ ਦਾ ਨਾਂ ਹੈ, ਗੁਰਬਾਣੀ ਦੇ ਗੁਰੂ ਦਾ ਤਾਂ ਨਾਂ ਵਰਤਦੇ ਨੇ, ਮਰਜੀ ਆਪਣੀ ਚਲਾਉਂਦੇ ਨੇ। ਸਭ ਨੂੰ ਪਤਾ ਮਰਜੀ ਆਪਣੀ ਚਲਾਉਂਦੇ ਨੇ। ਜਦੋਂ ਬਾਦਲ ਦੇ ਖਿਲਾਫ ਐਕਸ਼ਨ ਲੈਣ ਲੱਗਿਆ ਸੀ ਪ੍ਰੋਫੈਸਰ ਮਨਜੀਤ ਸਿੰਘ, ਬਾਦਲ ਦੇ ਨਾਲ ਸਾਰੀ ਜਨਤਾ ਚਲੀ ਗਈ। ਮਨਜੀਤ ਸਿੰਘ ਅੰਦਰ ਵੜ ਕੇ ਬਚਿਆ ਬਾਥਰੂਮ 'ਚ। ਕਹਿੰਦੇ ਅਸੀਂ ਅਕਾਲ ਤਖਤ ਨੂੰ ਮੰਨਦੇ ਹਾਂ, ਬੰਦੇ ਨੂੰ ਨਹੀਂ ਮੰਨਦੇ ਵੀ ਅਕਾਲ ਤਖਤ ਦੀਆਂ ਇੱਟਾਂ ਬੋਲਣਗੀਆਂ। ਹੁਣ ਅਕਾਲ ਤਖਤ ਮਹਾਨ ਕਿਹਨੂੰ ਦੱਸਦੇ ਹੋ ਵੀ ਲੋਕਾਂ ਨੂੰ ਪਤਾ ਨਹੀਂ ਹੈ ਅਕਾਲ ਤਖਤ ਦਾ ਕੀ ਮਹਾਨ ਹੈ। ਵੀ ਅਕਾਲ ਤਖਤ ਨੂੰ ਬੋਲਣ ਦਿਓ। ਜੋ ਮਨੀ ਸਿੰਘ ਨੇ ਕਿਹਾ ਸੀ ਵੀ ਸਰੋਵਰ 'ਚ ਚਿੱਠੀਆਂ ਸੁੱਟ ਦਿਓ, ਜਿਹੜੀ ਡੁੱਬ ਜੂ ਜਾਂ ਤਰ ਜੂ, ਜਾਂ ਤਾਂ ਫਿਰ ਇਹ ਰੱਖੋ ਜਿਹੜਾ ਪਿੱਛੇ ਰੱਖਦੇ ਆ, ਜਿਹੜਾ ਝੂਠਾ ਦੀ ਚਿੱਠੀ ਡੁੱਬ ਜੂ, ਸੱਚੇ ਦੀ ਤਰਿਆਊ। ਇਹ ਟੈਸਟ ਰੱਖੋ। ਫਿਰ ਮਰਜ਼ੀ ਦਾ ਤੁਸੀਂ ਫੈਸਲੇ ਕਰਦੇ ਹੋ, ਗੱਲ ਕਰਦੇ ਹੋ ਗੁਰੂ ਦੀ। ਗੁਰੂ ਨੂੰ ਤਾਂ ਤੁਸੀਂ ਆਪ ਖੂੰਜੇ ਲਾਇਆ ਹੋਇਆ, ਦੁਨੀਆ ਕਦੇ ਜਾਣਦੀ ਨਹੀਂ। ਸਿੱਖੀ ਨਹੀਂ ਹੈ, ਤੁਹਾਨੂੰ ਵੀ ਪਤਾ। ਫਿਰ ਰੌਲਾ ਪਾਉਣਾ ਸਿੱਖੀ ਹੈ ਨਹੀਂ। ਸਿੱਖੀ ਦਾ ਤੁਸੀਂ ਆਪ ਜੜ ਪੜਤੀ, ਸਿੱਖੀ ਦੀ ਆਪ ਨਹੀਂ ਛੱਡੀ। ਜਦ ਤੁਸੀਂ ਉੱਥੋਂ ਹੀ ਫਰਮਾਨ ਹੈ, ਉਲਟੇ ਜਾਰ ਹੁੰਦੇ ਨੇ, ਸਿੱਖੀ ਦੇ ਖਿਲਾਫ ਹੁੰਦੇ ਨੇ। ਜਦੋਂ ਉੱਥੇ ਬੇਰੀਆਂ ਦੀ ਪੂਜਾ ਹੁੰਦੀ ਹੈ, ਹਰਿਮੰਦਰ ਸਾਹਿਬ ਮੂਰਤੀਆਂ ਜਗਾਤੀਆਂ, ਬੇਰੀਆਂ ਲਾਤੀਆਂ। ਉਹ ਮੂਰਤੀਆਂ ਤਾਂ ਜਗਾਤੀਆਂ, ਬੇਰੀਆਂ ਤਾਂ ਕੱਢਤੀਆਂ ਉੱਥੇ। ਬਾਬਾ ਦੀਪ ਸਿੰਘ ਦੀ ਜਿਹੜੀ ਉਹ ਹੈ, ਉਹ ਕੀ ਹੈ? ਉਹ ਵੀ ਮੂਰਤੀ ਪੂਜਾ ਹੀ ਹੈ, ਮੂਰਤੀ ਪੂਜਾ ਹੀ ਆ ਉਹ ਵੀ। ਇੱਕੋ ਹੀ ਗੱਲ ਹੈ, ਉਹ 'ਚ ਕੀ ਫਰਕ ਹੈ? ਅਜਾਇਬ ਘਰ 'ਚ ਕੀ ਲਾਈਆਂ ਹੋਈਆਂ ਨੇ ਮੂਰਤੀਆਂ? ਅਜਾਇਬ ਘਰ 'ਚ ਕੀ ਹੈ? ਮੂਰਤੀਆਂ, ਤਸਵੀਰਾਂ ਮੂਰਤੀਆਂ ਹੁੰਦੀਆਂ ਨੇ। ਇਹ ਸਭ ਮੂਰਤੀ ਪੂਜਾ ਹੈ, ਗੁਰਮਤਿ ਕੋਈ ਗੱਲ ਨਹੀਂ ਹੈ। ਨਿਕਲੀ ਮੱਥਾ ਫੋੜ ਕੇ ਦਸਮ ਪਾਤਸ਼ਾਹ ਨੌਵੇਂ ਪਾਤਸ਼ਾਹ ਦੀ ਉੱਥੇ ਮੂਰਤੀ ਲਾ ਦਿੰਦਾ ਅਨੰਦਪੁਰ ਸਾਹਿਬ ਬਣਾ ਕੇ। ਇਹ ਲਾਉਂਦੇ ਨਹੀਂ ਹਨ।
ਉਹਨਾਂ ਦੇਵੀ ਲਾਲ ਦੀ ਲਾਈ ਹੈ, ਇਹਨੇ ਲਾਈ ਹੈ ਦੇਵੀ ਲਾਲ ਦੀ ਆਪ ਬਾਦਲ ਨੇ ਬਣਾ ਕੇ। ਜਦ ਹੀ ਮਾਇਆਵਤੀ ਜੂਦੇ ਦੀ ਆਪਣੀ ਲਾਈ ਜਾਂਦੀ ਹੈ, ਕਾਸ਼ੀ ਰਾਮ ਹੁਣ ਮਰਿਆ ਉਹਦੀ ਲਾਤੀ, ਦਸਮ ਪਾਤਸ਼ਾਹ ਨੇ ਆਪਣੇ ਪਿਓ ਦੀ ਨਾਲ ਲਾਤੀ। ਪੈਸੇ ਨਹੀਂ ਸੀ ਕੋਲ, ਕੀ ਨਹੀਂ ਸੀ, ਸਾਰੇ ਬਾਈਧਾਰੀ ਰਾਜੇ ਲਾ ਦਿੰਦੇ ਮੂਰਤੀਆਂ। ਧਰਮ ਨਾ ਉਹਦੀ ਕਿੱਥੇ ਚੀਜ਼ ਹੈ, ਇਹ ਤਾਂ ਮੈਂ ਪਖੰਡ ਹੈ। ਇਸ ਪਖੰਡ ਨੂੰ ਨਿਆਣੇ ਬੋਲਦੇ ਨਹੀਂ। ਪਖੰਡ ਤੋਂ ਬਾਗੀ ਹੋ ਗਏ ਸਿੱਖ, ਸਿੱਖੀ ਛੱਡ ਗਏ। ਇਹਨਾਂ ਦੀ ਕੋਈ ਸੁਣਦਾ ਗੱਲ, ਪਾਈ ਜਾਂਦੇ ਰੌਲਾ ਪਾਈ ਜਾਣ। ਕੌਣ ਪੁੱਛਦਾ ਇਹਨਾਂ ਨੂੰ? ਇਹ ਜੇ ਨਹੀਂ ਪੁੱਛਦੇ ਪਬਲਿਕ ਨੂੰ ਤਾਂ ਪਬਲਿਕ ਇਹਨਾਂ ਨੂੰ ਵੀ ਨਹੀਂ ਪੁੱਛਦੀ। ਜੇ ਇਹਨਾਂ ਨੂੰ ਪਬਲਿਕ ਦੀ ਸਿੱਖੀ ਦੀ ਪਰਵਾਹ ਨਹੀਂ, ਸਿੱਖਾਂ ਦੀ ਭਾਵਨਾਵਾਂ ਦੀ ਪਰਵਾਹ ਨਹੀਂ, ਸਿੱਖਾਂ ਨੂੰ ਇਹਨਾਂ ਦੀ ਵੀ ਪਰਵਾਹ ਨਹੀਂ ਹੈ, ਤੇ ਦੋਹਾਂ ਨੂੰ ਹੁੰਦੀ ਹੈ ਪਰਵਾਹ। ਇਹਨਾਂ ਦੀ ਗੱਲ ਕੋਈ ਪਰਵਾਹ ਕਰਦਾ? ਕੋਈ ਨਹੀਂ ਕਰਦਾ, ਕੋਈ ਨਹੀਂ ਪੁੱਛਦਾ। ਜਿਵੇਂ ਹੁਣ ਲਿਖਦੇ ਨੇ ਸਪੋਕਸਮੈਨ, ਹੋਰ ਲਿਖਦੇ ਨੇ ਲੋਕ, ਸਪੋਕਸਮੈਨ ਬੰਦ ਕਰ ਦਿੰਦੇ, ਜਾ ਕੇ ਚੰਡੀਗੜ੍ਹ ਇੱਟ ਖੜਕਾ ਦਿੰਦੇ ਉਹਦੀ। ਜੇ ਲੋਕ ਮੰਨਦੇ ਹੁੰਦੇ ਅਕਾਲ ਤਖਤ ਨੂੰ, ਜੇ ਉੱਥੇ ਦੇ ਫੈਸਲੇ ਠੀਕ ਹੁੰਦੇ, ਇੱਟ ਕਰ ਦਿੰਦੇ ਜਾ ਕੇ ਉਹਦੀ ਦਫ਼ਤਰ ਦੀ। ਸਰਕਾਰ ਕੀ ਕਰ ਸਕਦੀ ਹੈ ਲੋਕਾਂ ਦੇ ਮੂਹਰੇ? ਇਹਨਾਂ ਦੇ ਆਪਣੇ ਲੱਛਣ ਠੀਕ ਨਹੀਂ ਹਨ। ਜੇ ਅਕਾਲ ਤਖਤ ਦੀ ਬੇਇੱਜ਼ਤੀ ਕਰਾਉਣ ਦੇ ਕਾਰਨ ਇਹ ਨੇ, ਇਹ ਕਰਾ ਰਹੇ ਨੇ ਲੋਕ। ਇਹਨਾਂ ਦੇ ਖਿਲਾਫ ਲਿਖ ਰਹੇ ਨੇ, ਅਕਾਲ ਤਖਤ ਦੇ, ਗੁਰਬਾਣੀ ਦੇ ਕੋਈ ਨਹੀਂ ਖਿਲਾਫ ਲਿਖ ਰਿਹਾ। ਨਾ ਕੋਈ ਗੁਰੂ ਦੇ ਖਿਲਾਫ ਬੋਲ ਰਿਹਾ, ਨਾ ਕੋਈ ਗੁਰਬਾਣੀ ਦੇ ਖਿਲਾਫ ਬੋਲ ਰਿਹਾ, ਨਾ ਕੋਈ ਇਤਿਹਾਸ ਗੁਰੂ ਦਾ ਜਿਹੜਾ ਹੈ ਉਹਦੇ ਖਿਲਾਫ ਬੋਲ ਰਿਹਾ, ਨਾ ਕੋਈ ਕਿਸੇ ਜਗ੍ਹਾ ਦੇ ਖਿਲਾਫ ਬੋਲ ਰਿਹਾ। ਇਹਨਾਂ ਦੇ ਅਚੜਨ ਦੇ ਖਿਲਾਫ ਬੋਲ ਰਹੇ ਨੇ, ਉਂਗਲੀ ਇਹਨਾਂ ਦੇ ਚੜ੍ਹਨ ਦੇ ਉੱਠਦੀ, ਕੋਈ ਕਿਸੇ ਦੇ ਖਿਲਾਫ। ਇਹ ਕੀ ਕਹਿੰਦੇ ਨੇ? ਇਹ ਬਹਾਨਾ ਲਾਉਂਦੇ ਨੇ ਗੁਰਮਤਿ ਤੋਂ ਖਿਲਾਫ ਹੈ ਜੀ। ਗੁਰਮਤਿ ਕੀ ਹੈ ਪਤਾ ਤੁਹਾਨੂੰ? ਤੁਹਾਨੂੰ ਤਾਂ ਖੁਦ ਨਹੀਂ ਪਤਾ ਗੁਰਮਤਿ ਕੀ ਹੈ। ਗੁਰਮਤਿ ਤਾਂ ਉਹ ਬਿਜਲੀ ਹੈ ਜਿਹਦੀ ਕਰੰਟ ਤੁਹਾਨੂੰ ਜ਼ਿਆਦਾ ਲੱਗਦੀ ਹੈ। ਤੁਹਾਨੂੰ ਸ਼ੌਕ ਜ਼ਿਆਦਾ ਲੱਗਦਾ ਉਹਦਾ, ਪਬਲਿਕ ਨੂੰ ਨਹੀਂ ਇੰਨਾ ਸ਼ੌਕ ਲੱਗਦਾ ਜਿੰਨਾ ਤੁਹਾਨੂੰ ਲੱਗਦਾ। ਕਿ ਸਰਦਾਰੀ ਜਾਂਦੀ ਹੈ ਨਾ। ਐ ਜਿਵੇਂ ਰਾਖਸ਼ ਬੈਠੇ ਤੇ ਐਂ ਬੈਠੇ ਹੋ ਤੁਸੀਂ ਰੱਬ ਬਣੇ, ਆ ਰਾਖਸ਼ ਉੱਥੇ ਹੀ ਬੈਠੇ ਸੀ। ਦੇਵਤੇ ਆ ਰਾਖਸ਼ ਇੱਕੋ ਗੱਲ ਹੈ। ਜੇ ਦੇਵਤੇ ਹੋ ਤਾਂ ਵੀ ਉਹੀ ਹੋ, ਜੇ ਰਾਖਸ਼ ਹੋ ਤਾਂ ਵੀ ਉਹੀ ਹੋ। ਜੇ ਰਾਖਸ਼ ਮੰਨੋਗੇ ਤੁਸੀਂ ਘੱਟ ਅਪਰਾਧੀ ਹੋ, ਦੇਵਤੇ ਮੰਨੋਗੇ ਜ਼ਿਆਦਾ ਅਪਰਾਧੀ ਹੋ। ਦੇਵਤੇ ਮੰਨੋਗੇ ਜ਼ਿਆਦਾ ਅਪਰਾਧੀ ਹੋ, ਰਾਖਸ਼ ਮੰਨੋਗੇ ਘੱਟ ਅਪਰਾਧੀ ਹੋ। ਦੋਨਾਂ ਦੇ ਵਿੱਚੋਂ ਤੀਜੀ ਕੈਟਾਗਰੀ ਦੱਸੋ ਕਿਹੜੀ ਬਣਦੀ ਹੈ ਤੁਹਾਡੀ? ਤੀਜੀ ਕੈਟਾਗਰੀ ਬਣਾਓ ਆਪਣੀ, ਕਿਹੜੀ ਹੈ? ਆ ਲੜਾਈ ਉੱਥੇ ਖੜੀ ਹੈ। ਜਦੋਂ ਗੁਰਬਾਣੀ ਨੇ ਪ੍ਰਗਟ ਹੋਣਾ, ਕੋਈ ਗੁਰਮੁਖ ਪ੍ਰਗਟ ਹੋਣਾ, ਆਹੀ ਗੱਲ ਹੈ। ਆ ਉਹੀ ਦੱਸੀ ਹੋਈ ਹੈ। ਇਹ ਗੁਰੂ ਘਰ ਆਪ ਕਰਦਾ ਰਿਹਾ। ਇਹ ਉਹ ਲੜਾਈ ਹੈ ਜਿਹੜੀ ਕਬੀਰ ਨੇ ਲੜੀ ਹੈ। ਇਹ ਉਹ ਲੜਾਈ ਹੈ ਜਿਹੜੀ ਨਾਨਕ ਨੇ ਲੜੀ ਹੈ। ਇਹ ਉਹ ਲੜਾਈ ਹੈ ਜਿਹੜੀ ਭਗਤਾਂ ਨੇ ਲੜੀ ਹੈ। ਇਹ ਉਹ ਲੜਾਈ ਹੈ ਜਿਹੜੀ ਦਸਮ ਪਾਤਸ਼ਾਹ ਨੇ ਆਪ ਲੜੀ ਹੈ। ਇੱਥੇ ਤਾਂ ਹੋਰ ਗੱਲ ਲਿਖੀ ਹੈ, ਬੁਝਾਰਤ ਪਾ ਕੇ ਲਿਖੀ ਹੋਈ ਹੈ ਗੱਲ। ਆਪ ਮੂਹਰੇ ਨਹੀਂ ਹੋਏ, ਪਰਮੇਸ਼ਰ ਮੂਹਰੇ ਨਹੀਂ ਆਉਂਦਾ ਹੁੰਦਾ, ਆਪ ਕਰਦਾ ਆਪੇ ਹੁੰਦਾ ਸਭ ਕੁਛ। ਗੱਲ ਉਹਨਾਂ ਨੇ ਆਪਣੀ ਲਿਖੀ ਹੈ, ਮੂਹਰੇ ਕੁਛ ਹੋਰ ਰੱਖਿਆ ਹੋਇਆ। ਉਹ ਪਰਮੇਸ਼ਰ ਸਾਰੀ ਖੇਡ ਆਪ ਕਰ ਰਿਹਾ, ਮੂਹਰੇ ਸਾਨੂੰ ਕੀਤਾ ਹੋਇਆ। ਕਬੀਰ ਕਹਿ ਰਿਹਾ ਹੋ ਕੋ ਕਰਤੇ ਰੇ ਦਰਬਾਰ, ਭੌਂਕੇ ਆ ਗਏ ਬਦਨ ਪਸਾਰ। ਉਹ ਸਰੀਰ ਹੈ ਹੋਰ ਸਾਡਾ, ਉਹ ਰੱਖੀ ਹੈ ਚੰਡੀ ਮੂਹਰੇ। ਇਹ ਨੀਤੀ ਹੈ। ਚੰਡੀ ਨਾ ਕਦੇ ਹੋਈ ਆ ਨਾ ਹੋਣੀ ਹੈ। ਪ੍ਰਗਟ ਉਹਦੇ ਅੰਦਰ ਹੋਈ ਹੋਈ ਆ ਚੰਡੀ। ਬੁੱਧੀ ਵਿਵੇਕ ਬੁੱਧੀ, ਜਿੱਥੇ ਵਿਵੇਕ ਬੁੱਧੀ ਹੋਊ ਇਹੀ ਕੰਮ ਕਰੂ। ਉਹ ਇਹਦਾ ਬੁਝਾਰਤ ਹੈ, ਦੱਸੀ ਉਹਨਾਂ ਨੇ ਆਪਣੀ ਗੱਲ, ਆਪਣੀ ਕਹਿ ਨਹੀਂ ਸਕਦੇ। ਚੰਡੀ ਨੂੰ ਪਾਤਰ ਬਣਾ ਕੇ ਗੱਲ ਕੀਤੀ ਹੋਈ ਹੈ। ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਵਜਾਏ। ਨਿਕਲੀ ਮੱਥਾ ਫੋੜ ਕੇ ਪਿੱਛੋਂ ਪੜ ਸੂਰੀ ਸੰਗਰ ਰਚਿਆ, ਢੋਲ ਸੰਖ ਨਗਾਰੇ ਪਾਏ ਕੇ। ਚੰਡੀ ਚਤਾਰੀ ਕਾਲਕਾ, ਚੰਡ ਚਤਾਰੀ ਕਾਲਕਾ। ਚੰਡ ਚਤਾਰੀ ਕਾਲਕਾ। ਚੰਡ ਚਤਾਰੀ ਦਾ ਮਤਲਬ ਹੈ ਪ੍ਰਚੰਡ ਰੂਪ ਧਾਰਨ ਕਰ ਲਿਆ। ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਰੂਪ ਧਾਰਨ ਕਰ ਲਿਆ। ਪੂਰਨ ਜੋਤ ਦੇ ਭਾਵਨਾ ਚ ਆ ਗਈ। ਪਹਿਲਾਂ ਤਾਂ ਉਹਨਾਂ ਦੇ ਲੈਵਲ ਤੇ ਉਹਨਾਂ ਨੂੰ ਜਵਾਬ ਦਿੱਤਾ ਤੂੰ ਸਾਰਿਆਂ ਨੂੰ, ਫਿਰ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਬੈਠ ਗਈ। ਚੰਡ ਚਤਾਰੀ ਕਾਲਕਾ ਮਨ ਬਾਲਾ ਰੋਸ। ਫਿਰ ਰਾਜਾ ਰਾਮ ਕੀ ਕਹਾਣੀ ਦੱਸਣ ਲੱਗੀ।
ਵੀ ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ? ਤੁਹਾਨੂੰ ਨਹੀਂ ਪਤਾ ਤੁਸੀਂ ਕਿਉਂ ਜੰਮੇ ਹੋ। ਲੈ ਲਓ ਫਿਰ ਕੀ ਕਰਨਗੇ? ਤੁਹਾਨੂੰ ਦੱਸੀਏ ਤੁਹਾਡਾ ਜਨਮ ਕਿਉਂ ਹੋਇਆ, ਇਹਨਾਂ ਦਾ ਜਨਮ ਕਿਉਂ ਹੋਇਆ, ਇਹ ਕੀ ਖੇਡ ਹੈ? ਸੰਸਾਰ ਦੀ ਖੇਡ ਦੱਸਦੀ ਸਾਰੀ, ਰਾਜਾ ਰਾਮ ਕੀ ਕਹਾਣੀ ਦੱਸਦੀ। ਮਨ ਬਾਲਾ ਰੋਸ बढ़ाए कह ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ ਕਹ। ਕੀ ਹੈ ਹੁਣ ਲੈਵਲ? ਕੀ ਹੈ? ਕਾਲੀ ਦੀ ਗੱਲ ਆ ਗਈ। ਵਿਵੇਕ ਬੁੱਧੀ ਹੈ, ਵਿਵੇਕ ਬੁੱਧੀ ਗੱਲ ਕਰ ਰਹੀ ਹੈ, ਪਰ ਕਰ ਰਹੀ ਹੈ ਦੁਨਿਆਵੀ ਗਿਆਨ ਦੀ। ਸੰਸਾਰੀ ਗਿਆਨ ਦੇ ਲੈਵਲ ਦੀ ਗੱਲ ਕਰੀਏ। ਆ ਜਿਹੜਾ ਜਨਮ ਹੋਇਆ ਤੁਹਾਡਾ ਕਿਉਂ ਹੋਇਆ? ਇਹ ਵਿਵੇਕ ਤਾਂ ਹੈ ਨਹੀਂ, ਇਹਦੇ ਆਤਮ ਗਿਆਨ ਤਾਂ ਹੈ ਨਹੀਂ। ਰਾਜਾ ਰਾਮ ਕੀ ਜਿਹੜੀ ਕਹਾਣੀ ਦੱਸਣੀ ਹੈ ਇਹ ਹੋਰ ਗੱਲ ਹੈ। ਆਤਮ ਚਿੰਤਨ ਜਿਹੜਾ ਇਹ ਹੋਰ ਗੱਲ ਹੈ। ਜਿਹੜਾ ਕਬੀਰ ਗੱਲ ਜਾਣੀ ਨੇ ਰਾਜਾ ਰਾਮ ਕੀ ਕਹਾਣੀ। ਅੰਤਰਜੋਤ ਗਿਆਨ ਪ੍ਰਗਾਸਾ ਕਿਨ ਗੁਰਮੁਖ ਬਿਰਲੇ ਜਾਣੀ। ਆ ਕੀ ਹੈ ਸੰਸਾਰ? ਅੱਖਾਂ ਨੂੰ ਜਿਹੜਾ ਦੀਦਾ ਇਹ ਕੀ ਹੈ? ਇਹ ਸਮਝਾਉਣਾ ਬ੍ਰਹਮ ਗਿਆਨ ਨਹੀਂ ਹੈ। ਇਹ ਬੁੱਝ ਕੇ ਹੈ। ਨਾਨਕ ਗੁਰਮੁਖੀ ਬੂਝ ਬੁਝਾਏ। ਰਾਜਾ ਰਾਮ ਕੀ ਕਹਾਣੀ ਨੂੰ ਬੁੱਝ ਕੇ ਦੱਸਣਾ। ਇਹ ਖੇਡ ਪਰਮੇਸ਼ਰ ਦੀ ਹੈ। ਕਿੱਥੋਂ ਚੱਲਿਆ ਜੀਵ, ਕਿਉਂ ਪੈਦਾ ਹੋਇਆ, ਕੀ ਕਰਦਾ ਆਇਆ, ਕਿਵੇਂ ਦਿਸ਼ਾਹੀਨ ਹੁੰਦੇ ਨੇ। ਦਿਸ਼ਾਹੀਨ ਜੇ ਨਾ ਹੋਣ, ਜੇ ਦੂਏ ਵਿਰੋਧੀ ਨਾ ਹੋਣ, ਜੇ ਦੋ ਟੀਮਾਂ ਨਾ ਹੋਣ ਤਾਂ ਖੇਡ ਬਣਦੀ ਹੋਈ ਨਹੀਂ ਹੈ। ਜੇ ਦੇਵਤੇ ਰਾਖਸ਼ ਪੈਦਾ ਨਾ ਹੁੰਦੇ ਤਾਂ ਸੰਸਾਰ ਚੱਲੇ ਨਹੀਂ ਸਕਦਾ। ਸੰਸਾਰ ਦੇ ਵਿੱਚ ਦੋ ਹੀ ਚਾਹੀਦੇ ਨੇ। ਜਿੰਨਾ ਚਿਰ ਪਾਪ ਨਹੀਂ ਹੈ ਉਹਨਾਂ ਚਿਰ ਪੁੰਨ ਨਹੀਂ ਹੈ ਤਾਂ ਸੰਸਾਰ ਨਹੀਂ ਪੈਦਾ ਹੋ ਸਕਦਾ। ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਦੋਨੋਂ ਪਾਈ, ਦੋ ਮਿਲ ਕੇ ਸ੍ਰਿਸ਼ਟੀ ਪਾਈ। ਦੋਹਾਂ ਦੇ ਮਿਲੇ ਬਿਨਾਂ ਸ੍ਰਿਸ਼ਟੀ ਨਹੀਂ ਪੈਦਾ ਹੁੰਦੀ। ਕੱਲਾ ਪੁੰਨ ਸ੍ਰਿਸ਼ਟੀ ਪੈਦਾ ਨਹੀਂ ਕਰ ਸਕਦਾ, ਕੱਲਾ ਪਾਪ ਨਹੀਂ ਪੈਦਾ ਕਰ ਸਕਦਾ। ਕਿਉਂਕਿ ਕੱਲੇ ਪਾਪ 'ਚ ਲੜਾਈ ਹੈ ਨਹੀਂ, ਕੱਲੇ ਪੁੰਨ 'ਚ ਲੜਾਈ ਹੈ ਨਹੀਂ। ਇਸ ਕਰਕੇ ਜ਼ਿੰਦਗੀ ਸੰਘਰਸ਼ ਹੈ, ਸੰਘਰਸ਼ ਦਾ ਰੋਲ। ਅਸੀਂ ਜਾ ਰਹੇ ਹਾਂ ਕਿਤੇ ਨੂੰ, ਚੜਾਈ ਚੜ ਰਹੇ ਹਾਂ। ਚੜਾਈ ਚੜ੍ਹਨ ਵੇਲੇ ਸੰਘਰਸ਼ ਹੁੰਦਾ। ਆਪਣੇ ਗਿਆਨ ਦਾ ਲੈਵਲ ਪੂਰਾ ਕਰ ਰਹੇ ਹਾਂ, ਸੰਘਰਸ਼ ਹੈ। ਚੜਾਈ ਚੜ ਰਹੇ ਹਾਂ। ਕੋਈ ਹੌਲੀ ਚੜ੍ਹਦਾ, ਦੂਆ ਨੇ ਛੇਤੀ ਚੜ੍ਹਨਾ। ਉਹ ਕਹਿੰਦਾ ਪਾਸੇ ਨੂੰ, ਉਹ ਮੈਨੂੰ ਰਾਹ ਦੇ। ਭਗਦੜ ਜਾ ਪੈ ਜਾਂਦੀ ਹੈ, ਕਈ ਦੱਬੇ ਜਾਂਦੇ ਨੇ ਵਿੱਚ। ਕੋਈ ਚੜ੍ਹਨ ਤੇ ਵਿਰੋਧ ਕਰ ਰਹੇ ਨੇ। ਉਹ ਪ੍ਰਮੋਦ ਚੰਦਰ ਨਾਟਕ ਹੈ ਇੱਕ, ਉਹ ਜੈਸਾ ਗੁਲਾਬ ਸਿੰਘ ਵਾਲਾ ਉਹ ਹੈ। ਔਗਣਾਂ ਗੁਣਾਂ ਦੀ ਲੜਾਈ ਹੈ। ਉਹ 'ਚ ਦੱਸੀ ਹੋਈ, ਇੱਥੇ ਹੋਰ ਗੱਲ ਦੱਸੀ ਹੋਈ ਹੈ, ਇੱਥੇ ਉਹ ਦੱਸੀ ਹੋਈ ਹੈ। ਗੁਣ ਬੰਤਿਆਂ ਦੀ, ਔਗਣ ਬੰਤਿਆਂ ਦੀ ਲੜਾਈ ਹੈ। ਇਹ ਹੈ ਗੁਣ ਬੰਤਿਆਂ ਦੀ ਔਰ ਔਗਣ ਬੰਤਿਆਂ ਦੀ ਲੜਾਈ। ਉੱਥੇ ਗੁਣਾਂ ਔਰ ਔਗਣਾਂ ਦੀ ਲੜਾਈ ਹੈ। ਉੱਥੇ ਬੰਦੇ ਨਹੀਂ ਪਾਤਰ ਬਣਾਏ ਹੋਏ, ਉੱਥੇ ਔਗਣਾਂ ਔਰ ਗੁਣ ਪਾਤਰ ਬਣਾਏ ਹੋਏ। ਦਸਮ ਪਾਤਸ਼ਾਹ ਦਾ ਜਿਹੜਾ ਹੈ ਉਹਦੇ ਵਿੱਚ ਅਵਤਾਰ, ਉਹ ਵੀ ਵਿਚਿੱਤਰ ਨਾਟਕ ਹੈ ਕਿਸਮ ਦਾ। ਉਹਦਾ ਨਾਮ ਵੀ ਪ੍ਰਮੋਦ ਚੰਦਰ ਨਾਟਕ ਹੈ, ਜਿੱਥੇ ਵਿਵੇਕ ਔਰ ਅਵਿਵੇਕ ਦੀ ਲੜਾਈ ਦਿਖਾਈ ਹੋਈ ਹੈ। ਉਹ ਵੀ ਗੁਣਾਂ ਦੀ ਔਰ ਔਗਣਾਂ ਦੀ ਲੜਾਈ ਹੈ। ਉਹਨਾਂ ਦੇ ਰਥ ਕਹੇ ਜਿਹੇ ਹੁੰਦੇ ਨੇ, ਵਿਵੇਕ ਦੀ ਸ਼ਕਲ ਕਹੇ ਜਿਹੀ ਹੈ, ਚਿੱਟਾ ਹੁੰਦਾ, ਚਮਕ ਹੁੰਦੀ ਹੈ। ਅਵਿਵੇਕ ਕਾਲਾ ਹੁੰਦਾ, ਉਹਦੇ ਝੰਡੇ ਵੀ ਕਾਲੇ ਹੁੰਦੇ ਨੇ। ਉਹਦੇ ਘੋੜੇ ਕੀ ਹੁੰਦੇ ਨੇ, ਉਹਦੇ ਘੋੜੇ ਕੀ ਹੁੰਦੇ, ਉਹਦਾ ਰਥ ਕਿਹਾ ਜਾ, ਉਹਦਾ ਨਿਸ਼ਾਨ ਕਿਹਾ ਜਾ, ਉਹਦਾ ਕਿਹਾ ਜਾ, ਉਹਦੀ ਫੌਜ ਜਰਨੈਲ ਕਿਹੜੇ ਕਿਹੜੇ ਨੇ, ਉਹਦੇ ਕਿਹੜੇ ਕਿਹੜੇ ਨੇ। ਸਾਰਾ ਜਿਹੜਾ ਉੱਥੇ ਨਕਸ਼ਾ ਦਿਖਾਇਆ, ਗੁਣ ਔਗਣਾਂ ਦੀ ਲੜਾਈ ਦਿਖਾਈ ਹੋਈ ਹੈ। ਜੇ ਉਹ ਗੁਣ ਔਗਣਾਂ ਦੀ ਲੜਾਈ ਸਮਝ ਆ ਗਈ ਜਿਹਦੇ, ਉਹ ਇਹਨੂੰ ਅਰਥਾ ਸਕਦਾ, ਵਰਨਾ ਨਹੀਂ ਅਰਥਾ ਸਕਦਾ। ਉਹ ਗਾਹਾਂ ਜਾ ਕੇ, ਇਦੋਂ ਗਾਹਾਂ ਜਾ ਕੇ 24 ਅਵਤਾਰਾਂ 'ਚ ਸ਼ਿਵ ਅਵਤਾਰ ਦੇ ਵਿੱਚ ਜਿਹੜਾ ਮਛਿੰਦਰਨਾਥ ਦਾ ਅਵਤਾਰ ਹੈ, ਮਛਿੰਦਰਨਾਥ ਦੱਸ ਰਿਹਾ ਹੈ ਉਹ ਗੱਲ। ਕਿਸੇ ਰਾਜੇ ਨੂੰ ਜਿਹੜਾ ਕਿ ਸਾਰੇ ਜਿਹਨੇ ਸ੍ਰਿਸ਼ਟੀ ਜਿੱਤ ਲਈ ਸੀ, 5 ਲੱਖ ਰਾਜਾ ਕੈਦ ਕਰ ਲਿਆ ਸੀ, ਉਹਨੇ ਜੰਗ ਕਰਨਾ ਸੀ ਜਿਹ 'ਚ 1.25 ਲੱਖ ਰਾਜੇ ਦੀ ਬਲੀ ਦੇਣੀ ਸੀ।
ਪੁਰਾਣੇ ਜ਼ਮਾਨੇ ਦੀ ਗੱਲ ਹੈ। ਤਾਂ ਉਹ ਰਾਜਾ ਨੂੰ ਪੁੱਛ ਰਿਹਾ ਵੀ ਤੁਸੀਂ ਮੈਨੂੰ ਕੋਈ ਉਹ ਦੱਸੋ ਰਾਜਾ ਜਿਹੜਾ ਮੇਰੇ ਤੇ ਜਿੱਤਿਆ ਨਾ ਗਿਆ ਹੋਵੇ। ਜਿੰਨਾ ਚਿਰ ਸਾਰੇ ਰਾਜੇ ਨਹੀਂ ਜਿੱਤਦੇ ਮੈਂ ਜੰਗ ਨਹੀਂ ਸ਼ੁਰੂ ਕਰ ਸਕਦਾ। ਜੇ ਕੋਈ ਰਾਜਾ ਜਿੱਤਣ ਤੇ ਰਹਿ ਗਿਆ ਮੇਰਾ ਜੰਗ ਵਿਚਾਲੇ ਰਹਿ ਜਾਊਗਾ, ਸੰਪੂਰਨ ਨਹੀਂ ਹੋਣਾ ਜੰਗ। ਰਾਜਾ ਨੇ ਕਿਹਾ ਵੀ ਦੱਸਾਂਗੇ, ਸਾਡੇ ਨਿਗਾਹ ਤਾਂ ਕੋਈ ਹੈ ਨਹੀਂ। ਫਿਰ ਆਗੇ ਪੁੱਛੇ, ਫਿਰ ਆਗੇ ਪੁੱਛੇ। ਇੱਕ ਦਿਨ ਉਸ ਏਰੀਏ ਦੇ ਵਿੱਚ ਜਿੱਥੇ ਰਾਜੇ ਰੱਖੇ ਸੀ, ਜੇਲ੍ਹ ਤਾਂ ਹੈ ਨਹੀਂ ਸੀ, ਉਹ ਖੁੱਲਾ ਏਰੀਆ ਸੀ ਜਿਵੇਂ ਫੌਜ ਰੱਖੀ ਸੀ। ਹੁਣ 5 ਲੱਖ ਆਦਮੀ ਕਿਤੇ ਰੱਖਣਾ ਇਹ ਜਾਂ ਤਾਂ ਕੋਈ ਮਕਾਨ ਤਾਂ ਜੇਲ੍ਹ ਤਾਂ ਹੁੰਦੀ ਹੋਣੀ ਜਿੱਥੇ 5 ਲੱਖ ਆਦਮੀ ਆ ਜਾਵੇ। ਉਹ ਜਿਵੇਂ ਫੌਜ ਸੀ 90,000 ਦੀ ਮੁਸਲਮਾਨਾਂ ਦੀ ਰੱਖੀ, ਪਾਕਿਸਤਾਨ ਦੀ ਉੱਥੇ ਬਰੇਲੀ ਬਾਹਰੇ ਰੱਖੀ ਸੀ। ਉਹ ਉੱਥੇ ਕੋਈ ਦਰਖਤ ਦੇ ਉੱਤੇ ਕੌਂ ਬੋਲਿਆ, ਕੌਂ ਦੱਸ ਗਿਆ ਕੋਈ ਇਹਨਾਂ ਨੂੰ ਵੀ ਤੁਹਾਨੂੰ ਰਾਜਾ ਐ ਪੁੱਛੂ ਜਾਂ ਤਾਂ ਉਹਦਾ ਆ ਜਵਾਬ ਦੇ ਦਿਓ, ਜਾਂ ਪੁੱਛੂ ਨਾ ਤੁਹਾਨੂੰ ਵੀ ਕੋਈ ਦੱਸੋ ਸਰ ਮੈਨੂੰ। ਤੁਸੀਂ ਕਹੋ ਵੀ ਮੱਛੀ ਦੇ ਪੇਟ 'ਚ ਖੀਰ ਸਾਗਰ 'ਚ ਇੱਕ ਮੱਛੀ ਹੈ, ਉਹਦੇ ਪੇਟ 'ਚ ਇੱਕ ਬੰਦਾ ਟੱਪ ਕਰਦਾ, ਉਹਨੂੰ ਕੱਢ ਲਓ, ਉਹ ਦੱਸੂਗਾ ਤੁਹਾਨੂੰ ਵੀ ਕੌਣ ਰਾਜਾ ਰਹਿ ਗਿਆ। ਠੀਕ ਹੈ, ਨਵਾਂ ਕੰਮ ਛੇੜਦਾ ਰਾਜੇ ਨੂੰ। ਵਿਹਲਾ ਸੀ, ਆਰਡਰ ਕਰਦਾ ਮਛੇਰਿਆਂ ਨੂੰ ਸਾਰਿਆਂ ਨੂੰ, ਚਲੋ ਬਈ ਉਹ ਸਾਗਰ ਦੇ ਵਿੱਚ ਜਾ ਕੇ ਮੱਛੀਆਂ ਫੜੋ। ਬਾਹਰ ਫੜ ਕੇ ਮੱਛੀਆਂ ਫੜ ਕੇ ਢੇਰ ਲਾਤੇ। ਉਹਨਾਂ ਨੇ ਮੱਛੀਆਂ ਫੜੀ ਜਾਂਦੇ ਨੇ, ਚੀਰੀ ਜਾਂਦੇ। ਬੜੀ ਮੱਛੀ ਫੜਦੇ ਨੇ ਜੀ, ਜੋ ਆਦਮੀ ਨਿਕਲੇ। ਛੋਟੀਆਂ ਦੇ ਕੀ ਲੈਣਾ ਸੀ। ਮਛੰਦਰ ਲਾਦ ਨਹੀਂ ਨਿਕਲ ਰਿਹਾ ਕਿਸੇ ਵੀ ਮੱਛੀ ਚੋਂ। ਉਹ ਮੱਛੀ ਦੇ ਪੇਟ 'ਚ ਆਦਮੀ ਕਿਤੇ ਹੁੰਦਾ, ਇਹ ਆਦਮੀ ਉਹ ਹਜਮ ਹੋ ਜਾਣਾ ਉਹਨੇ। ਫਿਰ ਉਹ ਤਾਂ ਪੁੱਛਿਆ, ਫਿਰ ਉਹ ਕਹਿੰਦੇ ਨਹੀਂ ਜੀ ਉਹ ਮਛੰਦਰ ਵੀ ਉਹ ਮੱਛੀ ਤਾਂ ਵਿਵੇਕ ਦਾ ਜਾਲ ਚਾਹੀਦਾ ਉੱਥੇ, ਉਹ ਮੱਛੀ ਫੜਨ ਵਾਸਤੇ ਜਾਲ ਵਿਵੇਕ ਦਾ ਚਾਹੀਦਾ। ਹੁਣ ਵਿਵੇਕ ਦੇ ਜਾਲ 'ਚ ਕਿਹੜੀ ਮੱਛੀ ਫਸਦੀ ਹੈ? ਵਿਵੇਕ ਦੇ ਜਾਲ 'ਚ ਮਨ ਰੂਪੀ ਮੱਛੀ ਫਸਦੀ ਹੈ, ਉਹ ਨਹੀਂ ਫਸਦਾ ਕੁਝ। ਇਹ ਮਨ ਜਿਹੜਾ ਮਨ ਦੇ ਵਿੱਚ ਆਪ ਹੈ, ਉਹ ਮੱਛੀ ਮਨ ਫੜ ਕੇ ਜੋ ਆਪ ਦੇਖਣਾ ਸੀ। ਗੱਲ ਇਹ ਸੀ, ਇਹੀ ਕੰਮ ਕੀਤਾ। ਮਛੰਦਰ ਨਾਥ ਕੱਢ ਲਿਆ। ਫਿਰ ਉਹ ਮਛੰਦਰ ਨਾਥ ਸਮਾਧੀ ਲੱਗੀ, ਉਹਨੂੰ ਜਗਾ ਰਹੇ ਨੇ। ਸੁਰਨ ਸਮਾਧ ਹੈ, ਉਹ ਜਗਾ ਰਹੇ ਨੇ। ਮਨ ਸੁਰਨ ਸਮਾਧ ਨੂੰ ਜਗਾ ਰਹੀ ਹੈ ਬਾਣੀ। ਫਿਰ ਉਹ ਦੱਸ ਰਿਹਾ ਬਾਅਦ ਦੇ ਵਿੱਚ, ਜਦੋਂ ਠਾਲ ਲਿਆ, ਕਿਹਨੇ ਮੈਨੂੰ ਜਗਾਇਆ, ਕੀ ਗੱਲ ਹੈ? ਫਿਰ ਰਾਜਾ ਕਹਿੰਦਾ ਮੈਂ ਜਗਾਇਆ। ਕੀ ਕਰਨਾ ਤੈਂ? ਮੈਂ ਆਹ ਕਰਨਾ। ਕੌਣ ਜਿੱਤਿਆ? ਕਹਿੰਦਾ ਅੱਛਾ, ਤੈਂ ਕੀ ਲੈਣਾ ਇਹ ਤੇ? ਕਹਿੰਦਾ ਜੀ ਮੈਂ ਆਹ ਰਾਸ ਦੂਜਾ ਕਰਨ ਤਾਂ ਪੁੱਛਿਆ। ਕਹਿੰਦਾ ਅੱਛਾ। ਫਿਰ ਉਹ ਵਿਵੇਕ ਆ, ਵਿਵੇਕ ਦੇ ਐਸਾ ਇਹਨੂੰ ਬ੍ਰਹਮ ਗਿਆਨ ਦੇ ਪਾਉਂਦਾ ਨਾ ਚੱਕਰ 'ਚ। ਉਹ ਕਹਿੰਦਾ ਤੇਤੇ ਸਿੱਟਾ ਵੀ ਤੇਰਾ ਮਨ ਨਹੀਂ ਤੇਤੇ ਜਿੱਤਿਆ ਗਿਆ, ਆਕੀ ਹੈ ਤੇਰੇ ਅੰਦਰ। ਇੱਕ ਰਾਜਾ ਤੇਰੇ ਅੰਦਰ ਬੈਠਾ ਤੇ ਤੂੰ ਆਕੀ ਇਹਨੂੰ ਜਿੱਤ ਲੈ। ਜਦ ਉਹਨੂੰ ਦਿਖਾਤਾ ਮਨ ਬੁੱਧੀ ਤੋਂ ਆਕੀ ਬੈਠਾ ਤੇਰਾ, ਇਹਨੂੰ ਜਿੱਤ ਪਹਿਲਾਂ, ਫਿਰ ਤੈਨੂੰ ਕਹਾਂ ਦੀ ਗੱਲ ਦੱਸੋ। ਐਸਾ ਮਨ ਜਿੱਤਣ ਦੇ ਚੱਕਰ 'ਚ ਪਾਇਆ ਰਾਜਾ ਸਾਰੀ ਛੱਡ ਤੇ ਰਾਜ ਕਰਨਾ ਹੀ ਭੁੱਲ ਗਿਆ। ਜਿੰਨਾ ਚਿਰ ਉਹ ਗੱਲ ਨਹੀਂ ਪੜ੍ਹ ਲੈਂਦੇ ਇਹਦੇ ਅਰਥ ਨਹੀਂ ਹੋ ਸਕਦੇ। ਬਹੁਤ ਲੰਬਾ ਚੈਪਟਰ ਉਹ ਸ਼ਾਰਟ 'ਚ ਦੱਸਦਾ। ਉਹ ਵਿਦਵਾਨ ਤਾਂ ਮੂਰਖ ਨੇ ਜਿਹੜੇ ਐਵੇਂ ਝੱਖ ਮਾਰਦੇ ਨੇ, ਉਹਦੇ ਕੰਮ ਨਹੀਂ ਉਹਨਾਂ ਦੇ ਬਸਦਾ। ਇਹ ਧਰਮ ਹੈ, ਧਰਮ ਨਹੀਂ ਵਿਦਵਾਨਾਂ ਦਾ ਵਿਸ਼ਾ ਨਹੀਂ ਹੁੰਦਾ ਧਰਮ। ਵਿਦਵਾਨਾਂ ਦਾ ਵਿਸ਼ਾ ਅੰਗਰੇਜ਼ੀ ਪੜ੍ਹਾਉਣਾ ਹੋ ਸਕਦਾ ਹੈ, ਸਾਇੰਸ ਹੋ ਸਕਦੀ ਹੈ, ਮੈਥ ਹੋ ਸਕਦਾ, ਕੰਪਿਊਟਰ ਹੋ ਸਕਦਾ, ਦੁਨਿਆਵੀ ਗਿਆਨ ਹੋ ਸਕਦਾ। ਦੁਨੀਆ ਤੇ ਬਾਹਰਲਾ ਗਿਆਨ ਵਿਦਵਾਨਾਂ ਦੇ ਹਿੱਸੇ 'ਚ ਨਹੀਂ ਆਇਆ ਹੋਇਆ। ਵਿਦਵਾਨਾਂ ਨੇ ਕੀ ਕਰਨਾ? ਜਿਹੜਾ ਰਾਜੇ ਨੂੰ ਗਿਆਨ ਚਾਹੀਦਾ ਨਾ, ਰਾਜੇ ਵਾਸਤੇ ਹਥਿਆਰ ਬਣਾਉਣੇ, ਵਾਹਨ ਬਣਾਉਣੇ, ਮੋਟਰਾਂ ਗੱਡੀਆਂ ਬਣਾਉਣੀਆਂ, ਦਵਾਈਆਂ ਬਣਾਉਣੀਆਂ, ਲੋੜਾਂ ਸੰਸਾਰ ਦੀਆਂ ਪੂਰੀਆਂ ਵਾਸਤੇ ਕੋ ਬਣਾਉਣਾ। ਇਹ ਦੁਨਿਆਵੀ ਗਿਆਨ, ਦੁਨੀਆ ਦਾ ਗਿਆਨ, ਇਹ ਵਿਦਵਾਨਾਂ ਦੇ ਹਿੱਸੇ 'ਚ ਆਇਆ ਹੋਇਆ। ਇਹ ਰਿਸ਼ੀ ਮੁਨੀਆਂ ਕੋਲ ਇਹੀ ਸੀ। ਜਿਹੜਾ ਦੂਆ ਉਦੋਂ ਅਗਲਾ ਗਿਆਨ, ਉਹਦਾ ਗੁਰਮੁਖਾਂ ਦੇ ਹਿੱਸੇ 'ਚ ਸ਼ੁਰੂ ਤੋਂ ਹੀ, ਭਗਤਾਂ ਦੇ। ਇਹ ਭਗਤ ਨੇ, ਵਿਦਵਾਨ ਭਗਤ ਨੇ। ਭਗਤ ਤੇ ਬਿਨਾਂ ਇਹ ਸਮਝ ਨਹੀਂ ਆਉਂਦਾ ਹੁੰਦਾ।
ਜਦੋਂ ਜੇ ਸਮਝਣ ਲੱਗੂ, ਜਿਹੜਾ ਸਮਝ ਜੂਗਾ ਭਗਤ ਬਣ ਗਿਆ। ਬਸ ਜਿਹੜਾ ਸਮਝ ਗਿਆ ਉਹ ਭਗਤ ਹੈ। ਉਹ ਸਾਰੇ ਭਗਤ ਸਮਝੇ ਹੋਏ ਨੇ। ਜਿੱਦਣ ਸਮਝ ਆ ਗਿਆ ਸੀ ਨਾ, ਭੱਟਾਂ ਨੂੰ ਭਗਤ ਬਣ ਗਏ, ਭਗਤ ਵਿੱਚ ਆ ਗਏ ਬਾਣੀ ਦੇ। ਜਦ ਸਮਝ ਆ ਗਈ ਗੁਰਬਾਣੀ ਬੋਲ ਲੱਗੀ, ਉਹਨਾਂ ਨੇ ਵੀ ਇੱਕ ਦੋ ਦੋ ਸਵਈਏ ਰਚਤੇ। ਕਈਆਂ ਨੇ ਤਾਂ ਸੂਰਦਾਸ ਦੇ ਕਹੇ ਨੇ ਇੱਕ ਸ਼ਬਦ ਹੈ, ਇੱਕ ਸ਼ਬਦ ਵਾਲੇ ਭਗਤ ਨੇ, ਦੋ ਸ਼ਬਦਾਂ ਵਾਲੇ ਭਗਤ। ਸਿਰਫ ਸਮਝ ਆ ਗਈ ਕੀ ਹੈ ਰਾਜਾ ਰਾਮ ਕੀ ਕਹਾਣੀ ਕੀ ਹੈ। ਜਿਹਨੂੰ ਇਹ ਸਮਝ ਆ ਗਈ ਉਹ ਕੌਣ ਹੈ? ਉਹ ਗੁਰਮੁਖ ਹੈ। ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ, ਅੰਤਰ ਜੋਤ ਗਿਆਨ ਪ੍ਰਗਾਸਾ ਕਿਨ ਗੁਰਮੁਖ ਬਿਰਲੇ ਜਾਣੀ। ਉਹ ਗੁਰਮੁਖ ਬਿਰਲੇ ਨੇ, ਵਿਦਵਾਨ ਨਹੀਂ ਹਨ। ਐਵੇਂ ਝੱਖ ਨਾ ਮਾਰ, ਚੁੱਪ ਕਰ ਜਾਣ, ਸੁਣ ਲੈਣ। ਸੁਣੋ ਤੁਸੀਂ ਗੱਲ ਕੀ ਹੈ, ਝੱਖ ਮਾਰਨਾ ਛੱਡ ਦਿਓ। ਸੁਣਨ ਚ ਲਾਭ ਹੋਊਗਾ, ਝੱਖ ਮਾਰਨ ਚ ਕੁਛ ਨਹੀਂ। ਗੁਰੂ ਨਾਨਕ ਨਾਲ ਵੀ ਝੱਖ ਮਾਰਦੇ ਰਹੇ ਨੇ, ਗੁਰੂਆਂ ਨਾਲ ਵੀ ਝੱਖ ਮਾਰਦੇ ਰਹੇ ਨੇ ਪੰਡਤ ਵਿਦਵਾਨ। ਉਹ ਕਹਿੰਦੇ ਤੁਹਾਡੇ ਨਾਲ ਬੋਲਣਾ ਤਾਂ ਝੱਖ ਮਾਰਨਾ। ਝੱਖ ਬੋਲਣਾ ਕਿਆ ਜਗ ਸਿਓ ਬਾਦ ਵਿਵਾਦ ਹੈ। ਬਾਦ ਵਿਵਾਦ ਚ ਜਿਹੜੇ ਵਿਦਵਾਨ ਪਏ ਨੇ ਝੱਖ ਮਾਰਦੇ ਨੇ ਸਾਰੇ। ਇਹ ਤੇ ਝੱਖ ਹੈ। ਗੁਰਬਾਣੀ ਨੂੰ ਝੱਖ ਮਾਰਨਾ ਕਹਿੰਦੀ ਹੈ। ਸੁਣ ਲਓ, ਜਿਹੜੇ ਸਵਾਲ ਹੋਣਗੇ ਉਹ ਦੱਸ ਦਿਓ, ਹੱਲ ਹੋ ਜਾਣਗੇ ਸਾਰੇ। ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਨਾ ਹੋਵੇ। ਹਾਂ, ਸਮਝਣ ਜੋਗੀ ਬੁੱਧੀ ਹੋਵੇ ਤੁਹਾਡੀ, ਉਹ ਹੈ। ਮੰਨਣ ਵਾਲੇ ਪਾਸੇ ਵਾਲੀ ਬੁੱਧੀ ਹੋਵੇ। ਮੈਂ ਨਾ ਮੰਨੂ ਵਾਲੇ ਨੂੰ ਨਹੀਂ, ਮੈਂ ਨਾ ਮੰਨੂ ਵਾਲਾ ਜਾਵੇ ਘਰ ਨੂੰ। ਮੈਂ ਨਾ ਮੰਨੂ ਵਾਲੇ ਦਾ ਕੋਈ ਇਲਾਜ ਨਹੀਂ ਹੈ। ਕੋਕੜੂ ਦਾ ਕੋਈ ਇਲਾਜ ਨਹੀਂ ਹੁੰਦਾ। 1000 ਮਣ ਲੱਕੜ ਫੂਕ ਦੋ, ਕੋਕੜੂ ਤੇ ਕੋਈ ਅਸਰ ਨਹੀਂ ਪੈਂਦਾ। ਕੋਕੜੂ ਨੂੰ ਕੱਢ ਕੇ ਦੂਏ ਬਲਟੋਏ 'ਚ ਪਾ ਦੋ ਦਾਲ ਦੇ 'ਚ, ਉਹ ਸਾਰਾ ਗਲ ਜੂਗਾ, ਕੋਕੜੂ ਇਹੋ ਜਿਹਾ ਹੀ ਰਹੂਗਾ। ਨਵੇਂ ਬਲਟੋਏ 'ਚ ਫਿਰ ਪਾ ਦਿਓ ਕੋਕੜੂ ਨੂੰ, 100 ਬਲਟਾ ਹਾਰ ਰਿਜੂ, ਕੋਕੜੂ ਇਹੋ ਜਿਹਾ ਹੀ ਰਹੂਗਾ। ਉਹ ਤਾਂ ਨਹੀਂ ਅਸਰ ਹੁੰਦਾ, ਮਨਮੁਖ ਤੇ ਨਹੀਂ ਅਸਰ ਹੁੰਦਾ। ਅਸਲ ਵਿਦਵਾਨ ਜਿਹੜਾ ਮਨਮੁਖ ਹੈ, ਜਿਹੜਾ ਅਸਲੀ ਵਿਦਵਾਨ ਹੈ, ਉਹ ਮਨਮੁਖ ਹੈ। ਬਦਲ ਜਾਂਦਾ, ਜਿਹੜਾ ਖੋਜੀ ਬਣ ਜਾਂਦਾ ਹੈ। ਉਹ ਗੁਰਬਾਣੀ ਤੋਂ ਪੜ੍ਹਦਾ, ਗੁਰਬਾਣੀ ਨੂੰ ਨਹੀਂ ਪੜ੍ਹਦਾ। ਬਸ ਏਦਾਂ ਫਰਕ ਹੈ। ਜਦੋਂ ਗੁਰਬਾਣੀ ਤੋਂ ਪੜ੍ਹਨ ਲੱਗ ਗਏ, ਉਦੋਂ ਵਿਦਵਾਨ ਨਹੀਂ ਰਹਿਣੇ, ਉਹਦੇ ਸਿੱਖ ਬਣ ਜਾਣਗੇ। ਜਦ ਖੋਜ ਮਿਲਣ ਲੱਗੀ, ਖੋਜ ਕੇ ਨੇੜੇ ਚਲੇ ਗਏ, ਫਿਰ ਗੁਰਮੁਖ ਬਣ ਜਾਣਗੇ। ਜੇ ਮੰਨਣ ਲੱਗੇ, ਜੋ ਪੜ੍ਹਿਆ ਗੁਰੂ ਤੋਂ ਉਹਨੂੰ ਮੰਨ ਲਿਆ, ਫਿਰ ਗੁਰਮੁਖ ਹੈ। ਜੇ ਗੁਰੂ ਨੂੰ, ਬਾਣੀ ਨੂੰ ਗੁਰੂ ਮੰਨ ਕੇ ਪੜ੍ਹਿਆ, ਫਿਰ ਸਿੱਖ ਹੈ। ਚਾਹੇ ਸ਼ਰਧਾ ਹੀ ਹੈ, ਸਿੱਖ ਫਿਰ ਸਿੱਖ। ਜੇ ਸ਼ਰਧਾ ਰੱਖ ਕੇ ਪੜ੍ਹਦਾ, ਡਰਦਾ ਹੀ ਪੜ੍ਹਦਾ, ਚਾਹੇ ਆਪਣੇ ਬੁੱਧੀ ਨੂੰ ਛੋਟੀ ਮੰਨ ਕੇ ਜੇ ਪੜ੍ਹਦਾ ਨਾ ਗੁਰਬਾਣੀ ਨੂੰ, ਫਿਰ ਸਿੱਖ ਹੈ। ਸਿੱਖੀ ਸ਼ੁਰੂ ਹੋ ਗਈ ਉਹਦੀ। ਵਿਦਵਾਨ ਦਾ ਇਹ ਤਾਂ ਨਾ ਸਿੱਖ ਨੇ ਨਾ ਵਿਚਾਰੇ ਹੈ ਗੁਰਮੁਖ ਦਾ। ਇਹ ਤਾਂ ਸਿੱਖ ਵਧੀਆ ਜੋ ਹੈ ਕਿ ਗੁਰਬਾਣੀ ਤੋਂ ਨਹੀਂ ਪੜ੍ਹਦੇ, ਗੁਰਬਾਣੀ ਨੂੰ ਪੜ੍ਹਦੇ ਨੇ। ਸ਼ਰਧਾ ਨੇ ਬਿਲਕੁਲ ਨਹੀਂ ਹੈ। ਮੰਨਣ ਵਾਲੀ ਇਕੱਲੇ ਕੋਈ ਨਹੀਂ ਹੈ। ਗੁਰੂਆਂ ਨੂੰ ਤਾਂ ਅਨਪੜ੍ਹ ਮੰਨਦੇ ਨੇ ਵੀ ਅਸੀਂ ਤਾਂ ਯੂਨੀਵਰਸਿਟੀਆਂ ਦੇ ਵਿੱਚ ਐਮ.ਏ ਕੀਤੀ, ਗੁਰੂ ਕਿੱਥੇ ਪੜ੍ਹੇ ਸੀ? ਉਹ ਤਾਂ ਇਹ ਮੰਨਦੇ ਨੇ ਅੰਦਰੋਂ। ਅੰਦਰ ਉਹਨਾਂ ਦੇ ਹੋਰ ਗੱਲਾਂ ਨੇ, ਬਾਹਰ ਹੋਰ ਨੇ। ਚਾਹੇ ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ ਕਾ, ਨਿਕਲੀ ਮੱਥਾ ਫੋੜ ਕੇ, ਜਿਹੜਾ ਮੱਥਾ ਸੀ ਨਾ, ਆਹ ਦਿਮਾਗ ਸੀ, ਇਹ ਫੋੜਤਾ, ਇਹ ਫੋੜਤਾ। ਗੋਲਾ ਗਿਆਨ ਚੱਲ ਗਿਆ, ਸੰਸਾਰ ਦਾ ਗਿਆਨ ਪ੍ਰਚੰਡ ਹੋ ਗਿਆ ਤੇ ਬਦਲ ਗਿਆ। ਜਦੋਂ ਤੱਕ ਦਿਮਾਗ ਹੈ ਸਾਡਾ, ਇਹਨੂੰ ਸਮਝ ਰਿਹਾ ਸੰਸਾਰ ਨੂੰ। ਜਦ ਸੰਸਾਰ ਸਮਝ ਗਿਆ, ਸਮਝੋ ਦਿਮਾਗ ਫੁੱਟ ਗਿਆ, ਬਾਹਰ ਨੂੰ ਫੁੱਟ ਗਿਆ। ਜੇ ਬਾਹਰ ਨੂੰ ਫੁੱਟ ਗਿਆ ਨਾ, ਗੋਲਾ ਚੱਲ ਗਿਆ, ਪ੍ਰਚੰਡ ਗਿਆਨ ਹੋ ਗਿਆ। ਰਾਜਾ ਰਾਮ ਕੀ ਕਹਾਣੀ ਹੋ ਗਈ ਸ਼ੁਰੂ। ਫਤਿਹ ਨਿਸ਼ਾਨ ਬਜਾਏ ਕੇ, ਜਦ ਫਤਿਹ ਨਿਸ਼ਾਨ ਬਜਾਏ ਕੇ, ਐ ਸਮਝੋ ਵੀ ਜਦੋਂ ਫਤਿਹ ਦਾ ਨਿਸ਼ਾਨ ਵੱਜਦਾ ਨਾ, ਫਤਿਹ ਹੋ ਗਈ ਜੰਗ, ਫਤਿਹ ਹੋ ਗਈ ਜੰਗ। ਰਾਜਾ ਰਾਮ ਦੀ ਕਹਾਣੀ ਦੱਸਣੀ ਹੈ, ਸਵਾਲ ਜਵਾਬ ਖਤਮ ਹੋ ਗਏ। ਲੈ ਤੁਹਾਨੂੰ ਸਾਰੀ ਕਹਾਣੀ ਉਹ ਸਮਝਾ ਦਿੰਦੇ ਵੀ ਇਹ ਕੌਣ ਨੇ, ਦੇਵਤੇ ਕੌਣ ਨੇ, ਤੁਸੀਂ ਕੀ ਹੋ। ਔਰ ਆ ਜਿਹੜਾ ਅਸੀਂ ਕਹਿ ਰਹੇ ਹਾਂ ਗੱਲ, ਇਹ ਕੀ ਹੈ?
ਜਿਹੜੀ ਅਸੀਂ ਕਹਿ ਰਹੇ ਹਾਂ ਗੱਲ ਕੀ ਹੈ, ਇਹ ਹਮੇਸ਼ਾ ਕਿਉਂ ਨਹੀਂ ਰਹਿੰਦੀ, ਇਹ ਹੁਣ ਕਿਉਂ ਹੈ, ਪਹਿਲਾਂ ਵੀ ਪਈ ਸੀ, ਤੁਹਾਨੂੰ ਕਿਉਂ ਨਹੀਂ ਸਮਝ ਆਈ, ਇਹਨਾਂ ਨੂੰ ਕਿਉਂ ਨਹੀਂ ਸਮਝ ਆਈ, ਇਹ ਸਾਰੀ ਕਹਾਣੀ ਸਮਝਾਤੀ। ਤੁਸੀਂ ਤਾਂ ਪੜ੍ਹੀ ਹੋ ਰਹੀ ਹੈ ਰਾਖਸ਼ਾਂ ਨੇ, ਉਹ ਤਾਂ ਸਮਝਦੇ ਹੀ ਕੋਈ ਸਾਨੂੰ ਕੁਛ ਨਹੀਂ ਰਾਖਸ਼ ਤੋਂ, ਗੁਰੂਆਂ ਨੂੰ ਵੀ ਕੋਈ ਸਮਝਦੇ, ਕਿਉਂ ਗੁਰੂਆਂ ਨੂੰ ਤਾਂ ਸਮਝਣ ਤਾਂ ਜੇ ਉਹਨਾਂ ਨੇ ਗੁਰੂਆਂ ਦੀ ਸਹੀ ਪਿਕਚਰ ਦੱਸੀ ਹੋਵੇ ਸੰਸਾਰ ਨੂੰ। ਅਸੀਂ ਤਾਂ ਗੁਰੂਆਂ ਦੀ ਇਮੇਜ ਹੀ ਵਿਗਾੜਤੀ, ਗੈਰ ਕੁਦਰਤੀ ਗੱਲਾਂ ਕਹਾਣੀਆਂ ਜੋੜਤੀਆਂ, ਪਹਾੜ ਸਿੱਧਾ ਨਾਨਕ ਨੇ ਪੰਜਾ ਲਾਤਾ ਪਹਾੜ ਰੁਕ ਗਿਆ। ਦੱਸੋ ਉਹ ਤਾਂ ਆਪੇ ਨਹੀਂ ਮੰਨਣਾ, ਰਾਖਸ਼ਾਂ ਨੇ ਕਿਵੇਂ ਮੰਨ ਲੈਣਗੇ? ਉਹ ਕਹਿੰਦੇ ਹੋ ਹੀ ਨਹੀਂ ਸਕਦਾ ਹੈ। ਇਹ ਕਾਰਨ ਨੇ ਰਾਖਸ਼ ਪੈਦਾ ਕਰਤੇ, ਇਹਨਾਂ ਗੱਲਾਂ ਨੇ ਰਾਖਸ਼ ਪੈਦਾ ਕੀਤੇ ਨੇ, ਇਹਨਾਂ ਗੱਲਾਂ ਨੇ ਕਮਿਊਨਿਸਟ ਪੈਦਾ ਕੀਤੇ ਨੇ, ਜਿਹੜੀਆਂ ਇਹ ਜੋੜਤੀਆਂ ਸੀ। ਅਸੀਂ ਤਾਂ ਬਣਾਉਣ ਲੱਗੇ ਤੇ ਨਾਨਕ ਨੂੰ ਵੱਡਾ, ਇਹਦਾ ਵਿਰੋਧ ਖੜਾ ਹੋ ਗਿਆ। ਝੂਠ ਦਾ ਹਮੇਸ਼ਾ ਵਿਰੋਧ ਖੜਾ ਹੋ ਜਾਂਦਾ, ਜਦ ਝੂਠ ਤੁਸੀਂ ਬੋਲੋਗੇ ਵਿਰੋਧ ਹੋ ਜਾਊਗਾ। ਵਿਰੋਧ ਉਹਨਾਂ ਗੱਲਾਂ ਦੇ ਜਿਹੜੇ ਝੂਠ ਨੇ। ਸਾਡੇ ਸਾਖੀ ਦਲਾਈ ਲਾਮਾ ਨੇ ਕਿਹਾ ਵੀ ਝੂਠ ਕੱਢ ਦਿਓ, ਦਲਾਈ ਲਾਮਾ ਮੰਨ ਗਿਆ ਵੀ ਝੂਠ ਹੈ ਸਾਰੇ ਧਰਮਾਂ 'ਚ, ਔਰ ਦਲਾਈ ਲਾਮਾ ਗੁਰੂ ਹੈ। ਇਸ ਵਕਤ ਕਿਸੇ ਵੀ ਧਰਮ ਦਾ, ਦੁਨੀਆ ਜਿਹੜੇ ਵੱਡੇ ਧਰਮ ਨੇ, ਗੁਰੂ ਨਹੀਂ ਹੈਗਾ ਸਿਵਾਏ ਬੋਧੀਆਂ ਦੇ। ਪ੍ਰਚਾਰ ਕਰਨੇ ਗੁਰੂ ਨਹੀਂ ਹੈ ਕੋਈ। ਬੋਧੀ ਅਵਤਾਰ ਮੰਨਦੇ ਨੇ, ਗੁਰੂ ਮੰਨਦੇ ਨੇ, ਜਿਵੇਂ ਅਸੀਂ ਮੰਨਦੇ ਸੀ ਉਦੋਂ 10 ਪਾਤਸ਼ਾਹ ਤੱਕ, ਜਿਵੇਂ ਅਸੀਂ ਮੰਨਿਆ ਨਾ ਸਿੱਖਾਂ ਨੇ, ਉਵੇਂ ਦਲਾਈ ਲਾਮਾ ਨੂੰ ਮੰਨਦੇ ਨੇ ਜੀ, ਉਵੇਂ ਗੱਦੀ ਮੰਨਦੇ ਨੇ। ਹੋਰ ਕੋਈ ਨਹੀਂ ਹੈ ਨਾ ਈਸਾਈਆਂ ਦੇ, ਪੋਪ ਹੈ ਡਿਸਕਸ ਹੋ ਕੇ ਆਉਂਦਾ। ਪੋਪ ਦਾ ਆਚਰਣ ਧਾਰਮਿਕ ਇਹੋ ਜਿਹਾ ਨਹੀਂ ਹੁੰਦਾ ਜਿਹੋ ਜਿਹਾ ਕਿਰਦਾਰ ਜਿਹੋ ਜਿਹਾ ਭਗਤਾਂ ਵਾਲਾ ਹੁੰਦਾ, ਸੁਲਝਿਆ ਹੋਇਆ ਨੇਕ ਬੰਦਾ ਹੁੰਦਾ, ਸਿਰਫ ਤੋਂ ਜ਼ਿਆਦਾ ਨਹੀਂ ਹੁੰਦਾ। ਦਲਾਈ ਲਾਮਾ ਗੱਦੀ ਹੈ, ਇੱਕ ਗੁਰੂ ਵਾਂਗੂ ਹੈ। ਲੋਕਾਂ ਦੇ ਦਿਲ 'ਚ ਉਹਦੇ ਵਾਸਤੇ ਸ਼ਰਧਾ ਵੀ ਹੈ, ਵਿਸ਼ਵਾਸ ਵੀ ਹੈ, ਪਰ ਉਹਨੇ ਗੱਲ ਮੰਨ ਲਈ, ਚਾਹੇ ਤੰਗ ਹੋ ਕੇ ਮੰਨੀ, ਖੱਜਲ ਹੋ ਗਿਆ 50 ਸਾਲ ਤਾਂ ਮੰਨੀ ਕਿ ਧਰਮ ਝੂਠ ਹੈ। ਕਮਿਊਨਿਸਟਾਂ ਨੇ ਸਾਬਤ ਕਰਦਾ ਵੀ ਝੂਠ ਛੱਡ ਦਿਓ, ਉਹਨੂੰ ਪਤਾ ਝੂਠ ਦੀ ਸਜ਼ਾ ਮਿਲੀ ਹੈ ਸਾਨੂੰ, ਤਾਂ ਤੁਰਿਆ ਫਿਰਦਾ ਵੱਟ ਜੇ ਪਹਿਲਾਂ ਹੀ ਛੱਡ ਦਿੰਦਾ ਝੂਠ ਫਿਰ ਕੀ ਸੀ? ਉਹਦਾ ਰਾਜ ਖੋਇਆ, ਕਿਹਨੇ ਖੋਇਆ? ਉਹ ਰਾਖਸ਼ ਨੇ, ਜਿਹਨਾਂ ਨੇ ਖੋਇਆ ਚੀਨ ਵਾਲੇ। ਤੁਹਾਡੇ ਸਾਹਮਣੇ ਇਹ ਨਕਸ਼ਾ ਤੁਰਿਆ ਫਿਰਦਾ ਵੱਟ ਦੇਖ ਲਓ, ਇੱਧਰ ਦੇਵਤਾ ਉਹ ਜਿੱਤੀਆਂ ਨਾ ਰਾਜਧਾਨੀ, ਵੱਟ ਤੁਰਿਆ ਫਿਰਦਾ, ਦਿੱਤਾ ਇੰਦਰ ਨਿਕਾਲ ਕੇ। ਹਾਂ, ਗਿਰ ਕਾਲਾ ਤਕਾਇਆ, ਉਹ ਪਹਾੜੇ ਹੈ, ਔਰ ਕੀ ਹੈ ਉੱਥੇ? ਪਹਾੜ ਦਾ ਹੀ ਰਾਜਾ ਹੈ। ਜਾਗ ਸੁਜੰਮੀ ਯੁੱਧ ਨੂੰ ਜਰਵਾਣਾ ਜਨਮ ਰੜਾਇਕ ਹੈ। ਜਾਗ ਸੁਜੰਮੀ ਯੁੱਧ ਨੂੰ, ਜਾਗ ਪੀ ਅੰਦਰ ਆਹੀ ਹੈ ਜਿਹੜੀ ਗਊ ਜਿਉਂਦੀ ਹੋ ਗਈ, ਜਾਗ ਪੀ ਜੰਮੀ ਯੁੱਧ ਨੂੰ। ਇਹ ਜਾਗੀ ਸੀ ਕਿਹਦੇ 'ਚ? ਇਹ ਜਾਗੀ ਸੀ ਧਰੂਹ 'ਚ, ਪ੍ਰਹਲਾਦ 'ਚ। ਜਦ ਪ੍ਰਹਲਾਦ 'ਚ ਜਾਗੀ ਤੇ ਚੁੱਪ ਕਰਾਤਾ ਪਿਓ ਆਪਣਾ ਉਹਨੇ। ਇਹੀ ਲੜਾਈ ਸੀ ਉੱਥੇ, ਹੋਰ ਕੁਛ ਨਹੀਂ ਸੀ। ਇਹ ਖੜਗੋ ਦਿਖਾਉਂਦਾ ਸੀ, ਉਹ ਆਪਣੀ ਗਿਆਨ ਖੜਗ ਦਿਖਾਉਂਦਾ ਤਾਂ ਉਹਨੇ ਆਪਣੀ ਦਿਖਾਤੀ। ਚਰਚਾ ਹੀ ਹੋਈ, ਹੋਰ ਕੁਛ ਨਹੀਂ ਹੋਇਆ ਉੱਥੇ ਵੀ। ਬਾਕੀ ਸਭ ਇਹਨਾਂ ਦੀਆਂ ਕਹਾਣੀਆਂ ਬਣਾਈ ਹੋਈਆਂ ਨੇ। ਹਾਂਜੀ, ਜਾਗ ਸੁਜੰਮੀ ਯੁੱਧ ਨੂੰ ਜਰਵਾਣਾ ਜਨਮ ਰੜਾਇਕ ਹੈ। ਜਿਵੇਂ ਜਰਵਾਣਾ ਕੋਈ, ਜਰਵਾਣਾ ਜਨਮ ਰੜਾਇਕ ਹੈ। ਜਿਵੇਂ ਜਰਵਾਣਾ ਕੋਈ ਆਕੜ ਨਾਲ ਉੱਠਦਾ ਨਾ, ਅੰਗੜਾਈ ਲੈ ਕੇ, ਕੋਈ ਤਗੜਾ ਸੂਰਮਾ ਕੋਈ ਉੱਠਦਾ ਅੰਗੜਾਈ ਲੈਂਦਾ, ਚੰਗਾ ਕਹਿੰਦਾ ਫਿਰ ਤੈਨੂੰ ਦੱਸੇ ਦਈਏ ਪਤਾ, ਚੁੱਪ ਕਰਕੇ ਪਹਿਲਾਂ ਬੈਠਾ ਰਹਿੰਦਾ, ਲੜਾਇਕ ਹੈ। ਐ ਜਬੀ ਦਲ ਵਿੱਚ ਘੇਰਾ ਘੱਤਿਆ, ਜਨ ਸ਼ੀਂਹ ਤੁਰਿਆ ਗਣ ਨਾਇਕ ਹੈ। ਸਾਰੇ ਘੇਰ ਲੈ, ਕਿਉਂ ਰਾਜਾ ਰਾਮ ਕੀ ਕਹਾਣੀਆਂ ਬੋਲ ਨਹੀਂ ਸਕਦਾ ਕੋਈ। ਜਿਵੇਂ ਸ਼ੀਂਹ ਸਾਰਿਆਂ ਨੂੰ ਘੇਰ ਲੈਂਦਾ ਨਾ, ਬੱਗ ਦੇ ਆਲੇ ਦੁਆਲੇ ਗੇੜਾ ਦੇ ਦਿੰਦਾ, ਸਾਰਾ ਬੱਗ ਇਕੱਠਾ ਕਰਤਾ ਇੱਕ ਥਾਂ, ਸਾਰਾ ਬੱਗ ਇੱਕ ਥਾਂ ਇਕੱਠਾ ਕਰਤਾ,
ਬਾਹਰ ਹੀ ਕੋਈ ਕੱਲਾ ਨਹੀਂ ਨਿਕਲਦਾ, ਇਕੱਠੇ ਹੋ ਗਏ। ਕੱਲਾ ਜਾਣੀ ਬੋਲਦਾ ਨਹੀਂ, ਹੁਣ ਕੋਈ ਨਹੀਂ ਬੋਲਦਾ, ਸ਼ਾਂਤ ਕਰਦੇ। ਜਨਸ਼ੀ ਤੁਰਿਆ ਗਣਨਾਇਕ ਹਾਂ, ਆਪ ਵਸੂਲਾ ਹੋਇਆ ਤੇ ਉਹ ਲੋਕਾਂ ਤੇ ਖੁਣਸਾਇਕ। ਐ ਸਮਝ ਲਓ ਜਿਹੜਾ ਗਿਆਨ ਦਾ ਹੈ ਨਾ ਪ੍ਰਚੰਡ ਰੂਪ, ਉਹ ਵਸੂਲਾ ਹੋ ਗਿਆ ਤਿੰਨਾਂ ਲੋਕਾਂ ਦੇ। ਤਿੰਨਾਂ ਲੋਕਾਂ ਦਾ ਐ ਹੋ ਗਿਆ ਪ੍ਰਚੰਡ ਦੇਵੀ ਦਾ ਸਰੂਪ ਵੀ ਅੱਜ ਤਿੰਨਾਂ ਲੋਕਾਂ ਦਾ ਨਾਸ਼ ਕਰਕੇ ਜ਼ਮੀਨ ਦਾ ਭੋਗ ਪਾ ਦੇਣਾ, ਤਿੰਨੇ ਲੋਕਾਂ ਨੂੰ ਮੁਕਤੀ ਦਵਾ ਦੇਣੀ ਹੈ। ਅੱਜ ਤਿੰਨਾਂ ਲੋਕਾਂ ਦੇ ਜਿਹੜੇ ਬੈਠੇ ਨੇ ਲੋਕ ਇਕੱਠੇ ਹੋਏ ਰਾਖਸ਼, ਅੱਜ ਤਿੰਨਾਂ ਲੋਕਾਂ ਦੇ ਰਾਖਸ਼ਾਂ ਨੂੰ ਉਪਦੇਸ਼ ਕਰਕੇ ਤਿੰਨਾਂ ਲੋਕਾਂ ਨੂੰ ਅੱਜੇ ਛੁਟਕਾਰਾ ਦਵਾ ਦੇਣਾ। ਐਡੇ ਇਕੱਠ ਵਿੱਚ ਨਾਮ ਦਾ ਉਪਦੇਸ਼ ਦੇ ਦਈਏ, ਜੇ ਮੰਨ ਲੈਣ ਤਿੰਨ ਲੋਕ ਗਏ, ਫਿਰ ਤਿੰਨ ਲੋਕ ਕਿੱਥੇ ਰਹਿਣੇ ਨੇ? ਆਦਮੀ ਤਾਂ ਕੋਈ ਰਹਿੰਦਾ ਨਹੀਂ। ਉਹ ਗੱਲ ਕਹਿ ਰਹੇ ਨੇ ਆਪ ਵਸੂਲਾ ਹੋਇਆ ਤੇ ਉਹ ਲੋਕਾਂ ਤੇ ਖੁਣਸਾਇਕ ਹੈ। ਤਿੰਨ ਲੋਕ ਦਾ ਜਿਹੜਾ ਚੱਕਰ ਹੈ ਇਹਦੇ ਖਿਲਾਫ ਹੈ ਨਾ ਉਪਦੇਸ਼ ਸਾਰਾ। ਉਪਦੇਸ਼ ਤਿੰਨਾਂ ਲੋਕਾਂ ਦੇ ਨੂੰ ਸਮਾਪਤ ਕਰਨ ਦਾ ਹੀ ਹੈ, ਤਿੰਨਾਂ ਲੋਕਾਂ ਨੂੰ ਖਤਮ ਕਰਨ ਦਾ ਹੀ ਉਪਦੇਸ਼ ਹੈ। ਸਾਰੇ ਜੀਵੇ ਤੋਂ ਕੱਢ ਲੈਣੇ ਨੇ। ਰੋਜ਼ ਸਦਾਈਆਂ ਚੱਕਰ ਪਾਣ ਕਰ ਨਿੰਦਾ ਖੜਗ ਉਠਾਏ ਕੇ। ਤੁਸੀਂ ਤਾਂ ਸਾਰੀਆਂ ਗੱਲਾਂ ਤੁਹਾਡੀਆਂ ਤਿੰਨ ਲੋਕ ਦੇ ਵਿਜੜੀਆਂ ਨੇ। ਅਸੀਂ ਗੱਲ ਕਰਦੇ ਤਿੰਨ ਲੋਕ ਤੋਂ ਪਰੇ ਦੀ। ਜਿਹਨੂੰ ਤੁਸੀਂ ਪਰਮੇਸ਼ਰ ਕਹਿੰਦੇ ਉਹ ਤਿੰਨ ਲੋਕ ਤੋਂ ਪਰੇ ਰਹਿੰਦਾ, ਉਹਦੀ ਗੱਲ ਦੱਸੋ ਕਿਸੇ। ਤੁਹਾਡੀ ਲੜਾਈ ਅੰਦਰ ਦੀ ਹੈ ਸਾਰੀ। ਇਹ ਤਾਂ ਅੰਦਰ ਦੀ ਲੜਾਈ ਹੈ, ਕੌਣ ਬੜਾ ਕੌਣ ਛੋਟਾ। ਉੱਥੇ ਨਾ ਕੋਈ ਬੜਾ ਨਾ ਛੋਟਾ, ਉੱਥੇ ਦੀ ਗੱਲ ਕਰੋ। ਜੇ ਇੱਥੇ ਕੋਈ ਬੜਾ ਹੈ ਤਾਂ ਦਾਸ ਹੈ, ਉਹ ਜਥੇਦਾਰ ਨਹੀਂ ਹੈ, ਦਾਸ ਹੈ ਉਹ। ਜੇ ਜਥੇਦਾਰ ਵੀ ਹੈ ਤਾਂ ਨਾਲ ਦਾਸ ਹੈ ਉਹ। ਸਮਝੋ, ਸਭ ਦਾ ਜੇ ਦਾਸ ਹੈ ਤਾਂ ਬੜਾ ਹੈ, ਜੇ ਸਭ ਦਾ ਜਥੇਦਾਰ ਹੈ ਉੱਪਰ ਹੈ, ਫਿਰ ਉਹ ਰਾਖਸ਼ ਹੈ, ਫਿਰ ਉਹਦੀ ਬੁੱਧ ਭ੍ਰਿਸ਼ਟ ਹੈ। ਜੇ ਆਪਣਾ ਨੂੰ ਬੜਾ ਸਮਝਦਾ ਨਾ, ਆਪ ਨੂੰ ਕੋਈ ਸਮਝੇ ਉੱਚਾ, ਸੋਈ ਗਣੀ ਸਭ ਤੇ ਨੀਚਾ, ਪਰ ਉਹ ਨੀਚਾ, ਫਿਰ ਤਾਂ ਨੀਚ ਹੈ ਉਹ। ਨਾਨਕ ਸੇ ਨਾਲ ਅਸਲ ਖਰ ਜੇ ਬਿਨ ਗੁਣ ਗਰਭ ਗ੍ਰੰਥ। ਕੀ ਗੁਣ ਹੈ ਤੁਹਾਡੇ 'ਚ ਜਥੇਦਾਰਾਂ 'ਚ? ਇੱਕ ਦੱਸੋ ਕਿਹੜਾ ਜਥੇਦਾਰ ਤੁਹਾਡਾ ਸੀ ਜਿਹਨੂੰ ਗੁਰਮਤਿ ਦੀ ਸਮਝ ਸੀ? ਜਿੰਨੇ ਵੀ ਤੁਹਾਡੇ ਹੋਏ ਨੇ ਹੁਣ ਤੱਕ, ਇੱਕ ਦੱਸੋ। ਗੁਰਬਾਣੀ ਦੀ ਸਮਝ ਨਹੀਂ, ਉੱਥੇ ਕੀ ਕਰਨ ਨੂੰ ਬੈਠੇ? ਉਹਦਾ ਕੀ ਕਰਨ ਵਾਸਤੇ ਹੈ? ਉਹ ਪੋਸਟ ਕਾਹਦੇ ਵਾਸਤੇ ਹੈ? ਅਸਲ 'ਚ ਹਰਿਮੰਦਰ ਸਾਹਿਬ ਜੇ ਸਾਰਿਆਂ ਦਾ ਸ਼੍ਰੋਮਣੀ ਹੈ ਸੈਂਟਰ, ਕਾਹਦੇ ਵਾਸਤੇ ਹੈ? ਆਖਰੀ ਫੈਸਲਾ ਉਹਨੇ ਦੇਣਾ ਗੁਰਮਤਿ ਕੀ ਹੈ। ਜੇ ਕਿਤੇ ਮਤਭੇਦ ਹੋ ਜਾ ਗੁਰਮਤਿ ਦੀ ਕਿਸੇ ਭਗਤੀ ਤੇ, ਫੈਸਲਾ ਉਹਨਾਂ ਨੇ ਦੇਣਾ। ਉਹ ਵਿਦਵਾਨਾਂ ਦੇ ਪੁੱਛਦੇ ਨੇ। ਤੁਸੀਂ ਕਾਹਨੂੰ ਬੈਠੇ ਹੋ ਇੱਥੇ? ਤੁਸੀਂ ਵਿਦਵਾਨਾਂ ਦੀਆਂ ਕਮੇਟੀਆਂ ਬਣਾਉਂਦੇ ਹੋ ਬੜੇ, ਉਹਨਾਂ ਦੀ ਗੱਲ ਫਿਰ ਤੁਸੀਂ ਜੇ ਮੰਨਣੀ ਹੈ, ਫਿਰ ਤੁਸੀਂ ਤੁਹਾਡੇ ਕੋਲ ਵਡਿਆਈ ਕਾਹਦੀ ਹੈ? ਇਹਨੂੰ ਜਾਣਦੇ ਨਹੀਂ, ਸਭ ਜਾਣਦੇ ਨੇ। ਤੁਸੀਂ ਰਬੜ ਦੀਆਂ ਬੋਰਾਂ ਬੈਠੇ ਹੋ ਉੱਥੇ, ਜਿੱਥੇ ਮਰਜੀ ਕੋਈ ਲਾ ਦੇਵੇ ਸਿਆਸਤਦਾਨ ਤੁਹਾਡਾ, ਜੋ ਮਰਜੀ ਤੋਂ ਉੱਥੇ ਕਹਾ ਲਵੇ। ਫਿਰ ਤਾਂ ਸਪੀਕਰ ਹੋਏ ਤੁਸੀਂ, ਜੇ ਬੋਲਣਾ ਕਿਸੇ ਨੇ, ਸਪੀਕਰ ਵਿਚਾਰਾ ਕੀ ਕਰਦਾ ਹੁੰਦਾ? ਸਪੀਕਰ 'ਚ ਕੋਈ ਬੋਲ ਦੋ, ਉਹਨੇ ਤਾਂ ਸੁਣਾਉਣੀ ਸਪੀਕਰ ਨੇ ਆਵਾਜ਼, ਬਾਹਰ ਲੱਗਿਆ ਹੁੰਦਾ ਸਪੀਕਰ। ਗੁਰਦੁਆਰੇ ਤੇ ਬੋਲਣ ਵਾਲਾ ਤਾਂ ਕੋਈ ਹੋਰ ਹੁੰਦਾ। ਤੁਸੀਂ ਤਾਂ ਉਹ ਤੂੰ ਆ ਜਿਹੜੇ ਜਿਹਦੇ 'ਚ ਆਵਾਜ਼ ਆਉਂਦੀ ਹੁੰਦੀ ਹੈ ਬਾਹਰ, ਬੋਲਣ ਵਾਲਾ ਕੋਈ ਹੋਰ ਹੈ ਤੁਹਾਡੇ 'ਚ। ਅੱਗੇ ਤੂੰ ਕਹਿੰਦੇ ਹੁੰਦੇ ਤੇ ਜਿਹੜੇ ਬਾਹਰ ਹੁੰਦੇ ਨੇ, ਆ ਜਿਹੜੇ ਬਾਹਰ ਦੇ ਸਪੀਕਰ ਲੱਗੇ ਨਾ, ਜਿਹਨਾਂ 'ਚ ਆਵਾਜ਼ ਆਉਂਦੀ ਹੈ, ਉਹਨੂੰ ਤੂੰ ਕਹਿੰਦੇ ਹੁੰਦੇ ਤੇ ਅੱਗੇ। ਇਹ ਜੇ ਤੁਸੀਂ ਹੋ। ਇਹ ਕਹਿੰਦੇ ਨੇ ਸਾਡੀ ਇੱਜ਼ਤ, ਤੁਹਾਡੀ ਇੱਜ਼ਤ ਕਰੂ ਕੌਣ? ਇੱਜ਼ਤ ਹੁੰਦੀ ਹੈ ਗੁਣਾਂ ਨਾਲ, ਬਿਨਾਂ ਗੁਣਾਂ ਤਾਂ ਨਹੀਂ ਹੁੰਦੀ ਇੱਜ਼ਤ। ਨਾ ਤੁਸੀਂ ਇੱਜ਼ਤ ਤੇ ਲੈਣਾ ਕੀ ਹੈ? ਤੁਸੀਂ ਪੈਸੇ ਇਕੱਠੇ ਕਰੋ, ਬਾਹਰ ਚਲੇ ਜਾਓ, ਬਥੇਰੇ ਲੋਕ ਨੇ ਪੈਸੇ ਦੇਣ ਵਾਲੇ ਤੁਹਾਨੂੰ। ਇਹ ਕੰਮ ਤੁਹਾਡਾ ਹੈਗਾ। ਇਹਦੇ ਨਾਲ ਇੱਜ਼ਤ ਹੈ ਸੰਸਾਰ ਦੀ।
ਸੰਸਾਰ ਦੀ ਇੱਜ਼ਤ ਹੀ ਹੈ। ਹਾਂਜੀ ਰੋਹ ਸਧਾਈਆ ਚੱਕਰ ਪਾਣ ਕਰ ਨਿੰਦਾ ਖੜਗ ਉਠਾਏ ਕੇ। ਰੋਹ ਸਦਾਈਆਂ ਪੂਰੀ ਰੋਹ ਦੇ ਵਿੱਚ ਗੱਲ ਕਰ ਰਹੀ ਹੈ, ਕੜਕ ਕੇ ਸਾਰਿਆਂ ਤੇ ਹਾਵੀ ਹੈ, ਚੱਕਰ ਪਾਣ ਕਮਾਂਡ ਦੇ ਥੱਲੇ ਹੈ ਸਭ। ਚੱਕਰ ਪਾਣ ਚੱਕਰਪਾਨ ਰੋਹ ਸਧਾਈਆ ਚੱਕਰ ਪਾਣ। ਆ ਚੱਕਰਪਾਨ ਕੀ ਹੈ? ਇਹ ਚੱਕਰ ਹੈ ਤੇ ਨਾ ਇਹ ਜਿਹੜਾ ਜੰਮਣ ਮਰਨ ਦਾ ਚੱਕਰ ਹੈ, ਜੰਮਣ ਮਰਨ ਦੇ ਚੱਕਰ ਤੇ ਇੰਨਾ ਕ੍ਰੋਧ ਨਾਲ ਵਰਸ ਰਹੀ ਹੈ, ਗੁੱਸੇ ਨਾਲ ਵਰਸ ਰਹੀ ਹੈ ਕੱਟਣ ਵਾਸਤੇ। ਉਹੀ ਹੈ ਤਾਂ ਹੀ ਦਿਨ ਲੋਕ ਤੋਂ ਖੜਾ ਖਤਮ ਹੋਣੇ ਨੇ। ਕਰ ਨਿੰਦਾ ਖੜਗ ਉਠਾਏ ਕੇ। ਕਰ ਨੰਦਾ, ਨੰਦਾ ਨਹੀਂ ਹੈ ਲਫ਼ਜ਼, ਗਲਤ ਹੈ, ਨੰਦਾ ਲਫ਼ਜ਼ ਹੈ, ਸਿਆਰੀ ਨਹੀਂ ਹੈ ਇੱਥੇ। ਨੰਦਾ, ਨੰਦਾ ਦੁਰਗਾ ਦਾ ਨਾਮ ਹੈ। ਨੰਦ ਹੈ ਨਾ, ਨੰਦ, ਨੰਦ ਕੋ ਨੰਦਨ, ਇਹ ਸਤਰੀਲਿੰਗ ਨੰਦ ਦੇ ਵਾਸਤੇ ਲਫ਼ਜ਼ ਹੈ। ਨੰਦ ਹੈ ਕ੍ਰਿਸ਼ਨ ਦਾ ਪਿਓ, ਇਹ ਹੈ ਕ੍ਰਿਸ਼ਨ ਦੀ ਮਾਂ। ਮਾਤਾ ਨਹੀਂ ਕਹਿ ਰਿਹਾ ਸਾਰਿਆਂ ਨੂੰ, ਫਿਰ ਨੰਦਾ ਹੈ ਇਹਦਾ ਨਾਮ। ਉਹ ਨੰਦ ਹੈ ਨਾ, तुम जो कहते नंद को नंदन, नंद से नंदन का हो रे, वो नंद दी स्त्रीलिंग लफ्ज है। ओड़ा नंद आया होया उत्थे, कर नंदा खड़ग उठाए के। नंदा लफ्ज है, निंदा लिख दिता किसी ने भी उन्हां दी निंदा। निंदा की करनी, बेचारे चुप होए तां बैठे ने। नाले निंदा दा गुरबाणी कहदी होनी, निंदा भली किसी की नहीं। निंदा की करनी है? सच बोलण वाला निंदा नहीं करदा हुंदा। नंदा लफ्ज़ सियारी गलत लगी हुई है। कर नंदा, कर हथ विच, देखो कर, कर हथ विच, नंदा खड़ग करदा उठाए के। दूआ लफ्ज़ कर जे हुंदा सियारी हुंदी राणे नूं। राणे नूं सियारी है ना। फिर जे राणे नूं सियारी हुंदी तां करके निंदिया, फिर निंदिया हुंदा। जे कर मुक्त है तां कर दा मतलब हथ। कर नंदा खड़ग उठाए के। उठाए गए, देवी ने खड़ग हाथी लाई हुई है। खड़ग का थी ज्ञान खड़ग, ज्ञान खड़ग। हाँ। अगे राक्ष बैठे रोहले तीरी तेगी शहबर लाए के। अगे राक्ष भी बैठे ने रोले, वो भी तीरा तेगा दी शहबर ला के। हाँ। पकड़ पछाड़े राक्षां दल दैता अंदर जाए के। पकड़ पकड़ के पछाड़ दे दल दे विच वड़ के ना कल्ले कल्ले दे सवालां दे जवाब ਇਹੋ ਜਿਹੇ ਦਿੱਤੇ। ऐ समझ लो कोई जवाब ऐसा दिता, वो पछाड़ के पछाड़ दिता, जानी धरती दे मारिया पटका के। दल दैता अंदर जाए के। दल दैता अंदर जाए के पकड़ पछाड़े। बहु केसी पकड़ पछाड़ियां बहुत केसी, बहुते सारे केसा तो फड़ के ऐसे मारे। तिन अंदर धूम रचाए के। तिन अंदर धूम बचाए के, केसा तो फड़ के पटकते। जिवें कहना मोदी तो फड़ लिया, सिर तो ही फड़ लिया, वो गल जितों शुरू की उत्थों ही फड़ ली। तू तो गल्लां ही गलत बोल रहे, तेन पता ही नहीं है बोलना की है। केसी पकड़ पछाड़ियन तेन अंदर तो बचाए के, बड़े बड़े चुड़सूर में गए कोटी दे चलाए के, रणकाली गुस्सा खाए के। उस वीर नाल युद्ध किया। फिर ऐसा जवाब दिता, एक दे विच धुस करता, बेइज्जती करती, जलील करता, कल्ले कल्ले चुप कर गए सारे। ये जिहड़े भरम ज्ञानी सी, जिहड़े भरम वटाउण आए होए सी, भरम तुहाडा जावे किवें? गलत सवाल ने लाई बैठे, सवाल है गलत लाई बैठे ने। हाँ जी। पौड़ी दोहा कंधारा मुंह जुड़े अनियारा चोइयां। फिर उठ खड़े, दोवां कंधारा मुंह जुड़े अनियारा चोइयां। कुछ फिर अजो सुन के भी ਜਿਹੜੇ ਹੁੰਦੇ ਨਾ ਭਰਮ ਗਿਆਨੀ, ਉਹ ਜੋ ਮਰਜ਼ੀ ਸੁਣ ਲੈਣ, ਉਹਨੇ ਕਿਹੜਾ ਸਾਰਾ ਹੀ ਸਮਝ ਆਉਂਦਾ ਉਹਨਾਂ ਦੇ, ਕਿਹੜਾ ਮੰਨ ਲੈਂਦੇ ਨੇ ਇੱਕਦਮ। ਇੰਨੀ ਬੁੱਧੀ ਉਹਨਾਂ ਕੋਲ ਹੁੰਦੀ ਕਿੱਥੇ ਹੈ? ਫਿਰ ਉਹ ਜਿਹੇ ਸਵਾਲ ਜਿਵੇਂ ਉਹ ਸਿੱਧ ਕੀ ਕਰਦੇ ਨੇ, ਜਿਹੜੇ ਜਵਾਬ ਦਿੱਤੇ ਨੇ ਉਹੀ ਸਵਾਲ ਫਿਰ ਕਰ ਦਿੰਦੇ ਨੇ। ਜਿਹੜੇ ਸਵਾਲ ਡਿਸਕਸ ਹੋ ਕੇ ਜਵਾਬ ਦਿੱਤਾ, ਜਾ ਕੇ ਫਿਰ ਉਹੀ ਸਵਾਲ ਕਰ ਦਿੰਦੇ ਸਿੱਧ ਗੋਸ਼ਟ ਵਿੱਚ। ਇਹ ਵੀ ਇਹੀ ਕਰਦੇ ਨੇ। ਔਰ ਇੱਥੇ ਆਮ ਪਬਲਿਕ ਦੇ ਵਿੱਚ ਦੇਖਿਆ ਜਾਂਦਾ ਹੁੰਦੇ ਨੇ, ਉਹੀ ਸਵਾਲ ਫਿਰ ਕਰ ਦਿੰਦੇ ਨੇ ਥੋੜੇ ਚਿਰ ਬਾਅਦ। ਤੈਨੂੰ ਹੁਣ ਤਾਂ ਜਵਾਬ ਦਿੱਤਾ ਇਹਦਾ, ਉਹਦਾ ਰੂਪ ਹੋਰ ਰੂਪ 'ਚ ਕਰ ਦਿੰਦੇ ਨੇ। ਜਵਾਬ ਉਹਦਾ ਆਇਆ ਹੁੰਦਾ ਵਿੱਚ, ਸਵਾਲ ਉਹੀ ਹੁੰਦਾ, ਜਵਾਬ ਵੀ ਉਹੀ ਹੁੰਦਾ, ਰੂਪ ਦਾ ਫਰਕ ਹੁੰਦਾ। ਹਾਂਜੀ। ਤੂੰ ਕਿਰਪਾਨਾਂ ਤਿੱਖੀਆਂ ਨਾਲ ਲੋਹੂ ਧੋਈਆਂ। ਤੂੰ ਕਿਰਪਾਨਾਂ ਤਿੱਖੀਆਂ ਨਾਲ ਲੋਹੂ ਧੋਈਆਂ। ਉਹਨਾਂ ਨੇ ਵੀ ਆਪਣੇ ਵਾਰ ਕਰਤੇ ਆ ਕੇ,
ਹੂਰਾਂ ਸਰਨਤ ਬੀਜ ਨੂੰ ਕਤ ਘੇਰ ਖਲੋਈਆਂ। ਹੂਰਾ ਸ਼ਣਵਤ ਬੀਜ ਨੂੰ ਕੱਤ ਕੇ ਖੜੋਈਆਂ। ਇਹ ਜਿਹੜੀਆਂ ਸੀ ਨਾ ਜਿਨ੍ਹਾਂ ਨੇ ਹੁਣ ਹਮਲਾ ਕੀਤਾ, ਇਹ ਜ਼ਿਆਦਾ ਗਿਆਨਵਾਨ ਨੇ। ਹੂਰਾਂ ਸਰਨਤ ਬੀਜ ਨੂੰ ਕਤ ਘੇਰ ਖਲੋਈਆਂ, ਜ਼ਿਆਦਾ ਗਿਆਨਵਾਨ ਨੇ, ਚੰਗੀ ਬੁੱਧੀ ਵਾਲੇ ਬੰਦੇ ਨੇ। ਸਿਰਫ ਐ ਸਮਝ ਲਓ ਸ਼ਣਵਤ ਬੀਜ ਨੂੰ ਹੂਰਾ ਨੇ ਘੇਰ ਲਿਆ ਆ ਕੇ। ਚੰਗੀ ਬੁੱਧੀ ਵਾਲੇ ਆ ਗਏ ਹੁਣ ਇਕੱਠੇ ਹੋ ਕੇ, ਜਿਹੜੇ ਸਵਾਲ ਲਏ ਨੇ। ਹੂਰਾ ਸ਼ਣਵਤ ਬੀਜ ਨੂੰ ਕੱਤ ਘੇਰ ਖੜੋਈਆਂ। ਲਾੜਾ ਦੇਖਣ ਲਾੜੀਆਂ ਚੌਗਰਦੇ ਹੋਈਆਂ। ਜਿਵੇਂ ਲਾੜੇ ਨੂੰ ਦੇਖਣ ਵਾਸਤੇ ਲਾੜੀਆਂ ਚੌਗਰਦੇ ਹੋ ਜਾਂਦੀਆਂ ਨੇ, ਐ ਨਕਸ਼ਾ ਦਿਖਾ ਦਿੱਤਾ। ਪੌੜੀ 24 ਧੌਂਸਾਂ ਪਾਈਆਂ ਦਲਾ ਮੁਕਾਬਲਾ। 24 ਧੌਂਸਾਂ ਪਾਈਆਂ ਦਲਾ ਮੁਕਾਬਲਾ। ਚੋਬੀਆਂ ਨੇ ਜਿਹੜੇ ਨਗਾਰਚੀ ਨੇ, ਉਹਨਾਂ ਨੇ ਫਿਰ ਨਗਾਰਾ ਵਜਾਇਆ ਅਗਲੇ ਦਿਨ। ਦਲਾਂ ਦਾ ਮੁਕਾਬਲਾ ਫਿਰ ਹੋਊਗਾ ਜੋ ਰਹਿ ਗਈ ਗੱਲ। ਕਿਉਂਕਿ ਅਜੋ ਰਾਖਸ਼ ਵੱਡਾ ਸੁੰਭ ਨਹੀਂ ਨਾ ਜਿੱਤਿਆ ਗਿਆ। ਇਹ ਤਾਂ ਥੱਲੇ ਵਾਲੇ ਜੋ ਲੜਾਈ ਹੋ ਰਹੀ ਹੈ, ਜਰਨੈਲ ਹੈ ਜੋ ਮਾਰ ਰਹੇ ਨੇ। ਪੂਰੀ ਸਰਕਾਰ ਨਹੀਂ ਢਹਿ ਹੋਈ, ਵੱਡਾ ਤਾਂ ਰਹਿ ਰਿਹਾ ਜੇ। ਦਸਤੀ ਧੂੰ ਨਚਾਈਆਂ ਤੇਗਾਂ ਨੰਗੀਆਂ। ਫਿਰ ਹਥਿਆਰ ਕਿਉਂ ਰਾਤ ਨੂੰ ਫਿਰ ਗਾਹਾਂ ਹੋਰ ਸਵਾਲ ਖੜੇ ਹੋ ਜਾਂਦੇ ਨੇ। ਅੱਜ ਦੀ ਡਿਸਕਸ਼ਨ ਜਿਹੜੀ ਹੋਈ ਹੈ, ਰਾਤ ਨੂੰ ਜਾ ਕੇ ਹੋਰ ਦੇਖ ਲੈਂਦੇ ਨੇ, ਨਵੇਂ ਸਵਾਲ ਹੋਰ ਲੈ ਆਉਂਦੇ ਨੇ ਦੂਏ ਦਿਨ। ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ। ਸੂਰਿਆਂ ਦੇ ਤਨ ਲਾਈਆਂ, ਸੂਰਿਆਂ ਦੇ ਤਨ ਚਾਹ ਲਾਈਆਂ ਗੋਸ਼ਤ ਗਿੱਧੀਆਂ। ਜਿਹੜੇ ਟੁਕੜੇ ਕੱਟੇ ਗਏ ਉਹਨਾਂ ਨੂੰ ਐ ਵੀ ਜਿਵੇਂ ਗੜਜਾਂ ਚੱਕ ਕੇ ਲੈ ਜਾਂਦੀਆਂ ਨੇ। ਗੋਸ਼ਤ ਗਿੱਧੀਆਂ, ਉਹਨਾਂ ਦਾ ਮਾਸ ਗੜਜਾਂ ਚੱਕ ਕੇ ਲੈ ਗਈ। ਵਿਦਣ ਰਾਤੀ ਆਈਆਂ ਮਰਦਾਂ ਘੋੜਿਆਂ। ਵਿਦਣ ਰਾਤੀ ਆਈਆਂ ਮਰਦਾਂ ਘੋੜਿਆਂ। ਮਰਦਾਂ ਨੂੰ ਔਰ ਘੋੜਿਆਂ ਨੂੰ ਕਤਲ ਕਰਨ ਵਾਸਤੇ ਸਮਝੋ ਆਈਆਂ ਨੇ। ਜੋਗਣੀਆਂ ਮਿਲ ਧਾਈਆਂ ਲੋਹੂ ਭਖਣਾ। ਘੋੜਾ ਦੇਖੋ, ਇਹਨਾਂ ਦੇ ਵਾਸਤੇ ਘੋੜੇ ਆ ਰਹੇ ਨੇ। ਘੋੜੇ ਕੀ ਨੇ? ਘੋੜਾ ਮਨ ਹੁੰਦਾ, ਮੰਨਦੇ ਘੋੜੇ ਤੇ ਸਵਾਰ ਨੇ ਰਾਖਸ਼। ਇਹਦਾ ਘੋੜਾ ਵਾਹਨ ਹੈ ਜਿਹਦਾ, ਉਹ ਰਾਖਸ਼ ਹੈ। ਜਿਹਦਾ ਬਲਦ ਵਾਹਨ ਹੈ ਉਹ ਸ਼ਿਵ ਜੀ ਦਾ ਚੇਲਾ ਹੈ, ਉਹ ਜੋਗੀ ਹੈ। ਜਿਹਦਾ ਸ਼ੇਰ ਵਾਹਨ ਹੈ ਉਹ ਗੁਰਮੁਖ ਹੈ, ਉਹ ਚੱਡੀ ਹੈ, ਗੁਰਮਤ ਹੈ। ਗੁਰਮਤ ਦੇ ਧਾਰਨੀ ਦਾ ਵਾਹਨ ਸ਼ੇਰ ਹੁੰਦਾ। ਇਹ ਅਲੱਗ-ਅਲੱਗ ਵਾਹਨ ਨੇ ਦੱਸੇ ਹੋਏ। ਜੇ ਤਾਂ ਇਹ ਪਤਾ ਇਸ ਗੱਲ ਦਾ, ਫਿਰ ਤਾਂ ਪਤਾ ਲੱਗੂ ਵੀ ਕੀ ਹੈ, ਘੋੜੇ ਕੀ ਨੇ। ਮੰਨਦੇ ਘੋੜੇ ਤੇ ਸਵਾਰ ਪਿੱਤੇ ਨੇ। ਮਨ ਨੂੰ ਮਾਰਨ ਵਾਲੀ ਗੱਲ ਹੈ। ਹਮਲਾ ਕਹੀ ਹੋਣਾ ਮਨ ਤੇ ਮਨਮਤ ਤੇ। ਹਾਂਜੀ, ਮਨਮੁਖ ਨੇ। ਮਨਮੁਖਾਂ ਦਾ ਜਿਹੜਾ ਹੁੰਦਾ ਨਾ ਵਾਹਨ ਘੋੜਾ ਹੁੰਦਾ। ਜੋਗਣੀਆਂ ਮਿਲ ਧਾਈਆਂ ਲੋਹੂ ਭਖਣਾ। ਜੋਗਣੀਆਂ ਮਿਲ ਧਾਈਆਂ ਲੋਹੂ ਭਖਣ। ਉਹ ਲੋਹੂ ਭਖਣ ਵਾਲੇ ਜੋਗਣੀਆਂ ਵੀ ਆਈਆਂ ਨੇ ਵਿੱਚ। ਜੋਗੀ ਨਹੀਂ ਹੁੰਦੇ। ਜੋਗੀ ਤਾਂ ਸਿਰਫ ਆਏ ਨੇ ਉਹਨਾਂ ਦਾ ਤਮਾਸ਼ਾ ਦੇਖਣ ਵਾਸਤੇ। ਕੁੱਟ ਪੈਂਦੀ ਆ ਜੋਗੀ ਦਾ ਪਹਿਲਾਂ ਹਥਿਆਰ ਸਿੱਟੀ ਬੈਠੇ ਨੇ, ਉਹਦਾ ਕੋਈ ਰੌਲਾ ਨਹੀਂ। ਉਹ ਤਾਂ ਆਏ ਨੇ ਵੀ ਇਹਨਾਂ ਤੇ ਕੁੱਟ ਪੈਂਦੀ ਦੇਖੀ। ਹੁਣ ਜਿਹੜੇ ਸਾਨੂੰ ਸਵਾਲ ਕਰਦੇ ਤੇ ਕਰਨਗੇ ਨਾ, ਇਹਨਾਂ ਦਾ ਕੀ ਹਾਲ ਹੋਊ। ਇਹ ਤਾਂ ਫੇਰ ਵੀ ਆਏ ਰਹੇ ਨਾ। ਇਹ ਤਾਂ ਹਥਿਆਰ ਸਿੱਟ ਕੇ ਆਪਣੇ ਚੁੱਪ ਕਰਕੇ। ਕਿ ਧਰਮ ਗ੍ਰੰਥ ਜੋ ਕਹਿੰਦੇ ਸੀ, ਇਹਨਾਂ ਨੂੰ ਤਾਂ ਸਮਝਾਤਾ ਦੀ ਵੀ ਭਾਈ ਧਰਮ ਗ੍ਰੰਥ ਆਹ ਕਹਿੰਦਾ। ਜਿਵੇਂ ਆਪਾਂ ਕਹਿੰਦੇ ਗੁਰਬਾਣੀ ਆਹ ਕਹਿੰਦੀ ਹੈ। ਜਿਹੜੇ ਨਹੀਂ ਮੰਨਦੇ ਹੁਣ ਬੋਲਣਗੇ ਤਾਂ ਅਗਲਾ, ਜੇ ਬੋਲਣਗੇ ਸੇ ਕਹਿਣਗੇ ਵੀ ਤੁਸੀਂ ਮੰਨਦੇ ਕਿਉਂ ਨਹੀਂ। ਆ ਤਾਂ ਦੱਸੋ ਗਲਤ ਅਰਥ ਕਰ ਰਹੇ ਨੇ। ਜੇ ਠੀਕ ਕਰ ਰਹੇ ਨੇ ਮੰਨਦੇ ਕਿਉਂ ਨਹੀਂ। ਕਸੂਰ ਤੁਹਾਡਾ, ਬੋਲਣ ਜੋਗੇ ਹੀ ਨਹੀਂ। ਇਹਨਾਂ ਦੀ ਤਾਂ ਬੋਲਤੀ ਬੰਦ ਹੋ ਜਾਂਦੀ ਹੈ ਧਾਰਮਿਕ ਆਦਮੀਆਂ ਦੀ। ਤਾਂ ਇਹਨਾਂ ਨੂੰ ਤਾਂ ਮੰਨਣਾ ਹੀ ਪੈਂਦਾ, ਚਾਹੇ ਉੱਤੋਂ ਮੰਨਣ ਚਾਹੇ ਅੰਦਰੋਂ ਮੰਨਣ। ਇਹਨਾਂ ਨੂੰ ਤਾਂ ਗਰਦਨ ਸਿੱਟਣੀ ਪੈਂਦੀ ਹੈ ਥੱਲੇ। ਇਹਨਾਂ ਕੋਲ ਰਸਤਾ ਹੀ ਕੋਈ ਨਹੀਂ ਹੁੰਦਾ। ਆ ਦੇਖੋ ਨਾ, ਦੇਵਤੇ ਤਾਂ ਉਹ ਮੰਨ ਕੇ ਬਿਨਾਂ ਲੜੇ ਨਹੀਂ ਹੈ ਦੇਵਤੇ। ਲੜਾਈ ਲੜੇ ਨਹੀਂ ਪੰਡਤ, ਗੋਡੇ ਟੇਕਦੇ ਆ ਕੇ ਨੌਵੇਂ ਪਾਤਸ਼ਾਹ ਦੇ ਸਾਹਮਣੇ। ਲੜੇ ਕੌਣ ਨੇ? ਲੜੇ ਤਾਂ ਉਹ ਦੂਏ ਨੇ ਰਾਖਸ਼। ਕੁੱਟੇ ਕਿਹਨਾਂ ਨੇ? ਮੁਸਲਮਾਨਾਂ ਨੇ। ਗੋਡੇ ਕਿੱਥੇ ਆ ਕੇ ਟੇਕੇ? ਅਨੰਦਪੁਰ ਸਾਹਿਬ। ਛੱਡੀ ਤਾਂ ਉੱਥੇ ਸੀ ਨਾ ਅਨੰਦਪੁਰ ਸਾਹਿਬ। ਵੀ ਸਾਨੂੰ ਬਚਾ ਲਓ। ਸਾਡੇ ਵਾਲਾ ਧਰਮ ਤੁਹਾਡੇ ਵਾਲਾ ਇੱਕੋ ਹੀ ਹੈ। ਅਸੀਂ ਰਾਹ ਭਟਕੇ ਇੱਥੇ ਜਾਣ ਕੇ ਨਹੀਂ ਸੀ ਮੰਨਦੇ। ਵੇਦਾਂ ਦੇ ਵਿੱਚ ਇੱਧਰੋਂ ਰੋਟੀ ਪਾਣੀ ਵੀ ਖਾਣਾ ਸੀ, ਪਖੰਡਵਾਦ ਖਤਮ ਹੁੰਦਾ ਸੀ। ਚਲੋ ਹੁਣ ਅਸੀਂ ਮੰਨ ਲੈਂਦੇ। ਹੁਣ ਜਿੱਥੇ ਤਾਂ ਅਸੀਂ ਖਾਂਦੇ ਸੀ ਚੜਾਵਾ,
ਹੁਣ ਉਹ ਕਹਿੰਦੇ ਨੇ ਖਾਓ ਪਹਿਲਾਂ ਗਊ, ਇਹ ਔਖਾ ਹੋ ਗਿਆ ਕੰਮ ਸਾਨੂੰ। ਗਊ ਨਹੀਂ ਖਾ ਸਕਦੇ ਅਸੀਂ, ਸਾਨੂੰ ਗਊ ਖਾਣ ਤੋਂ ਬਚਾ ਲਓ। ਕਿਉਂ ਮੁਸਲਮਾਨ ਤਾਂ ਗਊ ਖੜਾ ਕੇ ਮੁਸਲਮਾਨ ਬਣਾਉਂਦੇ ਸੀ ਨਾ, ਇਹ ਔਖਾ ਸੀ। ਉਹ ਤਾਂ ਮੌਤ ਦੇਖ ਕੇ ਜਹਿਮਤ ਕਬੂਲੀ ਹੈ। ਜਿਹੜੇ ਧਰਮ ਨੂੰ ਨਹੀਂ ਸੀ ਚਾਹੁੰਦੇ ਉਹ ਕਬੂਲ ਲਿਆ ਜਹਿਮਤ। ਬਿਮਾਰੀ ਕਬੂਲ ਲਈ, ਇੱਕ ਪਾਸੇ ਮੌਤ ਹੈ ਇੱਕ ਪਾਸੇ ਬਿਮਾਰੀ ਹੈ। ਕਹਿੰਦਾ ਚਲੋ ਜਿਉਂਦੇ ਤਾਂ ਰਹਾਂਗੇ, ਮੰਜੇ ਤੇ ਹੀ ਸਹੀ ਪਏ ਰਹਾਂਗੇ, ਮਰਨਾ ਨਹੀਂ ਚਾਹੁੰਦੇ। ਬਿਮਾਰ ਹੋ ਕੇ ਚਲੋ ਬਿਮਾਰੇ ਸਹੀ, ਜੁੜੇ ਤਾਂ ਸੰਸਾਰ ਨਾਲ ਆ। ਜਹਿਮਤ ਜਿਹੜੇ ਧਰਮ ਨੂੰ ਜਹਿਮਤ ਮੰਨ ਕੇ ਕਬੂਲਿਆ, ਪਹਿਲਾਂ ਮੌਤ ਸੀ ਫਿਰ ਇਹਨੂੰ ਜਹਿਮਤ ਮੰਨ ਲਿਆ ਵੀ ਹੈ ਤਾਂ ਆਪਣਾ ਹੀ ਧਰਮ। ਮੌਤ ਉਹ ਦੀਦਾ ਜਿਹੜਾ ਕਹਿੰਦਾ ਗਊ ਖਾਓ। ਇਸਲਾਮ ਇਸਲਾਮ ਮੌਤ ਹੈ, ਸਾਹਮਣੇ ਦੇ ਦੀ ਸਿੱਖ ਧਰਮ ਜਹਿਮਤ ਹੈ। ਜਦ ਉਹਨਾਂ ਨੇ ਕਿਹਾ ਵੀ ਤੁਹਾਡੀ ਮੌਤ ਮਾਫ, ਜਹਿਮਤ ਤੋਂ ਭੱਜ ਗਏ। ਜਹਿਮਤ ਤੇ ਕੀ ਲੈਣਾ ਸੀ ਉਹਨਾਂ ਨੇ? ਜਾਂ ਸਰਕਾਰ ਨੇ ਕਿਹਾ ਤੁਹਾਨੂੰ ਕੋਈ ਖਤਰਾ ਨਹੀਂ ਸਾਤੋਂ, ਧਰਮ ਅਸੀਂ ਬਦਲੀ ਨਹੀਂ ਕਰਦੇ, ਪਿੱਛੇ ਹਟ ਗਏ। ਪਿੱਛੇ ਤਾਂ ਹਟੇ, ਜਹਿਮਤ ਸਮਝਦੇ ਸੀ। ਕਿਰਪਾ ਰਾਮ ਜਹਿਮਤ ਚਾਹੇ ਸਮਝਦਾ ਸੀ ਚਾਹੇ ਨਹੀਂ ਸਮਝਦਾ ਸੀ। ਕਿਰਪਾ ਰਾਮ ਤਾਂ ਜੁੜਿਆ, ਬਚਨ ਦੇ ਬੈਠਿਆ ਸੀ, ਬਚਨ ਦੇ ਬੈਠਿਆ ਸੀ। ਇਹ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਸੀਸ ਦਿੱਤਾ, ਉਹਦਾ ਮਨ ਬਦਲ ਗਿਆ ਵੀ ਇਹੀ ਧਰਮ ਠੀਕ ਹੈ। ਇਮਾਨਦਾਰੀ ਵਾਲਾ ਧਰਮ ਰੱਖਣਾ, ਬੇਈਮਾਨ ਵਾਲੇ ਧਰਮ ਚੋਂ ਮੈਂ ਬਾਹਰ ਹੋ ਜਾਣਾ। ਇਹਨਾਂ ਲੋਕਾਂ ਦੇ ਨਾਲ ਜਿਹੜੇ ਧੋਖਾਬਾਜ਼ ਹੋਣ, ਇਹਨਾਂ ਦੇ ਨਾਲ ਮੇਰਾ ਖੜਨਾ, ਮੇਰੀ ਆਤਮਾ, ਉਹਦੀ ਆਤਮਾ ਨਹੀਂ ਮੰਨੀ ਖੜਨ ਉਹਨਾਂ ਦੇ ਨਾਲ। ਤੇ ਹੁਣ ਕੀ ਹਾਲ ਹੈ? ਕਸ਼ਮੀਰੀ ਪੰਡਤ ਉਹੀ ਨੇ, 300 ਸਾਲੇ ਹੋਇਆ। ਵਿਪਤਾ ਦਾ ਕੀ ਪਤਾ ਕਹੇ ਜੀ ਕਾਦਾ ਜੇ। ਹੁਣ ਵੀ ਉਹੀ ਹੈ, ਜਾਂ ਮੁਸਲਮਾਨ ਬਣ ਜਾਓ, ਨਹੀਂ ਭੱਜੋ ਇੱਥੋਂ, ਚਲੇ ਜਾਓ। ਉਦੋਂ ਬਚ ਗਏ, ਹੁਣ ਫੇਰ ਆ ਗਿਆ। ਸਮੇਂ ਦਾ ਕੀ ਪਤਾ ਕਾਦਾ ਜੇ। ਹੁਣ ਇਹਨਾਂ ਤੇ ਦਵਾਰ ਕੌਣ ਕਰੇ? ਕੌਣ ਦਵਾਰ ਕਰੇ? ਉਹ ਤੇ ਕਹਿੰਦਾ ਸਾਡੀ ਸਿੱਖ ਮਦਦ ਕਰਨ। ਸਿੱਖਾਂ ਦੇ ਕਾਰਨ ਤੁਸੀਂ ਆਪਣੀ ਮਦਦ ਆਪ ਕਿਉਂ ਨਹੀਂ ਕਰਦੇ? ਸਿੱਖੀ ਤਾਂ ਕਹਿੰਦੇ ਆਪਣੇ ਹੱਥੀ ਆਪਣਾ ਆਪੇ ਹੀ ਘਾਸ ਵਾਰੀਏ। ਸਿੱਖ ਕਿਉਂ ਕਰਨ ਤੁਹਾਡੀ ਮਦਦ? ਜਿਹੜੇ ਲੋਕ ਕਹਿੰਦੇ ਨੇ ਸਿੱਖ ਬਣਾਏ ਨੇ ਹਿੰਦੂਆਂ ਦੀ ਮਦਦ ਵਾਸਤੇ, ਸ਼ੈਤਾਨ ਨੇ ਉਹ ਲੋਕ। ਸਿੱਖ ਨਹੀਂ ਕਿਸੇ ਦੀ ਮਦਦ ਵਾਸਤੇ ਬਣੇ, ਸਿੱਖ ਆਪਣੀ ਮਦਦ ਵਾਸਤੇ ਬਣੇ। ਬਸ ਕਿਸੇ ਦੀ ਮਦਦ ਸਾਨੂੰ ਠੇਕਾ ਲਿਆ ਹੋਇਆ। ਸਰਕਾਰ ਕਰੇ ਮਦਦ। ਸਰਕਾਰ ਕਾਹਦੇ ਵਾਸਤੇ ਬਣੀ ਹੋਈ ਹੈ? ਸਰਕਾਰ ਫੌਜ ਕਾਹਦੇ ਵਾਸਤੇ ਬਣਾਈ ਹੈ? ਪੁਲਿਸ ਕਾਹਦੇ ਵਾਸਤੇ ਬਣਾਈ ਹੈ? ਰਾਜੇ ਕਿਉਂ ਬਣੇ ਬੈਠੇ ਨੇ? ਜੇ ਤੁਸੀਂ ਪਬਲਿਕ ਦੀ ਮਦਦ ਨਹੀਂ ਕਰ ਸਕਦੇ, ਹਾਂ ਰਾਜ ਛੱਡ ਦਿਓ, ਫਿਰ ਸਿੱਖ ਸਾਂਭ ਲੈਣਗੇ, ਫਿਰ ਕਰ ਲੈਣਗੇ। ਇੱਥੋਂ ਤਾਂ ਨਹੀਂ ਹੁੰਦਾ, ਛੱਡ ਦਿਓ, ਫਿਰ ਸਿੱਖ ਕਰ ਲੈਣਗੇ। ਸਿੱਖ ਰਾਜ ਆਪਣੇ ਹੱਥ 'ਚ ਕਰਕੇ ਫਿਰ ਕਰ ਲੈਣਗੇ। ਅੱਗੇ ਕਰਿਆ ਹੀ ਹੈ ਰਣਜੀਤ ਸਿੰਘ। ਬਲੈਕਮੇਲ ਕਰਦੇ ਨੇ, ਸਿਆਣੇ ਸਮਝਦੇ ਨੇ ਆਪਣੇ ਆਪ ਨੂੰ। ਉਹ ਤੁਸੀਂ ਕਿੱਥੇ ਸਿਆਣੇ ਹੋ? ਤੁਸੀਂ ਤਾਂ ਬੁੱਧੀਹੀਨ ਹੋ। ਕਦੇ ਵੀ ਬੇਈਮਾਨ ਆਦਮੀ ਸਿਆਣਾ ਨਹੀਂ ਹੁੰਦਾ। ਜਦੋਂ ਇਮਾਨ ਛੱਡ ਦੇਵੇ, ਸਿਆਣਪ ਖਤਮ ਹੋ ਜਾਂਦੀ ਹੈ। ਜਦ ਬਸ ਉਹ ਗੱਲ ਅਲੱਗ ਆ ਵੀ ਸਿੱਖਾਂ ਨੇ ਵੀ ਇਮਾਨ ਛੱਡਤਾ ਤਾਂ ਨਹੀਂ ਸਿਆਣਾ ਇਹਨਾਂ 'ਚ ਕੋਈ। ਉਹ ਜਿਹੀ ਹੋ ਗਈ। ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ। ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ। ਦੇਵਾਂ ਦੀਆਂ ਫੌਜਾਂ ਦਾਨਵਾਂ ਨੇ ਪਿੱਛੇ ਹਟਾਤੀਆਂ ਕੁੱਟ ਕੇ। ਦੇਵਤਿਆਂ ਦੀਆਂ ਫੌਜਾਂ ਉਧਰ ਮੂਹਰੇ ਨੇ। ਹੁਣ ਫੌਜਾਂ ਦੇਵਤਿਆਂ ਦੀਆਂ ਮੂਹਰੇ ਨੇ। ਦੇਵਤੇ ਮੂਹਰੇ ਕਰਕੇ ਲੜਾਤੇ ਵੀ ਚਲੋ ਹੁਣ ਸ਼ਾਇਦ ਅੱਜ ਤੁਸੀਂ ਰੋਜ਼ ਸੁਣਦੇ ਨੇ ਦੇਵਤੇ ਵੀ ਤੁਸੀਂ ਵੀ ਦੇਖੋ ਜਵਾਬ ਦੇ ਕੇ ਕੁਛ, ਪਰ ਨਹੀਂ। ਇਹਦਾ ਮਤਲਬ ਹੈ ਦੇਵਤੇ ਜਵਾਬ ਦੇਣ ਜੋਗੇ ਹੈ ਨਹੀਂ, ਲੜਨ ਜੋਗੇ ਵੀ ਨਹੀਂ ਅਜੇ ਉਹਨਾਂ ਨਾਲ। ਭੱਜ ਦੀ ਕਥਾ ਸੁਣਾਈਆਂ ਰਾਜੇ ਸੁੰਬਥ। ਭੱਜ ਦੀ ਕਥਾ ਸੁਣਾਈਆਂ ਰਾਜੇ ਸੁੰਬਥ। ਨਹੀਂ, ਫਿਰ ਇਹ ਦੂਜੀ ਗੱਲ ਹੈ। ਫਿਰ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ। ਦੇਵਾਂ ਨੇ ਹਟਾਈਆਂ ਦਾਨਵਾਂ ਦੀਆਂ ਫੌਜਾਂ ਮਾਰ ਕੇ। ਦੇਵਤੇ ਹਾਵੀ ਹੋਏ ਨੇ, ਦਾਨਵ ਭੱਜ ਗਏ। ਦਾਨਵ ਭੱਜ ਗਏ। ਭੱਜ ਦੀ ਕਥਾ ਸੁਣਾਈਆਂ ਰਾਜੇ ਸੁੰਬਥ। ਦੇਵਾ ਦਾ ਮਤਲਬ ਦੇਵ ਆਇਆ, ਦੇਵਾਂ ਦੀ ਹੈ। ਦੇਵਾ ਲਫ਼ਜ਼ ਹੈ, ਇੱਕ ਵਚਨ ਹੈ। ਇਹ ਦੇਵਾਂ ਲਫ਼ਜ਼ ਨਹੀਂ ਹੈ।
ਦੇਵਾ ਦੇਵੀ ਨੂੰ ਕਿਹਾ ਹੈ। ਦੇਵਾ ਲਫ਼ਜ਼ ਦੇਵਤੇ ਵਾਸਤੇ ਆਇਆ ਹੋਇਆ, ਪੁਲਿੰਗ ਲਫ਼ਜ਼ ਹੈ ਦੇਵਾ, ਦੇਵਾ ਦੇਵੀ। ਫੌਜਾਂ ਮਾਰ ਹਟਾਈਆਂ ਦੇਵਾ ਦਾਨਵਾਂ। ਇਹ ਚੰਡੀ ਨੇ ਮਾਰ ਕੇ ਹਟਾਈਆਂ ਨੇ ਫੌਜਾਂ, ਦੇਵਤੇ ਨਹੀਂ ਹਨ। ਫਿਰ ਦੇਵਾ ਦੇਵਾ ਨੇ ਸਾਰੀਆਂ ਫੌਜਾਂ ਭਜਾਤੀਆਂ ਉੱਥੋਂ। ਭੱਜ ਦੀ ਕਥਾ ਸੁਣਾਈਆਂ ਰਾਜੇ ਸੁੰਭਥ। ਜਾ ਕੇ ਭੱਜ ਕੇ ਸਾਰੀ ਕਥਾ ਸੁਣਾਤੀ ਵੀ ਸਾਡੀ ਤਾਂ ਇੱਕ ਵੀ ਚੱਲੀ ਉੱਥੇ, ਸਾਨੂੰ ਤਾਂ ਨਹੀਂ ਆਈ ਉੱਥੇ ਗੱਲ। ਰਾਜੇ ਸੁੰਭਥ ਦੇਖੋ ਨਾ, ਫੌਜਾਂ ਮਰੀਆਂ ਨਹੀਂ, ਇਹਦਾ ਮਤਲਬ ਹੈ ਭੱਜ ਗਈ। ਹੁਣ ਮਰਿਆ ਤਾਂ ਕੋਈ ਵੀ ਨਹੀਂ ਹੈ। ਇਹਦਾ ਸੰਸਾਰੀ ਲੜਾਈ ਨਹੀਂ ਹੈ। ਸੰਸਾਰੀ ਲੜਾਈ ਕਿੱਥੇ ਹੈ? ਜਾ ਕੇ ਸੁਣਾਤੀ ਵੀ ਸਾਡੇ ਬਾਤ ਦੀ ਗੱਲ ਨਹੀਂ ਉੱਥੇ ਗੱਲ ਕਰਨੀ। ਸਾਡੇ 'ਚ ਕੋਈ ਇੰਨਾ ਗਿਆਨਵਾਨ ਨਹੀਂ ਹੈ। ਸਾਡੇ ਬਾਤ ਦੀ ਗੱਲ ਨਹੀਂ, ਉਹਦੇ ਨਾਲ ਮੁਕਾਬਲਾ ਕਰਨ ਤੁਸੀਂ ਹੋਰ ਕੋਈ ਇੰਤਜ਼ਾਮ ਕਰੋ। ਹਾਂਜੀ, ਭੂਈ ਨਾ ਪਾਉਣੇ ਪਾਈਆਂ ਬੂੰਦਾਂ ਰਕਤ ਦੀਆਂ। ਉਹ ਕਹਿੰਦੇ ਜਿੰਨਾ ਸਾਡਾ ਜਿਹੜਾ ਰਕਤ ਸੀ, ਮਤਲਬ ਰਕਤ ਬੀਜ ਜਰਨੈਲ ਸੀ, ਉਹਦੀ ਤਾਂ ਡਿਗੜੇ ਨਹੀਂ ਦਿੱਤੀ ਕੋਈ ਗੱਲ ਥੱਲੇ, ਉਹਦਾ ਨਿਕਲਣਾ ਨਹੀਂ ਦਿੱਤਾ ਉਹ ਚੋਂ। ਉਹਦੀ ਜ਼ਮੀਨ ਤੇ ਡਿਗੇ ਬੂੰਦ ਤਾਂ ਦੂਆ ਭਰਮ ਬਣੇ, ਭਰਮ ਦਾ ਨਾਸ ਹੈ ਹੁੰਦਾ ਚਲਿਆ ਗਿਆ। ਉਹ ਕਾਲੀ ਖੇਤ ਖਵਾਈਆਂ ਸਭੇ ਸੂਰਤਾਂ, ਜਿਹੜੇ ਦੂਏ ਸੀ ਨਾ ਦੇਵਤੇ ਜਾਂ ਕਾਲੀ ਦਾ ਰੂਪ ਧਾਰ ਕੇ ਉਹੀ ਇਸ ਗੱਲ ਦਾ ਜਵਾਬ, ਬਈ ਭਾਈ ਅਸੀਂ ਤਾਂ ਮੰਨ ਲਿਆ ਇਹ ਧਰਮ ਨੂੰ, ਅਸੀਂ ਤਾਂ ਮੰਨ ਲਿਆ, ਅਸੀਂ ਤਾਂ ਹੁਣ ਕਹਿੰਦੇ ਆ ਵੀ ਇਹ ਠੀਕ ਹੈ, ਤੁਸੀਂ ਆਪਣੀ ਗੱਲ ਕਰੋ, ਸਾਡੀ ਗੱਲ ਕਰਦੇ ਹੋ। ਅਸੀਂ ਉਹਨਾਂ ਚਿਰ ਤੋਤੇ ਡਰਦੇ ਸੀ ਜਿੰਨਾ ਚਿਰ ਅਸੀਂ ਇਹਨੂੰ ਨਹੀਂ ਮੰਨਿਆ, ਸਾਡੀ ਉਹ ਗਲਤੀ ਸੀ। ਇਹ ਬੇਦ ਧਰਮ ਨੂੰ ਛੱਡ ਗਏ, ਅਸੀਂ ਸਿਮਰਤ ਸ਼ਾਸਤਰ ਅਪਣਾ ਲਈ, ਛੱਤਰ ਤਾਂ ਹੀ ਖਾਂਦੇ ਸੀ ਲੋਕਾਂ ਤੇ, ਤਾਂ ਹੀ ਸਾਰੇ ਭਗਤਾਂ ਨੇ ਜੁੱਤੀਆਂ ਮਾਰੀਆਂ ਹੋਈਆਂ ਨੇ, ਤਾਂ ਹੀ ਦੁਨੀਆ ਸਾਨੂੰ ਹੋਏ ਤੋਏ ਕਰਦੀ ਹੈ। ਝੂਠ ਦੇ ਧਰਮ ਸਾਰਾ ਝੂਠ ਤੇ ਆਧਾਰਿਤ ਕਰ ਲਿਆ। ਜਲੀਲ ਤਾਂ ਹੀ ਹੋ ਰਹੇ ਸੀ ਅਸੀਂ, ਅੱਜ ਸਾਡੀ ਜਿੱਤ ਕੇ ਆਵਾਂ, ਅਸੀਂ ਸੱਚ ਨਾਲ ਖੜੇ ਹਾਂ, ਬੇਦ ਨਾਲ ਖੜੇ ਹਾਂ। ਤੁਸੀਂ ਆਪਣੀ ਗੱਲ ਕਰੋ, ਤੁਸੀਂ ਖੜੇ ਹੋ ਕਿ ਨਹੀਂ ਖੜੇ, ਤੁਸੀਂ ਕਿੱਥੇ ਖੜੇ ਹੋ? ਭਰਮ ਤਾਂ ਤਾਂ ਹੁੰਦਾ, ਦੇਵਤੇ ਆਪੇ ਐਡਮਿਟ ਕਰੀ ਜਾਂਦੇ ਸਾਰੀ ਗੱਲ। ਅਸੀਂ ਤਾਂ ਭਾਈ ਗਲਤ ਸੀ ਉਦੋਂ, ਸਾਨੂੰ ਨਹੀਂ ਸੀ ਗਿਆਨ, ਗੱਲ ਖਤਮ ਹੋਈ। ਕਹਾਂ ਤਾਂ ਚੱਲੇ ਗੱਲ, ਜੇ ਕਹਾਂ ਉਹ ਪੂਰਾ ਕਰ ਲੈ। ਉਹੀ ਨਾ ਪਾਉਣੇ ਪਾਈਆਂ ਬੂੰਦਾਂ ਰਕਤ ਦੀਆਂ। ਕਹਾਂ ਗੱਲ ਵਧੀਆ ਹੀ ਨਹੀਂ, ਬਦਲਣੇ ਨਹੀਂ ਦਿੱਤੀ ਗੱਲ। ਕਹਾਂ ਤਾਂ ਗੱਲ ਤਾਂ ਵਧੇ ਜੇ ਦੇਵਤੇ ਬਿਆਨ ਨਾ ਦੇਣ, ਨਾ ਹਾਂ ਦੇਵਤੇ ਨਾ ਮੰਨਣ ਵੀ ਅਸੀਂ ਨਹੀਂ ਮੰਨਦੇ। ਤੁਸੀਂ ਗੱਲ ਕਰੋ ਜਿਹੜੀ ਹੋ ਰਹੀ ਹੈ ਚਰਚਾ ਦੀ, ਸਾਡੇ ਨੁਕਸ ਜਿਹੜੇ ਸੀ ਅਸੀਂ ਮੰਨ ਕੇ ਛੱਡ ਦਿੱਤੇ। ਤੁਸੀਂ ਗੱਲ ਕਰੋ ਹੁਣ ਆਪਣੀ। ਕਾਲੀ ਖੇਤ ਖਪਾਈਆ ਸਭੇ ਸੂਰਤਾਂ। ਕਾਲੀ ਖੇਤ ਖਵਾਈਆਂ ਸਭੇ ਸੂਰਤਾਂ, ਸਾਰੀਆਂ ਕਾਲੀ ਨਹੀਂ ਖਵਾਤੀਆਂ। ਜਿਹੜੀ ਆ ਦੂਈ ਸੰਸਾਰੀ ਬੁੱਧੀ ਹੈ, ਇਹਨੇ ਆਪਣੀਆਂ ਗਲਤੀਆਂ ਇਹਨੇ ਖਵਾਤੀਆਂ, ਐਡਮਿਟ ਕਰ ਲੀਆਂ ਸਾਰੀਆਂ। ਬਹੁਤੀ ਸ੍ਰੀ ਕਾਲੀ ਹੈ ਲਫ਼ਜ਼, ਕਾਲੀ ਖੇਤ ਖਪਾਈਆਂ ਸਭੇ ਸੂਰਤਾਂ। ਬਹੁਤੀ ਸ੍ਰੀ ਬਿਹਾਈਆਂ ਖਾੜੀ ਘੜੀਆਂ ਕਾਲਕੀਆਂ। ਬਹੁਤੀ ਸ੍ਰੀ ਬਿਹਾਈਆਂ, ਬਹੁਤੀ ਸ੍ਰੀ ਬਿਹਾਈਆਂ, ਬਹੁਤਿਆਂ ਦੇ ਸਿਰ ਤੇ ਉੱਤੇ ਕਾਲ ਦੀਆਂ ਘੜੀਆਂ ਹੋ ਗਈਆਂ। ਜਿਹੜੇ ਕਾਲ ਸੀ ਨਾ, ਕਾਲ ਸਮੇਂ ਨੇ ਉਹਨਾਂ ਦੀ ਸ਼ਕਤੀ ਦਾ ਨਾਸ ਕਰਤਾ, ਉਹਨਾਂ ਦੀ ਬੁੱਧੀ ਜਿਹੜੀ ਸੀ ਖਤਮ ਕਰਤੀ। ਜਿਹੜਾ ਝੂਠ ਸੀ ਕੂੜ ਨ ਖੁੱਟੇ, ਨਾਨਕਾ ਉੜਕ ਸੱਚ। ਕਾਲ ਨੇ, ਸਮੇਂ ਨੇ ਬਹੁਤਿਆਂ ਦਾ ਜਿਹੜਾ ਝੂਠ ਸੀ ਖਤਮ ਕਰਤਾ, ਕੂੜ ਦਾ ਨਾਸ ਕਰਤਾ। ਜਿਹੜੇ ਬਹੁਤੇ ਆਪਣੇ ਆਪ ਨੂੰ ਸਮਝਦੇ ਸੀ ਰਾਖਸ਼, ਨਹੀਂ ਸੀ ਮੰਨਦੇ, ਤਰਕਸ਼ੀਲ ਹੋਰ ਆਮ ਪਬਲਿਕ ਨੂੰ ਮਗਰ ਲਾਈ ਫਿਰਦੇ ਸੀ, ਖਤਮ ਹੋ ਗਏ। ਬੁੱਧੀਹੀਨ ਸਾਬਤ ਕਰਦਾ ਵੀ ਬੁੱਧੀਹੀਨ। ਵਿਦਵਾਨ ਬੁੱਧੀਹੀਨ ਹੁੰਦੇ ਨੇ, ਸਾਬਤ ਕਰਤਾ। ਚਾਹੇ ਵਿਦਵਾਨ ਕਹੇ ਜਾ ਹੋਵੇ, ਬੁੱਧੀਹੀਨ ਹੁੰਦਾ। ਜਾਣ ਨਾ ਜਾਏ ਮਾਈਆਂ ਜੂਝੇ ਸੂਰਮੇ। ਜਾਣ ਨਾ ਜਾਏ ਮਾਈਆਂ ਜੂਝੇ ਸੂਰਮੇ, ਥੋੜੇ ਅਰਥ ਐ ਕਰਦੇ ਨੇ ਵੀ ਐ ਮਰ ਗਏ ਹੋ ਜਿਵੇਂ ਪੈਦਾ ਹੀ ਹੋਏ ਹੁਣ। ਜੇ ਪੈਦਾ ਨਹੀਂ ਹੋਏ ਤੇ ਮਰੇ ਕਿਵੇਂ ਫਿਰ? ਜਾਣ ਨਾ ਜਾਏ ਮਾਈਆਂ, ਉਹ ਮਰੇ ਨੇ, ਉਹ ਜੂਝੇ ਨੇ ਜਿਹਨਾਂ ਨੂੰ ਜਨਮ ਪਦਾਰਥ ਨਹੀਂ ਸੀ ਮਿਲਿਆ। ਉਹ ਸੂਰਮੇ ਜੂਝੇ ਨੇ
ਜੂਝੇ ਨੇ ਮਰ ਗਏ ਨੇ। ਜੂਝਣ ਦਾ ਮਤਲਬ ਮਰਨਾ ਹੁੰਦਾ, ਲੜ ਕੇ ਮਰ ਜਾਣਾ ਯਾਨੀ ਮੰਨ ਲੈਣਾ। ਜਿਨ੍ਹਾਂ ਦੀ ਮੱਤ ਮਾਂ ਨੇ ਜਨਮ ਪਦਾਰਥ ਨਹੀਂ ਸੀ ਨਾ ਦਿੱਤਾ, ਉਹ ਸਾਰੇ ਜੂਝ ਗਏ, ਉਹਨਾਂ ਨੂੰ ਮਰਨਾ ਪਿਆ, ਉਹਨਾਂ ਨੂੰ ਆਪਣੀ ਗੱਲ ਛੱਡਣੀ ਪਈ। ਉਹਨਾਂ ਨੂੰ ਆਪਣੀ ਗੱਲ ਛੱਡਣੀ ਪਈ। ਉਹਨਾਂ ਨੂੰ ਹੁਣ ਇਹ ਮੱਤ ਨੇ ਜਨਮ ਮਾਰ ਕੇ ਜਨਮ ਪਦਾਰਥ ਸ਼ਬਦ ਮਰਿਆ ਫੁੱਟ ਜੀਵ ਹੈ, ਇਸ ਮੱਤ ਨਾਲ ਮਰ ਕੇ ਫਿਰ ਜਿਉਂਦੇ ਹੋਣਗੇ। ਹੁਣ ਜਾਣ ਨਾ ਜਾਏ, ਜਾਣ ਨਾ ਜਾਏ, ਜਾਣ ਕੇ ਗਿਆਨ ਹਾਸਲ ਕਰਕੇ ਜਿਨ੍ਹਾਂ ਨੂੰ ਜਨਮ ਪਦਾਰਥ ਨਹੀਂ ਮਿਲਿਆ ਉਹਨੂੰ ਕਹਿੰਦੇ ਜਾਣ ਨਾ ਜਾਏ। ਕੁਝ ਜਾਣ ਕੇ ਜਿਨ੍ਹਾਂ ਨੇ ਜਨਮ ਪਦਾਰਥ ਨਹੀਂ ਲਿਆ ਮਾਈਆਂ ਮੱਤਾਂ ਨਾਲ, ਉਹੀ ਜੂਝੇ ਨੇ। ਜੂਝੇ ਸੂਰਮੇ, ਉਹ ਸੂਰਮੇ ਆ ਕੇ ਮੁਖਾਲਫ ਹੋ ਕੇ ਲੜੇ ਨੇ। ਦੇਵੀ ਦੇ ਮੁਖਾਲਫ ਕੌਣ ਲੜਦੇ ਨੇ? ਜਿਨ੍ਹਾਂ ਦੀ ਮੱਤ ਚੋਂ ਗਿਆਨ ਪਦਾਰਥ ਨਹੀਂ ਸੀ, ਜਨਮ ਪਦਾਰਥ ਨਹੀਂ ਸੀ, ਉਹ ਆ ਕੇ ਪੰਗਾ ਲੈਂਦੇ ਨੇ। ਜਿਹੜੇ ਗੁਰਮੁਖ ਨੇ ਉਹਨਾਂ ਗੁਰਮੁਖ ਨਾਲ ਉਹਦੀ ਕਾਹਦੀ ਲੜਾਈ ਹੈ? ਉਹਦੀ ਕਾਹਦੀ ਲੜਾਈ? ਉਹ ਤਾਂ ਇਕੱਠੇ ਬੈਠੇ ਨੇ, ਇੱਕ ਗੱਲ ਹੈ ਉਹਨਾਂ ਦੀ। ਤਾਂ ਜਿਹੜੇ ਹੋਰ ਮੱਤ ਵਾਲੇ ਸੀ, ਮਨਮੁਖ ਸੀ, ਉਹ ਆ ਕੇ ਜੂਝੇ ਨੇ, ਜੂਝੇ ਸੂਰਮੇ।